ਹੁਣ ਅਗਰ ਇਨਸਾਨ ਦੇ ਜੀਵਨ 'ਚ ਦੁੱਖ ਵੀ ਹੈ, ਅਗਰ ਇਨਸਾਨ ਦੇ ਜੀਵਨ 'ਚ ਚਿੰਤਾ ਵੀ ਹੈ ਔਰ ਇਨਸਾਨ ਦੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਵੀ ਹੈ, ਤਾਂ ਫਿਰ ਇਹਨਾਂ ਦੁੱਖਾਂ ਇਹਨਾਂ ਪਰੇਸ਼ਾਨੀਆਂ ਤੋਂ ਇਨਸਾਨ ਬਚ ਕੇ ਜਾ ਸਕਦਾ ਹੈ। ਕਿ ਇੱਕ ਬਾਪ ਆਪਣੇ ਬੱਚੇ ਵਾਸਤੇ ਗਿਫਟ ਲੈ ਕੇ ਆਇਆ, ਗਿਫਟ ਬੰਦ ਸੀ, ਪੈਕ ਸੀ, ਪਰ ਬੱਚਾ ਬੜਾ ਸ਼ੰਕਾਲੂ ਸੀ, ਸ਼ੰਕਾ ਕਰਨ ਵਾਲਾ। ਬਾਪ ਨੇ ਕਿਹਾ, ਬੇਟਾ ਤੇਰੇ ਵਾਸਤੇ ਆ ਗਿਫਟ ਹੈ, ਜਿਹੜਾ ਕੱਲ ਤੇਰਾ ਜਨਮ ਦਿਨ ਨਾ, ਕੱਲ ਨੂੰ ਦੇਣਾ ਤੈਨੂੰ, ਇਹਲੇ ਸਾਹਮਣੇ ਪਿਆ ਤੇਰੇ, ਹਾਲੇ ਖੋਲੀ ਨਾ। ਅਸੀਂ ਆਪ ਆਪਣੇ ਇਹ ਜ਼ਿੰਦਗੀ ਵਿੱਚ ਨਾ, ਇਹ ਜੀਵਨ ਦੇ ਵਿੱਚ ਨਾ ਮੁਮਕਿਨ ਹੁੰਦਾ ਦੇਖਿਆ ਹੈ, ਅਸੰਭਵ ਨੂੰ ਸੰਭਵ ਹੁੰਦਾ ਅਸੀਂ ਦੇਖਿਆ ਹੈ। ਜਿੱਥੇ ਬੰਦਾ ਕਹਿੰਦਾ ਨਹੀਂ ਬਚ ਸਕਦਾ, ਅਸੀਂ ਉੱਥੇ ਵੀ ਇਨਸਾਨ ਨੂੰ ਬਚਦਿਆਂ ਦੇਖਿਆ ਹੈ। ਕਿਉਂਕਿ ਕਹਾਣੀਆਂ ਸੁਣਾਉਣ ਵਾਲੇ ਬਹੁਤ ਹੁੰਦੇ ਐ, ਪਰ ਜਿਹੜੇ ਖੁਦ ਉਹ ਚੀਜ਼ ਨੂੰ ਪਰਖ ਕੇ ਦੇਖਦੇ, ਪਰਖ ਦਾ ਮਤਲਬ ਉਹ ਚੀਜ਼ ਸੀ ਗੁਜ਼ਰਦੇ ਆ ਨਾ, ਉਹ ਕੋਈ ਵਿਰਲਾ ਹੁੰਦਾ। ਤੇ ਜਿਹੜਾ ਖੁਦ ਉਹ ਚੋਂ ਦੀ ਗੁਜ਼ਰਿਆ ਹੋਵੇ, ਉਹਨੂੰ ਪਤਾ ਹੁੰਦਾ ਕਿ ਉਹਦੀ ਰਹਿਮਤ ਕੀ ਕੁਛ ਕਰ ਸਕਦੀ ਹੈ। ਪਰ ਹੁਣ ਕਈ ਕਹਿੰਦੇ ਅਸੀਂ ਮੰਨਦੇ ਨਹੀਂ ਗੁਰੂਆਂ ਨੂੰ, ਅਸੀਂ ਮੰਨਦੇ ਨਹੀਂ ਰਹਿਬਰਾਂ ਨੂੰ, ਅਸੀਂ ਮੰਨਦੇ ਨਹੀਂ ਫਕੀਰਾਂ ਨੂੰ, ਅਸੀਂ ਮੰਨਦੇ ਨਹੀਂ ਰੱਬ ਦੀਆਂ ਰਹਿਮਤਾਂ ਨੂੰ। ਤਾਂ ਯਾਦ ਰੱਖੋ, ਜੇ ਉਹਨਾਂ ਦੇ ਵਿਸ਼ਵਾਸ ਦੇ ਬੇੜੇ 'ਚ ਸਵਾਰ ਨਹੀਂ ਹੋਵੋਗੇ ਤਾਂ ਕਦੀ ਖੁਸ਼ੀਆਂ ਦੀ ਮੰਜ਼ਿਲ ਤੱਕ ਵੀ ਤੁਸੀਂ ਪਹੁੰਚ ਨਹੀਂ ਸਕਦੇ। ਕਿਉਂਕਿ ਖੁਸ਼ੀਆਂ ਦੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਪੈਣਾ ਹੈ। ਸਾਨੂੰ ਇੱਥੇ ਇੱਕ ਫਕੀਰਾਂ ਦਾ ਕਿੱਸਾ ਯਾਦ ਆ ਗਿਆ ਕਿ ਫਕਰ ਜਹਾਂ ਦੇਹਲਵੀ, ਇੱਕ ਫਕੀਰ ਸੀ ਜਿਨ੍ਹਾਂ ਦਾ ਨਾਮ ਸੀ ਫਕਰ ਜਹਾਂ ਦੇਹਲਵੀ। ਉਹ ਦਿੱਲੀ 'ਚ ਰਹਿੰਦੇ ਹੁੰਦੇ ਸੀ। ਇਸ ਕਰਕੇ ਪਾਣੀ ਲਿਆਉਣ ਵਾਸਤੇ ਸਾਨੂੰ ਦੂਜੇ ਪਿੰਡ ਜਾਣਾ ਪੈਂਦਾ ਹੈ, ਦੂਰੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ। ਸੋ ਮਹਾਰਾਜ ਤੁਸੀਂ ਰੱਬ ਦੇ ਫਕੀਰ ਹੋ, ਅਗਰ ਤੁਸੀਂ ਦੁਆ ਕਰਦੇ ਹੋ ਤਾਂ ਹੋ ਸਕਦਾ ਸੁੱਕੇ ਕੂਏ 'ਚ ਪਾਣੀ ਆ ਜਾਵੇ। ਕੋਠੇ ਤੇ ਨੱਚਦੀ ਹੁੰਦੀ ਸੀ, ਕਈ ਕਿਸਮ ਦੇ ਗ੍ਰਾਹਕ ਉਹਦੇ ਕੋਲ ਜਾਂਦੇ ਸੀ। ਉਹ ਪਾਪੀ ਤੁਸੀਂ ਉਹਨੂੰ ਸੰਤ ਕਹੀ ਜਾਂਦੇ ਹੋ, ਫਕੀਰ ਕਹੀ ਜਾਂਦੇ ਹੋ। ਉਸ ਵੇਲੇ ਫਕੀਰ ਕਹਿੰਦੇ, ਪਹਿਲਾਂ ਉਹ ਕੀ ਕਰਦੀ ਸੀ ਉਹਦਾ ਤਾਂ ਪਤਾ ਨਹੀਂ, ਪਰ ਇਸ ਵੇਲੇ ਉਹਦਾ ਰੁਤਬਾ ਰੱਬ ਦੇ ਘਰ 'ਚ ਬਹੁਤ ਉੱਚਾ ਹੈ। ਮੈਂ ਉਹਨਾਂ ਫਕੀਰਾਂ ਨੂੰ ਬਦਨਾਮ ਕਰਨ ਵਾਸਤੇ ਨਾ, ਕਿਸੇ ਨੇ ਮੈਨੂੰ ਲਾਲਚ ਦਿੱਤਾ, ਉਹਨਾਂ ਦੇ ਦੁਸ਼ਮਣਾਂ ਨੇ, ਕਿ ਲੈ ਤੈਨੂੰ ਇੰਨੇ ਪੈਸੇ ਦੇਣੇ, ਝੂਠਾ ਬਦਨਾਮ ਕਰ ਇਹਨਾਂ ਨੂੰ ਕਿ ਕੋਈ ਫਕੀਰ ਨਹੀਂ, ਇਹ ਤਾਂ ਮੇਰੇ ਕੋਲ ਆਉਂਦੇ ਜਾਂਦੇ ਆ, ਇਹਨਾਂ ਦੀ ਰਾਜ ਤਾਂ ਮੇਰੇ ਕੋਠੇ ਤੇ ਗੁਜ਼ਰਦੀ ਹੈ। ਇਹ ਦਿਨ ਨੂੰ ਫਕੀਰ ਹੈ ਤਾਂ ਰਾਤ ਨੂੰ ਤਵਾਇਫ ਦੇ ਕੋਲ ਆਉਂਦੇ, ਯਾਨੀ ਬਦਨਾਮ ਕਰ ਇਹਨਾਂ ਨੂੰ। ਹੁਣ ਕਹਿੰਦੀ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਹੱਥਾਂ 'ਚ ਨਾ ਥੈਲੀ ਲੈ ਲਈ, ਇੱਕ ਉਹਦੇ 'ਚ ਸਿੱਕੇ ਸੀ ਖੋਟੇ। ਫਿਰ ਕਹਾਂਗੇ ਹੁਣ ਟੇਬਲ ਬਦਲਣਾ ਹੈ, ਤੁਸੀਂ ਕਹੋ ਮਾਲਕੋ ਟੇਬਲ ਨੂੰ ਬਦਲ ਦਿਓ, ਉਹ ਭਾਈ ਕਿਸੇ ਤਰ੍ਹਾਂ ਖਾਣ ਕੋ ਜਾ, ਇਹ ਸਾਡਾ ਕੰਮ ਨਹੀਂ। ਪਰ ਤੁਸੀਂ ਕਹੋ ਮਾਲਕੋ ਜੀਵਨ 'ਚ ਦੁੱਖ ਹੈ, ਇਹ ਜੀਵਨ ਦੀ ਦੁੱਖਾਂ ਦੀ ਤਸਵੀਰ ਨੂੰ ਖੁਸ਼ੀਆਂ 'ਚ ਬਦਲੋ, ਤੇ ਇਹ ਕੋਈ ਤਰਖਾਣ ਨਹੀਂ ਬਦਲ ਸਕਦਾ। ਹਾਂ, ਇਹ ਜ਼ਰੂਰ ਅਸੀਂ ਬਦਲ ਸਕਦੇ ਹਾਂ, ਕਿਉਂਕਿ ਜਿਹੜੀ ਚੀਜ਼ ਸਾਡੇ ਹੱਥ 'ਚ ਉਹ ਕਰ ਸਕਦੇ ਹਾਂ। ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਦਾਦੂ ਦਿਆਲ ਦੇ ਇੱਕ ਛੋਟੇ ਜਿਹੇ ਸ਼ਬਦ ਤੋਂ ਕਰਾਂਗੇ। ਔਰ ਇਸ ਸ਼ਬਦ ਦੇ ਅੰਦਰ ਦੇਖੋ ਸੰਤ ਦਾਦੂ ਦਿਆਲ ਕੀ ਦੱਸਦੇ ਹੈ ਕਿ ਦੁੱਖ ਦਰਦ ਚਿੰਤਾ ਘਨੀ, ਦੁੱਖ ਦਰਦ ਚਿੰਤਾ ਘਨੀ ਰਹਾ ਅੰਧੇਰਾ ਛਾਏ। ਸੋ ਆਪਣੇ ਇਹ ਸ਼ਬਦ ਅੰਦਰ ਸੰਤ ਦਾਦੂ ਦਿਆਲ ਇਸ਼ਾਰਾ ਕਰ ਰਹੇ ਹੈ ਕਿ ਇਨਸਾਨ ਦੇ ਜੀਵਨ 'ਚ ਦੁੱਖ ਦਰਦ ਚਿੰਤਾਵਾਂ ਬਹੁਤ ਹੈ। ਔਰ ਇਨਸਾਨ ਦੀ ਅਗਰ ਜ਼ਿੰਦਗੀ ਨੂੰ ਦੇਖਿਆ ਜਾਵੇ ਤਾਂ ਇਨਸਾਨ ਦੇ ਜੀਵਨ 'ਚ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦਾ ਅੰਧੇਰਾ ਛਾਇਆ ਹੋਇਆ ਹੈ। ਜਿੱਦਾਂ ਬੰਦਾ ਕਹਿ ਦਿੰਦਾ ਨਾ, ਮੇਰੇ ਜੀਵਨ ਜਿੰਨੀਆਂ ਚਿੰਤਾਵਾਂ, ਇੰਨੇ ਦੁੱਖ ਹੈ ਕਿ ਮੈਨੂੰ ਕੋਈ ਖੁਸ਼ੀ ਦੀ ਕਿਰਨ ਨਜ਼ਰ ਆਉਂਦੀ ਨਹੀਂ ਹੈ, ਮੈਨੂੰ ਕੋਈ ਖੁਸ਼ੀ ਦਾ ਪ੍ਰਕਾਸ਼ ਨਜ਼ਰ ਆਉਂਦਾ ਹੀ ਨਹੀਂ ਹੈ, ਹਰ ਪਾਸੇ ਮੈਨੂੰ ਦੁੱਖ ਹੀ ਦੁੱਖ ਨਜ਼ਰ ਆ ਰਹੇ ਹੈ। ਹੁਣ ਅਗਰ ਇਨਸਾਨ ਦੇ ਜੀਵਨ 'ਚ ਦੁੱਖ ਵੀ ਹੈ, ਅਗਰ ਇਨਸਾਨ ਦੇ ਜੀਵਨ 'ਚ ਚਿੰਤਾ ਵੀ ਹੈ ਔਰ ਇਨਸਾਨ ਦੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਵੀ ਹੈ, ਤਾਂ ਫਿਰ ਇਹਨਾਂ ਦੁੱਖਾਂ ਇਹਨਾਂ ਪਰੇਸ਼ਾਨੀਆਂ ਤੋਂ ਇਨਸਾਨ ਬਚ ਕੇ ਜਾ ਸਕਦਾ ਹੈ, ਜਾਂ ਕਿਸ ਤਰ੍ਹਾਂ ਇਨਸਾਨ ਆਪਣੇ ਜੀਵਨ ਦੇ ਇਹਨਾਂ ਦੁੱਖਾਂ ਦਰਦਾਂ ਪਰੇਸ਼ਾਨੀਆਂ ਦੇ ਅੰਧੇਰੇ ਨੂੰ ਦੂਰ ਕਰ ਸਕਦਾ ਹੈ, ਉਹਦੇ ਬਾਰੇ ਹੀ ਇਹ ਸੰਤ ਦਾਦੂ ਆਪਣੀ ਬਾਣੀ 'ਚ ਦੱਸ ਰਹੇ ਹੈ। ਔਰ ਅਗਰ ਇਹਨੂੰ ਸਮਝ ਲਵਾਂਗੇ ਨਾ ਅਸੀਂ, ਤਾਂ ਸਾਡੇ ਜੀਵਨ ਦੇ ਵਿੱਚ ਵੀ ਦੁੱਖ ਦਰਦ ਚਿੰਤਾ ਜਰਾ ਸਮਝ ਲੈਣਾ ਸਾਰਿਆਂ ਨੇ। ਕਿਉਂਕਿ ਚਿੰਤਾ ਹੁੰਦੀ ਹੈ ਕਿ ਨਹੀਂ ਬੰਦੇ ਨੂੰ, ਆਪਣੀ ਸਿਹਤ ਨੂੰ ਲੈ ਕੇ, ਆਪਣੇ ਕਾਰੋਬਾਰ ਨੂੰ ਲੈ ਕੇ, ਆਪਣੇ ਫਿਊਚਰ ਨੂੰ ਲੈ ਕੇ, ਫਿਊਚਰ ਯਾਨੀ ਆਉਣ ਵਾਲੇ ਸਮੇਂ ਨੂੰ ਲੈ ਕੇ, ਕੀ ਬਣੇਗਾ ਕੀ ਹੋਏਗਾ, ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਲੈ ਕੇ ਇਨਸਾਨ ਹਰ ਵੇਲੇ ਦਿਨ ਰਾਤ ਚਿੰਤਾ 'ਚ ਰਹਿੰਦਾ ਹੈ। ਔਰ ਦਰਦ ਤੁਸੀਂ ਸਮਝਦੇ ਹੋ ਕਿ ਜਦੋਂ ਜੀਵਨ ਦੇ ਵਿੱਚ ਇਨਸਾਨ ਦੇ ਜਿਸਮ ਦੇ ਅੰਦਰ ਕੋਈ ਪੀੜਾ ਉੱਠਦੀ ਹੈ ਤਾਂ ਕਿਤੇ ਨਾ ਕਿਤੇ ਕੋਈ ਦਰਦ ਵੀ ਰਹਿੰਦਾ ਹੈ। ਇੱਕ ਸਰੀਰ ਦਾ ਦਰਦ ਹੁੰਦਾ ਹੈ ਤਾਂ ਇੱਕ ਸਰੀਰ ਨੂੰ ਕੋਈ ਦਰਦ ਨਹੀਂ ਹੁੰਦਾ, ਪਰ ਉਹ ਇਨਸਾਨ ਨੂੰ ਨਾ ਇੱਕ ਚਿੰਤਾ ਹੀ ਐਸਾ ਦਰਦ ਦਿੰਦੀ ਹੈ ਕਿ ਬੰਦਾ ਸਾਰੀ ਰਾਤ ਸੋ ਨਹੀਂ ਪਾਉਂਦਾ। ਉਹ ਕਹਿੰਦੇ ਹਰ ਪ੍ਰਕਾਰ ਦਾ ਦਰਦ, ਚਾਹੇ ਉਹ ਸਰੀਰਕ ਹੋਵੇ ਚਾਹੇ ਮਾਨਸਿਕ ਹੋਵੇ। ਹੁਣ ਇਹ ਕਿੱਦਾਂ ਦੂਰ ਹੋ ਸਕਦਾ ਹੈ, ਉਹਦੇ ਬਾਰੇ ਦੱਸਦੇ ਹੈ ਕਿ ਦੁੱਖ ਦਰਦ ਚਿੰਤਾ ਘਨੀ ਰਹਾ ਅੰਧੇਰਾ ਛਾਏ, ਕਿ ਇਹ ਦੁੱਖ ਦਰਦ ਚਿੰਤਾ ਦਾ ਚਾਰੋਂ ਤਰਫ ਅੰਧੇਰਾ ਛਾਇਆ ਹੋਇਆ ਹੈ।
ਹੁਣ ਅਗਰ ਤੂੰ ਇਹ ਦੁੱਖ ਦਰਦ ਚਿੰਤਾ ਦੇ ਅੰਧੇਰੇ ਚੋਂ ਬਚਣਾ ਚਾਹੁੰਦਾ ਹੈ, ਇਹਨੂੰ ਖਤਮ ਕਰਨਾ ਚਾਹੁੰਦਾ ਹੈ, ਤਾਂ ਫਿਰ ਤੈਨੂੰ ਕਿੱਥੇ ਜਾਣ ਦੀ ਲੋੜ ਹੈ, ਤੈਨੂੰ ਕੀ ਕਰਨ ਦੀ ਜ਼ਰੂਰਤ ਹੈ। ਹੁਣ ਜ਼ਰਾ ਸਮਝਣਾ। ਹੁਣ ਫਰਜ਼ ਕਰੋ ਇੱਕ ਸਵਾਲ ਪੁੱਛਦੇ ਹਾਂ ਤੁਹਾਨੂੰ ਕਿ ਅਗਰ ਤੁਹਾਡੇ ਘਰ 'ਚ ਅੰਧੇਰਾ ਹੈ, ਫਰਜ਼ ਕਰੋ ਅਮਾਵਸਿਆ ਦੀ ਰਾਤ ਹੈ ਔਰ ਅੰਧੇਰਾ ਬਹੁਤ ਹੈ, ਤਾਂ ਫਿਰ ਉਸ ਅੰਧੇਰੇ ਨੂੰ ਦੂਰ ਕਰਨ ਵਾਸਤੇ ਤੁਸੀਂ ਕੀ ਕਰਦੇ ਹੋ? ਜਵਾਬ ਦੇ ਦਿਓ। ਬੜਾ ਸੌਖਾ ਜਿਹਾ ਸਵਾਲ ਹੈ ਕਿ ਬੱਚਾ ਵੀ ਦੱਸ ਸਕਦਾ ਹੈ। ਜੇ ਕਮਰੇ 'ਚ ਅੰਧੇਰਾ ਹੋਵੇ ਜਾਂ ਲਾਈਟ ਚਲੀ ਜਾਵੇ, ਤੁਸੀਂ ਕਰਦੇ ਕੀ ਹੋ ਫਿਰ? ਜਵਾਬ ਦੇ ਦਿਓ। ਅੱਜ ਸਿਰਫ ਸਤਸੰਗ ਸੁਣਨਾ ਨਹੀਂ, ਨਾਲ ਨਾਲ ਜਵਾਬ ਵੀ ਦੇਣਾ। ਤੁਸੀਂ ਮਜ਼ਾ ਫੇਰ ਆਉਂਦਾ ਹੈ। ਨਹੀਂ ਤਾਂ ਜੇ ਸੁਣੀ ਜਾਓ ਨਾ, ਸੁਣਦੇ ਫਿਰ ਕਈ ਵਾਰ ਝੋਕਾਂ ਵੀ ਆਉਂਦੀਆਂ ਲੱਗ, ਫਿਰ ਪਤਾ ਨਹੀਂ ਲੱਗਦਾ ਬੰਦਾ ਸਤਸੰਗ ਸੁਣ ਰਿਹਾ ਜਾਂ ਆਪਣੇ ਸੁਪਨਿਆਂ 'ਚ ਹੀ ਖੋਇਆ ਹੋਇਆ ਹੈ। ਤਾਂ ਬਾਅਦ 'ਚੋਂ ਬੰਦਾ ਪਤਾ ਕੀ ਕਹਿੰਦਾ, ਅੱਛਾ ਸਤਸੰਗ ਖਤਮ ਹੀ ਹੋ ਗਿਆ, ਮੈਨੂੰ ਪਤਾ ਨਹੀਂ ਲੱਗਾ। ਪਰ ਇੱਥੇ ਅਸੀਂ ਸੌਣ ਨਹੀਂ ਆਏ, ਇੱਥੇ ਅਸੀਂ ਆਏ ਹਾਂ ਇਸ ਲਈ ਕਿ ਸਾਡੇ ਜੀਵਨ 'ਚ ਕੁਝ ਬਦਲਾਅ ਆਵੇ। ਅਸੀਂ ਕੁਝ ਐਸਾ ਸਮਝ ਕੇ ਜਾਈਏ ਕਿ ਸਾਡੇ ਜੀਵਨ 'ਚ ਵੀ ਅਗਰ ਦੁੱਖ ਪਰੇਸ਼ਾਨੀ ਚਿੰਤਾ ਦਾ ਅੰਧੇਰਾ ਹੈ ਤਾਂ ਉਹਨੂੰ ਅਸੀਂ ਕਿੱਦਾਂ ਖਤਮ ਕਰ ਸਕਦੇ ਹਾਂ। ਕਿਉਂਕਿ ਪ੍ਰਮਾਤਮਾ ਉਹ ਪ੍ਰਭੂ ਦਾ ਫਰਮਾਨ ਹੈ, ਅਗਰ ਤੇਰੇ ਜੀਵਨ 'ਚ ਦੁੱਖ ਹੈ ਦਰਦ ਹੈ ਤਾਂ ਹਰ ਚੀਜ਼ ਦਾ ਹੱਲ ਵੀ ਹੈ। ਪਰ ਐ ਪਿਆਰਿਆ, ਤੂੰ ਉਹਨੂੰ ਸਮਝਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦਾ। ਤੂੰ ਦੁੱਖਾਂ ਦਾ ਰੋਣਾ ਰੋਣ ਵਿੱਚ ਹੀ ਦਿਨ ਰਾਤ ਇੰਨਾ ਲੱਗਾ ਰਹਿੰਦਾ ਹੈ, ਮਸਰੂਫ ਰਹਿੰਦਾ ਹੈ ਕਿ ਤੂੰ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੀ ਨਹੀਂ ਹੈ। ਏਦਾਂ ਹੀ ਸਮਝ ਲਓ ਕਿ ਕਿਸੇ ਬੰਦੇ ਦੇ ਪੇਟ 'ਚ ਦਰਦ ਹੋਵੇ, ਹੁਣ ਉਹ ਪੇਟ ਦਰਦ ਨੂੰ ਲੈ ਕੇ ਰੋਈ ਜਾਵੇ, ਹਾਏ ਮੇਰਾ ਪੇਟ ਦਰਦ ਹੈ, ਮੈਨੂੰ ਪੇਟ 'ਚ ਬੜੀ ਤਕਲੀਫ ਹੈ, ਮੇਰਾ ਪੇਟ ਬੜਾ ਦਰਦ ਕਰ ਰਿਹਾ, ਮੇਰੇ ਤੋਂ ਦਰਦ ਬਰਦਾਸ਼ਤ ਨਹੀਂ ਹੋ ਰਹੀ। ਉਹ ਬੈਠਾ ਰੋਈ ਜਾਂਦਾ ਹੈ। ਤਾਂ ਹੁਣ ਰੋਈ ਜਾਣ ਨਾਲ ਉਹਦਾ ਦਰਦ ਦੂਰ ਨਹੀਂ ਹੋਣਾ। ਜਿਹੜਾ ਸਮਝਦਾਰ ਹੋਏਗਾ ਉਹ ਕਹੇਗਾ ਠੀਕ ਹੈ ਦਰਦ ਹੈ, ਤਾਂ ਜੇ ਦਰਦ ਹੈ ਤਾਂ ਇਹਦਾ ਇਲਾਜ ਵੀ ਕਿਤੇ ਹੋਏਗਾ। ਆ ਰੋ ਕੇ ਹਾਏ ਹਾਏ ਕਰਕੇ ਜਿਹੜਾ ਮੈਂ ਸਮਾਂ ਖਰਾਬ ਕਰਨਾ ਹੈ, ਤੜਫਣਾ ਹੈ, ਉੱਠਾਂ ਔਰ ਇਹ ਦਰਦ ਦਾ ਇਲਾਜ ਲੱਭਾਂ। ਹੁਣ ਜਿਹੜਾ ਇਨਸਾਨ ਦਰਦ ਦਾ ਹੱਲ ਲੱਭਣ ਦੀ ਵਾਸਤੇ ਕਦਮ ਵਧਾਉਂਦਾ, ਉਹਨੂੰ ਹੱਲ ਮਿਲਦਾ ਤਾਂ ਜਲਦੀ ਦਰਦ ਤੋਂ ਮੁਕਤੀ ਵੀ, ਜਵਾਬ ਦੇ ਦਿਓ, ਮਿਲ ਜਾਂਦੀ ਹੈ ਕਿ ਨਹੀਂ? ਹੁਣ ਚਾਹੇ ਰਾਤ ਅੱਧੀ ਹੋਵੇ, ਅੱਧੀ ਰਾਤ ਨੂੰ ਤੁਸੀਂ ਕੋਈ ਪੀੜਾ ਆ ਗਈ ਤਾਂ ਸਾਰੀ ਰਾਤ ਤੜਫ ਕੇ ਵੀ ਗੁਜ਼ਾਰ ਸਕਦੇ ਹੋ। ਤਾਂ ਸਮਝਦਾਰ ਬੰਦਾ ਕਹੋ ਗੱਡੀ ਕੱਢੋ, ਚੱਲਦੇ ਆ ਕਿਸੇ ਹਸਪੀਟਲ, ਡਾਕਟਰ ਕੋਲ ਇੰਜੈਕਸ਼ਨ ਲਵਾਉਂਦੇ ਤਾਂ ਕਿ ਦਰਦ ਦੂਰ ਹੋਵੇ। ਯਾਨੀ ਦੱਸਣਾ ਕੀ ਚਾਹੁੰਦੇ ਆ, ਸਮਝਦਾਰ ਇਨਸਾਨ ਉਹ ਹੈ ਕਿ ਅਗਰ ਉਹ ਪ੍ਰੋਬਲਮ ਆ ਗਈ ਤਾਂ ਰੋਣ ਵਿੱਚ, ਚਿੰਤਾ ਕਰਨ ਵਿੱਚ, ਪਛਤਾਣ ਵਿੱਚ ਟਾਈਮ ਨਹੀਂ ਖਰਾਬ ਕਰਦਾ, ਬਲਕਿ ਉਹ ਕਹਿੰਦਾ ਦਰਦ ਆਈ ਤੇ ਇਹਦਾ ਹੱਲ ਕਰਾਂ ਤਾਂ ਕਿ ਜਲਦੀ ਇਸ ਦਰਦ ਤੋਂ ਮੁਕਤ ਹੋਵਾਂ। ਇਸ ਲਈ ਅਗਰ ਇਨਸਾਨ ਦੇ ਜੀਵਨ ਦੇ ਵਿੱਚ ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਦਾ ਅੰਧੇਰਾ ਹੈ ਤਾਂ ਉਹਨੂੰ ਦੂਰ ਕਰਨ ਦਾ ਹੱਲ ਵੀ ਪ੍ਰਮਾਤਮਾ ਨੇ, ਕਹਿ ਦਿਓ, ਰੱਖਿਆ ਹੋਇਆ ਹੈ। ਸਮਝਦੇ ਹੋ ਕਿ ਨਹੀਂ? ਪਰ ਜੇ ਬੰਦਾ ਹੀ ਉਹਦੀ ਤਲਾਸ਼ ਨਾ ਕਰੇ, ਬੰਦਾ ਹੀ ਆਪਣੀ ਕਿਸਮਤ ਨੂੰ ਕੋਸੀ ਜਾਵੇ, ਆਪਣੇ ਦੁੱਖਾਂ ਦਾ ਰੋਣਾ ਰੋਈ ਜਾਵੇ, ਮੇਰੀ ਤਾਂ ਕਿਸਮਤ ਹੀ ਮਾੜੀ ਹੈ ਤਾਂ ਇਹ ਦੁੱਖ ਹੈ, ਜਾਂ ਆ ਫਲਾਨਾ ਕੋਈ ਮੇਰੇ ਤੇ ਕੁਛ ਕਰ ਰਿਹਾ ਤਾਂ ਮੈਂ ਦੁਖੀ ਹਾਂ, ਯਾਨੀ ਬੰਦਾ ਦੂਜਿਆਂ ਨੂੰ ਦੋਸ਼ ਦੇਣ ਵਿੱਚ ਹੀ, ਉਹ ਦੁੱਖਾਂ ਦਾ ਰੋਣਾ ਰੋਣ ਵਿੱਚ ਹੀ, ਆਪਣੀ ਕਿਸਮਤ ਨੂੰ ਦੋਸ਼ ਦੇਣ ਵਿੱਚ, ਆਪਣੇ ਰੱਬ ਨੂੰ, ਪਰਮਾਤਮਾ ਪ੍ਰਭੂ ਨੂੰ ਦੋਸ਼ ਦੇਣ ਵਿੱਚ ਵੀ ਆਪਣਾ ਟਾਈਮ ਖਰਾਬ ਕਰ ਸਕਦਾ ਹੈ। ਤਾਂ ਸਮਝਦਾਰ ਕੀ ਕਹੇਗਾ, ਜੇ ਦੁੱਖ ਆ ਗਿਆ ਤਾਂ ਕਿਸੇ ਨੂੰ ਦੋਸ਼ ਦੇਣ ਨਾਲ ਦੁੱਖ ਦੂਰ ਨਹੀਂ ਹੋ ਜਾਣਾ, ਇਹਦਾ ਹੱਲ ਮੈਨੂੰ ਕਰਨਾ ਪੈਣਾ। ਜੇ ਦਰਦ ਮੇਰੇ ਹੈ ਤਾਂ ਹੱਲ ਵੀ ਮੈਨੂੰ ਹੀ ਕਰਨਾ ਪੈਣਾ ਹੈ। ਜੇ ਜਾਲ ਵਿੱਚ ਮੈਂ ਫਸਿਆ ਹਾਂ ਦੁੱਖਾਂ ਪਰੇਸ਼ਾਨੀਆਂ ਦੇ, ਤੇ ਚੋਂ ਨਿਕਲਣਾ ਵੀ ਮੈਨੂੰ ਹੀ ਪੈਣਾ ਹੈ ਔਰ ਉਹਦੀ ਖਾਤਰ ਕਦਮ ਵੀ ਮੈਨੂੰ ਹੀ ਉਠਾਣਾ ਪੈਣਾ ਹੈ। ਮੈਨੂੰ ਹੀ ਕੁਝ ਐਸਾ ਕਰਨਾ ਪੈਣਾ ਹੈ ਕਿ ਮੇਰੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣ। ਔਰ ਉਹ ਕਿੱਦਾਂ ਹੋਣੇ ਹੈ? ਤਾਂ ਹੀ ਕਿਹਾ ਕਿ ਥੋੜਾ ਜਵਾਬ ਦੇਣਾ ਤੁਸੀਂ ਕਿ ਹੁਣ ਆ ਜਾਈਏ ਸਵਾਲ ਤੇ, ਅਗਰ ਘਰ ਦੇ ਵਿੱਚ ਹਨੇਰਾ ਹੋਵੇ ਤਾਂ ਫਿਰ ਤੁਸੀਂ ਹਨੇਰੇ ਨੂੰ ਦੂਰ ਕਰਨ ਨੂੰ ਕੀ ਕਰਦੇ ਹੋ? ਜਵਾਬ ਦੇ ਦਿਓ। ਲਾਈਟ ਜਗਾਉਂਦੇ ਹੋ, ਲਾਈਟ ਗਈ ਹੋਈ ਹੈ, ਫਿਰ ਕੀ ਕਰੋਗੇ? ਫਿਰ ਬੈਠੇ ਰਹੋਗੇ ਹਨੇਰੇ 'ਚ। ਸਮਝ ਲਓ ਬਰਸਾਤ ਹੋ ਰਹੀ ਹੈ, ਹਨੇਰੀ ਚੱਲ ਰਹੀ ਹੈ, ਪੇੜ ਗਿਰੇ ਹੋਏ ਹੈ, ਪਿੱਛੋਂ ਬਿਜਲੀ ਘਰ 'ਚੋਂ ਹੀ ਲਾਈਟ ਬੰਦ ਕੀਤੀ ਉਹਨਾਂ ਨੇ। ਹੁਣ ਤੁਸੀਂ ਕੀ ਕਰੋਗੇ? ਅੰਧੇਰੇ 'ਚ ਬੈਠੇ ਰਹੋਗੇ ਜਾਂ ਕੁਝ ਹੋਰ ਹੱਲ ਲੱਭੋਗੇ? ਫਿਰ ਕੀ ਕਰੋਗੇ? ਮੋਮਬੱਤੀ ਬਾਲੋਗੇ, ਦੀਵਾ ਬਾਲੋਗੇ? ਯਾਨੀ ਪਤਾ ਹੈ ਕਿ ਜੇ ਅੰਧੇਰਾ ਹੈ ਤਾਂ ਅੰਧੇਰੇ 'ਚ ਬੈਠਣ ਦੀ ਲੋੜ ਨਹੀਂ ਹੈ, ਹੱਲ ਹੈ। ਚਾਹੇ ਤਾਂ ਮੋਮਬੱਤੀ ਜਗਾਓ, ਕੈਂਡਲ ਜਗਾਓ, ਜਾਂ ਦੀਵਾ ਜਗਾਓ, ਚਿਰਾਗ ਜਗਾਓ, ਕੁਛ ਨਾ ਕੁਛ ਕਰੋ, ਟਾਰਚ ਜਗਾਓ, ਮੋਬਾਈਲ ਦੀ ਲਾਈਟ ਹੀ ਜਗਾ ਲਓ, ਕੁਛ ਤਾਂ ਕਰੋ ਜਿਹਦੇ ਨਾਲ ਅੰਧੇਰਾ। ਤਾਂ ਫਿਰ ਇੱਥੇ ਵੀ ਅਸੀਂ ਕੁਛ ਕਰਨਾ ਹੈ। ਅਗਰ ਸਾਡੇ ਜੀਵਨ 'ਚ ਦੁੱਖ ਹੈ, ਦਰਦ ਹੈ, ਚਿੰਤਾ, ਤਾਂ ਘਰ ਹੀ ਨਾ ਹਰ ਵੇਲੇ ਰੋਈ ਜਾਓ, ਹਾਏ ਮੇਰੀ ਕਿਸਮਤ ਮਾੜੀ। ਇਹਦਾ ਮਤਲਬ ਹੈ ਜੇ ਮੈਂ ਚਾਹੁੰਦਾ ਮੇਰੇ ਜੀਵਨ 'ਚ ਖੁਸ਼ੀਆਂ ਦਾ ਪ੍ਰਕਾਸ਼ ਆਵੇ ਤਾਂ ਮੈਨੂੰ ਵੀ ਕੁਛ ਨਾ ਕੁਛ ਕਦਮ ਤਾਂ ਉਠਾਣਾ ਹੀ ਪੈਣਾ ਹੈ। ਹੁਣ ਗੱਲ ਇਹ ਹੈ ਕਿ ਜਦੋਂ ਘਰ ਦੇ ਵਿੱਚ ਉਦਾਂ ਹਨੇਰਾ ਹੋਵੇ, ਜਿੱਦਾਂ ਦੱਸਿਆ ਇਹ ਰਾਤ ਅੰਧੇਰੀ, ਲਾਈਟ ਚਲੀ ਗਈ,
ਜੇ ਘਰ 'ਚ ਇਦਾਂ ਅੰਧੇਰਾ ਹੋਵੇ ਤਾਂ ਆਪਸ਼ਨ ਇਨਸਾਨ ਦੇ ਕੋਲ ਹੈ, ਮੋਮਬੱਤੀ ਜਗਾਵੇ, ਟਾਰਚ ਜਗਾਵੇ, ਜਾਂ ਦੀਵਾ ਜਗਾਵੇ ਤੇਲ ਪਾ ਕੇ, ਜਾਂ ਫਿਰ ਮੋਬਾਈਲ ਦੇ ਪਿੱਛੇ ਫਲੈਸ਼ ਲਾਈਟ ਹੁੰਦੀ ਬੰਦਾ ਉਹਨੂੰ ਜਗਾਵੇ। ਯਾਨੀ ਆਪਸ਼ਨ ਹੈ ਬੰਦੇ ਕੋਲ। ਪਰ ਹੁਣ ਜਦੋਂ ਜੀਵਨ ਦੇ ਵਿੱਚ ਚਿੰਤਾ, ਦੁੱਖ, ਦਰਦ ਦਾ ਅੰਧੇਰਾ ਹੋਵੇ ਤਾਂ ਫਿਰ ਬੰਦਾ ਕਿੱਦਾਂ ਉਹਨੂੰ ਦੂਰ ਕਰੇ? ਉਹ ਕਿਹੜੀ ਲਾਈਟ ਹੈ ਜਿਹੜੀ ਬੰਦਾ ਜਗਾਵੇ? ਕਿਉਂਕਿ ਜੇ ਬੰਦੇ ਦੇ ਹੱਥ 'ਚ ਹੋਵੇ ਤਾਂ ਫਿਰ ਬੰਦਾ ਕਦੀ ਦੁਖੀ ਹੋਵੇ ਹੀ ਨਾ। ਜਿੱਦਾਂ ਹੁਣ ਘਰ ਦਾ ਅੰਧੇਰਾ ਦੂਰ ਕਰਨ ਦੀ ਲਾਈਟ ਬੰਦੇ ਦੇ ਹੱਥ 'ਚ ਹੈ, ਯਾਨੀ ਉਹ ਕੈਂਡਲ, ਉਹ ਮੋਮਬੱਤੀ, ਉਹ ਚਿਰਾਗ ਬੰਦੇ ਦੇ ਕੋਲ ਹੈ। ਜਦੋਂ ਮਰਜੀ ਵੀ ਟਾਰਚ ਦਾ ਬਟਨ ਔਨ ਕਰੇ, ਲਾਈਟ ਜਗਾ ਲਾਵੇ। ਪਰ ਜੇ ਜੀਵਨ ਦੇ ਵਿੱਚ ਦੁੱਖਾਂ ਦਾ ਅੰਧੇਰਾ ਹੈ, ਜੇ ਜੀਵਨ ਦੇ ਵਿੱਚ ਚਿੰਤਾਵਾਂ ਦਾ ਅੰਧੇਰਾ ਹੈ, ਤਾਂ ਜੇ ਹੁਣ ਉਹਦਾ ਬਟਨ ਵੀ ਕਿਤੇ ਬੰਦੇ ਕੋ ਹੋਵੇ ਤਾਂ ਬੰਦਾ ਦੁਖੀ ਕਦੀ ਹੋਵੇ ਹੀ ਨਾ। ਜਰਾ ਸਮਝਣਾ ਸਾਰਿਆਂ ਨੂੰ, ਪੜ ਕੇ ਰੱਖੋ ਜਰਾ। ਕੋਈ ਨਹੀਂ, ਮਹਿਬੂਬ ਦੇ ਕੋਲ ਆ ਕੇ ਡੰਡੇ ਖਾਣੇ ਹੀ ਪੈਂਦੇ। ਸਮਝਦੇ ਹੋ? ਕਹਿੰਦੇ ਮਹਿਬੂਬ ਦੇ ਕੋਲ ਆਣਾ ਹੋਵੇ ਨਾ ਤਾਂ ਡੰਡੇ ਖਾਣੇ ਹੀ ਪੈਂਦੇ, ਫੇਰ ਹੀ ਨਜ਼ਾਰਾ ਮਿਲਦਾ ਹੈ। ਸੋ ਗੱਲ ਚੱਲ ਰਹੀ ਸੀ ਕਿ ਅਗਰ ਦਰਦ, ਦੁੱਖ, ਤਕਲੀਫ, ਪਰੇਸ਼ਾਨੀ, ਇਹਦਾ ਅੰਧੇਰਾ ਸਾਡੇ ਜੀਵਨ 'ਚ ਹੈ ਤਾਂ ਇਹਦਾ ਮਤਲਬ ਹੈ ਕਿ ਇਹਦਾ ਵੀ ਕਿਤੇ ਨਾ ਕਿਤੇ ਹੱਲ ਹੈ, ਪਰ ਉਹ ਹੱਲ ਲੱਭਣ ਵਾਸਤੇ ਸਾਨੂੰ ਜਾਣਾ ਪੈਣਾ ਹੈ। ਇਹਨੂੰ ਇਦਾਂ ਵੀ ਸਮਝ ਸਕਦੇ ਆ, ਜੇ ਘਰ ਦੇ ਵਿੱਚ ਟਾਰਚ ਨਾ ਹੋਵੇ, ਘਰ 'ਚ ਮੋਮਬੱਤੀ ਨਾ ਹੋਵੇ, ਤਾਂ ਬੰਦਾ ਉਹ ਲੈਣ ਵਾਸਤੇ ਉੱਥੇ ਜਾਂਦਾ ਹੈ ਜਿੱਥੇ ਉਹ ਚੀਜ਼ ਹੁੰਦੀ ਹੈ ਕਿ ਭਾਈ ਮੇਰੇ ਘਰ 'ਚ ਖਤਮ ਹੋ ਗਈ, ਉੱਥੋਂ ਲਿਆਓ ਜਾ ਕੇ। ਹੁਣ ਇਸੇ ਤਰ੍ਹਾਂ ਅਗਰ ਸਾਡੇ ਜੀਵਨ 'ਚ ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਦਾ ਅੰਧੇਰਾ ਹੈ ਤਾਂ ਫਿਰ ਉਹ ਅੰਧੇਰਾ ਦੂਰ ਕਿੱਦਾਂ ਹੋਏਗਾ? ਸਾਨੂੰ ਕਿੱਥੇ ਜਾਣਾ ਪਏਗਾ? ਕੀ ਐਸਾ ਕਰਨਾ ਪਏਗਾ ਕਿ ਸਾਡੇ ਦੁੱਖਾਂ ਦਾ ਅੰਧੇਰਾ ਦੂਰ ਹੋ ਜਾਵੇ? ਤਾਂ ਉਹਦੇ ਬਾਰੇ ਸੰਤ ਦਾਦੂ ਦੱਸਦੇ ਆ ਕਿ ਦੁੱਖ, ਦਰਦ, ਚਿੰਤਾ ਘਨੀ ਰਹਾ ਅੰਧੇਰਾ ਛਾਏ। ਹੁਣ ਅਗਲੀ ਲਾਈਨ ਦੇਖੋ ਕਿੰਨੀ ਪਿਆਰੀ ਹੈ ਕਿ ਦੁੱਖ, ਦਰਦ, ਚਿੰਤਾ ਘਨੀ ਰਹਾ ਅੰਧੇਰਾ ਛਾਏ, ਸਾਹਸ, ਪ੍ਰੇਮ, ਵਿਸ਼ਵਾਸ ਕਾ ਸਤਿਗੁਰ ਦੀਆ ਜਗਾਏ। ਕਹਿੰਦੇ ਦੀਵਾ ਅੰਦਰ ਅਗਰ ਦੁੱਖ ਹੈ, ਦਰਦ ਹੈ, ਚਿੰਤਾ ਹੈ, ਤਾਂ ਚਿੰਤਾ ਕਦੋਂ ਹੁੰਦੀ ਹੈ? ਦੁੱਖ ਕਦੋਂ ਹੁੰਦਾ ਹੈ? ਦੁਖੀ ਬੰਦਾ ਕਦੋਂ ਹੁੰਦਾ ਹੈ? ਆਉਣ ਵਾਲੇ ਕੱਲ ਦੀ ਫਿਕਰ ਬੰਦੇ ਨੂੰ ਕਦੋਂ ਹੁੰਦੀ ਹੈ? ਜਿੱਦਾਂ ਦੱਸਿਆ ਨਾ, ਚਿੰਤਾ ਮੇਰਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਇਹ ਉਹਨਾਂ ਨੂੰ ਚਿੰਤਾ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਆਪਣੇ ਰੱਬ ਦਾ ਵਿਸ਼ਵਾਸ ਨਹੀਂ ਹੁੰਦਾ। ਕਿਉਂਕਿ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਆਪਣੇ ਮਾਲਿਕ ਤੇ, ਉਹ ਫਿਰ ਕੱਲ ਦੀ ਚਿੰਤਾ ਨਹੀਂ ਕਰਦੇ ਕੀ ਬਣੇਗਾ। ਉਹ ਇੱਕੋ ਹੀ ਗੱਲ ਦਾ ਵਿਸ਼ਵਾਸ ਕਰਦੇ ਹੈ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ, ਉਹਨੇ ਮੇਰੀ ਬਾਹ ਫੜੀ ਹੋਈ ਹੈ, ਤਾਂ ਕੱਲ ਮਾੜਾ ਕਦੀ ਹੋ ਹੀ ਨਹੀਂ ਸਕਦਾ। ਜੋ ਹੋਏਗਾ ਅੱਛਾ ਹੀ ਹੋਏਗਾ। ਫਿਰ ਉਹ ਚਿੰਤਾ ਕਰਕੇ ਦੁਖੀ ਨਹੀਂ ਹੋਏਗਾ, ਕਿਉਂਕਿ ਜਿਹਨੂੰ ਰੱਬ ਤੇ ਵਿਸ਼ਵਾਸ ਹੁੰਦਾ ਉਹ ਫਿਕਰ ਨਹੀਂ ਕਰਦਾ। ਜਿੱਦਾਂ ਅਸੀਂ ਕਈ ਵਾਰ ਕਹੀਦਾ ਨਾ ਕਿ ਆਉਣ ਵਾਲਾ ਕੱਲ ਕਿਹਦੇ ਹੱਥ 'ਚ ਹੈ, ਬੰਦਾ ਕਹਿੰਦਾ ਰੱਬ ਦੇ ਹੱਥ 'ਚ, ਪਰਮਾਤਮਾ ਭਗਵਾਨ ਦੇ ਹੱਥ 'ਚ। ਤਾਂ ਫਿਰ ਜ਼ਰਾ ਸੋਚੋ, ਉਹ ਜਿਹੜੀ ਚੀਜ਼ ਉਹਦੇ ਹੱਥ 'ਚ ਹੋਵੇ, ਉਹ ਚੀਜ਼ ਤੇ ਸਾਨੂੰ ਡਰਨ ਦੀ ਲੋੜ ਹੈ ਜਾਂ ਖੁਸ਼ ਹੋਣ ਦੀ ਲੋੜ ਹੈ? ਬੰਦਾ ਕਹਿੰਦਾ ਮੇਰੇ ਮਾਲਿਕ ਦੇ ਹੱਥ 'ਚ ਜਿਹੜੀ ਚੀਜ਼ ਆ, ਮੇਰੇ ਵਾਸਤੇ ਮਾੜੀ ਕਦੀ ਹੋ ਹੀ ਨਹੀਂ ਸਕਦੀ, ਕਿਉਂਕਿ ਜਿਹੜੀ ਚੀਜ਼ ਮੇਰੇ ਪਿਤਾ ਦੇ ਹੱਥ 'ਚ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ, ਉਹ ਮੇਰੇ ਵਾਸਤੇ ਮਾੜੀ ਕਦੋਂ ਹੋ ਸਕਦੀ ਹੈ? ਪਰ ਇਹ ਇਨਸਾਨ ਦੀ ਸੋਚ। ਸਮਝਦੇ ਹੋ ਕਿ ਨਹੀਂ? ਇਹਨੂੰ ਇਦਾਂ ਸਮਝ ਲਓ, ਇੱਕ ਉਦਾਹਰਨ ਦੇ ਕੇ ਸਮਝਾਵਾਂਗੇ। ਇੱਕ ਬਾਪ ਆਪਣੇ ਬੱਚੇ ਵਾਸਤੇ ਗਿਫਟ ਲੈ ਕੇ ਆਇਆ। ਗਿਫਟ ਬੰਦ ਸੀ, ਪੈਕ ਸੀ, ਪਰ ਬੱਚਾ ਬੜਾ ਸ਼ੰਕਾਲੂ ਸੀ, ਸ਼ੰਕਾ ਕਰਨ ਵਾਲਾ। ਬਾਪ ਨੇ ਕਿਹਾ, ਬੇਟਾ ਤੇਰੇ ਵਾਸਤੇ ਆ ਗਿਫਟ ਹੈ, ਜਿਹੜਾ ਕੱਲ ਤੇਰਾ ਜਨਮ ਦਿਨ ਨਾ, ਕੱਲ ਨੂੰ ਦੇਣਾ ਤੈਨੂੰ। ਇਹਲੇ ਸਾਹਮਣੇ ਪਿਆ ਤੇਰੇ, ਹਾਲੇ ਖੋਲੀ ਨਾ। ਤਾਂ ਬੱਚਾ ਉਹਨੂੰ ਦੇਖ ਦੇਖ ਕੇ ਨਾ ਡਰੀ ਜਾਂਦਾ, ਕਿਤੇ ਸੱਪ ਨਾ ਹੋਵੇ ਵਿੱਚ, ਕਿਤੇ ਵਿੱਚੋਂ ਬਿੱਛੂ ਨਾ ਨਿਕਲਿਆ ਹੋਵੇ। ਉਹ ਸਾਰੀ ਰਾਤ ਸੌ ਨਹੀਂ ਪਾਉਂਦਾ, ਗਿਫਟ ਨੂੰ ਦੇਖੀ ਜਾਂਦਾ, ਖੋਲ ਸਕਦਾ ਨਹੀਂ, ਕਿਉਂਕਿ ਬਾਪ ਨੇ ਕੱਲ ਨੂੰ ਹੀ ਖੋਲਣਾ ਹੈ। ਹੁਣ ਸਾਰੀ ਰਾਤ ਡਰੀ ਜਾਂਦਾ ਹੈ, ਕਿਉਂਕਿ ਸ਼ੰਕਾਲੂ ਹੈ, ਡਰਪੋਕ ਹੈ ਬੱਚਾ। ਹਾਏ ਕਿਤੇ ਸੱਪ ਨਾ ਨਿਕਲਿਆ ਹੋਵੇ, ਕਿਤੇ ਭੂਤ ਨਾ ਹੋਵੇ ਇਹਦੇ 'ਚ, ਕਿਤੇ ਕੁਝ ਬੁਰਾ ਨਾ ਹੋਵੇ। ਸਾਰੀ ਰਾਤ ਬੱਚਾ ਸੌ ਨਹੀਂ ਪਾਉਂਦਾ, ਸਾਰੀ ਰਾਤ ਉਹਨੂੰ ਦੇਖ ਦੇਖ ਕੇ, ਉਹਦੇ ਬਾਰੇ ਸੋਚ ਸੋਚ ਕੇ, ਗਿਫਟ ਬਾਰੇ ਦੁਖੀ ਹੋਈ ਜਾਂਦਾ ਹੈ, ਡਰੀ ਜਾਂਦਾ ਹੈ। ਆਖਰ ਨਾ ਨੀਂਦ ਆਈ, ਨਾ ਸਕੂਨ ਮਿਲਿਆ, ਰਾਤ ਭਰ ਜਾਗਦਾ ਰਿਹਾ, ਟੈਨਸ਼ਨ ਰਹੀ। ਸਵੇਰ ਨੂੰ ਉੱਠਿਆ ਜਦੋਂ ਬਿਸਤਰ ਤੋਂ, ਬਾਪ ਆਇਆ, ਕਹਿੰਦਾ ਤੇਰੀਆਂ ਅੱਖਾਂ ਕਿਉਂ ਲਾਲ ਹੈ, ਗੱਲ ਕੀ ਹੈ? ਕਹਿੰਦਾ ਡੈਡੀ ਆ ਗਿਫਟ ਤੋਂ ਮੈਨੂੰ ਬੜਾ ਡਰ ਲੱਗਦਾ, ਪਤਾ ਨਹੀਂ ਇਹ 'ਚ ਕੀ ਹੈ। ਓਏ ਮੂਰਖਾ, ਮੈਂ ਲੈ ਕੇ ਆਇਆ ਤੇਰੇ ਵਾਸਤੇ, ਖੋਲ ਇਹਨੂੰ। ਜਦੋਂ ਉਹਨਾਂ ਖੋਲਿਆ ਤਾਂ ਵਿੱਚੋਂ ਉਹਦਾ ਮਨਪਸੰਦ ਖਿਡੌਣਾ ਨਿਕਲਿਆ। ਉਹ ਬੜਾ ਖੁਸ਼ ਹੋਇਆ, ਕਹਿੰਦਾ ਹੈ ਮੈਂ ਸਾਰੀ ਰਾਤ ਐਵੇਂ ਡਰਦਾ ਰਿਹਾ, ਉਹ ਇਹਦੇ 'ਚ ਤਾਂ ਮੇਰੀ ਮਨਪਸੰਦ ਚੀਜ਼ ਸੀ। ਅੱਜ ਬੰਦੇ ਦਾ ਹਾਲ ਵੀ ਬੱਚੇ ਵਾਲਾ ਹੀ ਹੈ। ਕਿਉਂ? ਕਿਉਂਕਿ ਆਉਣ ਵਾਲਾ ਕੱਲ ਬੰਦਾ ਖੋਲ ਕੇ ਪਹਿਲੇ ਨਹੀਂ ਦੇਖ ਸਕਦਾ, ਕਿਉਂਕਿ ਆਉਣ ਵਾਲਾ ਕੱਲ ਵੀ ਇੱਕ ਗਿਫਟ ਹੈ ਜੋ ਪ੍ਰਮਾਤਮਾ ਸਾਡੇ ਵਾਸਤੇ ਤਿਆਰ ਕਰ ਰਿਹਾ ਹੈ।
ਇਸੇ ਲਈ ਤਾਂ ਆਉਣ ਵਾਲੇ ਆਪਾਂ ਜਦੋਂ ਕੱਲ ਆਂਦਾ ਨਾ, ਜਦੋਂ ਆਂਦਾ ਤਾਂ ਸਵੇਰੇ ਅਸੀਂ ਉਹਨੂੰ ਕੀ ਕਹਿੰਦੇ ਆ? ਪ੍ਰੈਜ਼ੈਂਟ। ਪ੍ਰੈਜ਼ੈਂਟ ਦਾ ਮਤਲਬ ਹੁੰਦਾ ਤੋਹਫਾ, ਗਿਫਟ, ਕਿ ਰੱਬ ਨੇ ਸਾਨੂੰ ਕੀ ਕੀਤਾ ਹੈ। ਜਿੱਦਾਂ ਹੁਣ ਸਮਝ ਲਓ ਆਉਣ ਵਾਲਾ ਕੱਲ ਕੀ ਹੈ, ਇੱਕ ਤੁਹਾਡੇ ਵਾਸਤੇ ਇਦਾਂ ਦਾ ਗਿਫਟ ਹੈ ਜਿਹੜਾ ਹਾਲੇ ਖੁੱਲਾ ਨਹੀਂ ਹੈ, ਉਹ ਕੱਲ ਨੂੰ ਖੁੱਲਣਾ ਹੈ। ਸਮਝਦੇ ਹੋ ਕਿ ਨਹੀਂ? ਪਰ ਹੁਣ ਤੁਸੀਂ ਹੁਣੇ ਹੀ ਸੋਚੀ ਜਾਓ, ਕਿਤੇ ਕੱਲ ਸੱਪ ਨਾ ਹੋਵੇ ਇਹਦੇ ਚ, ਕਿਤੇ ਕੋਈ ਭੂਤ ਨਾ ਹੋਵੇ, ਉਹ ਰਾਤ ਨੂੰ ਸੋਵੋ ਹੀ ਨਾ, ਟੈਨਸ਼ਨ ਲਈ ਜਾਵੋ ਪਤਾ ਨਹੀਂ ਗਿਫਟ ਚੋਂ ਕੀ ਨਿਕਲਣਾ ਹੈ। ਤਾਂ ਇਹ ਤਾਂ ਫਿਰ ਮੂਰਖਤਾ ਹੈ ਕਿ ਪੁੱਛੇ ਬੰਦਾ ਇਹ ਲੈ ਕੇ ਕੌਣ ਆਇਆ ਹੈ। ਜੇ ਮੇਰਾ ਪਿਤਾ ਲੈ ਕੇ ਆਇਆ ਹੈ ਤੇ ਇਹਦੇ ਚ ਕੋਈ ਇਦਾਂ ਦੀ ਮਾੜੀ ਚੀਜ਼ ਹੋ ਹੀ ਨਹੀਂ ਸਕਦੀ ਜੋ ਮੈਨੂੰ। ਹੁਣ ਗਿਫਟ ਵਿੱਚ ਤਾਂ ਅੱਛਾ ਹੀ ਹੈ, ਪਰ ਮੈਂ ਸੋਚ ਕੇ ਆਪਣੇ ਸਾਰੀ ਜ਼ਿੰਦਗੀ ਨੂੰ, ਆਪਣੀ ਜਾਂ ਰਾਤ ਨੂੰ ਮੈਂ ਦੁੱਖਾਂ ਨਾਲ ਭਰ ਲੈਂਦਾ, ਆਪਣੇ ਜੀਵਨ ਨੂੰ ਮੈਂ ਨਰਕ ਬਣਾ ਲੈਂਦਾ। ਕਿਉਂ ਨਹੀਂ ਮੈਂ ਵਿਸ਼ਵਾਸ ਰੱਖਦਾ ਆਪਣੇ ਮਾਲਿਕ ਤੇ, ਆਪਣੇ ਰੱਬ ਤੇ, ਕਿ ਜਿਸਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਜਿਸਨੇ ਮੈਨੂੰ ਜੀਵਨ ਦਿੱਤਾ ਹੈ, ਅਗਰ ਉਹ ਮੇਰੇ ਨਾਲ ਹੈ ਤਾਂ ਮੇਰਾ ਮਾੜਾ ਕਦੀ ਕਹਿ ਦਿਓ ਕਿ ਇੰਨਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਇਸ ਲਈ ਵਿਸ਼ਵਾਸ ਦਾ ਦੀਵਾ ਆਪਣੇ ਅੰਦਰ ਜਗਾਉਣਾ ਬਹੁਤ ਹੀ, ਕਿਉਂਕਿ ਜਿਹਨਾਂ ਅੰਦਰ ਵਿਸ਼ਵਾਸ ਦਾ ਦੀਵਾ ਨਹੀਂ ਜਗਦਾ ਨਾ, ਉਹ ਪਲ ਪਲ ਦੁਖੀ ਹੋ ਕੇ ਚਿੰਤਾ ਦੇ ਵਿੱਚ ਆਪਣਾ ਪਲ ਪਲ ਗੁਜ਼ਾਰਦੇ ਆ ਤਾਂ ਜੀਵਨ ਦੁੱਖਾਂ ਨਾਲ ਭਰ ਲੈਂਦੇ ਆ। ਕਿਉਂਕਿ ਜਿੱਥੇ ਚਿੰਤਾ ਆ ਗਈ ਨਾ, ਉੱਥੇ ਹਮੇਸ਼ਾ ਦੁੱਖ ਹੀ ਹੁੰਦੇ, ਖੁਸ਼ੀ ਕਦੀ ਉੱਥੇ ਹੁੰਦੀ ਨਹੀਂ ਹੈ। ਔਰ ਚਿੰਤਾ ਨੂੰ ਦੂਰ ਕਰਨਾ ਹੈ, ਚਿੰਤਾ ਰੂਪੀ ਅੰਧੇਰੇ ਨੂੰ ਦੂਰ ਕਰਨਾ ਹੈ, ਤਾਂ ਵਿਸ਼ਵਾਸ ਦਾ ਦੀਵਾ ਬਾਲਣਾ ਬਹੁਤ ਹੀ। ਹੁਣ ਤੁਸੀਂ ਇਹਨੂੰ ਇਦਾਂ ਸਮਝੋ, ਕਿਸੇ ਸਫ਼ਰ ਤੇ ਤੁਸੀਂ ਕਿਸੇ ਅਣਜਾਣ ਨਾਲ ਜਾਓ ਜਿਹਨੂੰ ਤੁਸੀਂ ਜਾਣਦੇ ਨਹੀਂ ਹੋ, ਜਰਾ ਸਮਝ ਲੈਣਾ। ਤੁਹਾਨੂੰ ਉੱਤੇ ਵਿਸ਼ਵਾਸ ਨਹੀਂ ਹੈ, ਤੁਹਾਨੂੰ ਸ਼ੱਕ ਹੈ, ਤਾਂ ਤੁਹਾਨੂੰ ਉਹ ਸਫ਼ਰ 'ਚ ਚੈਨ ਆਏਗੀ? ਹਰ ਵੇਲੇ ਡਰ ਰਹੇਗਾ ਕਿਤੇ ਇੱਥੇ ਨਾ ਲੁੱਟ ਲਵੇ, ਕਿਤੇ ਇੱਥੇ ਨਾ ਚੋਰੀ ਕਰ ਲਵੇ ਕੁਝ। ਪਰ ਜੇ ਤੇ ਵਿਸ਼ਵਾਸ ਹੋਵੇ, ਉਹਦੇ ਨਾਲ ਸਫ਼ਰ ਕਰਨਾ ਹੋਵੇ, ਤਾਂ ਤੁਸੀਂ ਆਰਾਮ ਨਾਲ ਅੱਖਾਂ ਬੰਦ ਕਰਕੇ ਸੌ ਜਾਂਦੇ ਹੋ। ਤੁਸੀਂ ਕਿਉਂ ਸੌ ਜਾਂਦੇ ਹੋ? ਕਿਉਂਕਿ ਵਿਸ਼ਵਾਸ ਹੈ ਜਿਹੜਾ ਮੇਰੇ ਨਾਲ ਹੈ, ਉਹ ਮੇਰਾ ਖਿਆਲ ਰੱਖਣ ਵਾਲਾ ਹੈ, ਮੈਨੂੰ ਪਿਆਰ ਕਰਨ ਵਾਲਾ, ਉਹ ਮੇਰਾ ਮਾੜਾ ਕਦੀ ਕਰ ਹੀ ਨਹੀਂ ਸਕਦਾ। ਜਵਾਬ ਦਿਓ, ਗੱਲ ਸਹੀ ਹੈ ਕਿ ਨਹੀਂ? ਤੁਹਾਡੇ ਘਰ 'ਚ ਕੋਈ ਅਣਜਾਣ ਬੰਦਾ ਆ ਜਾਵੇ, ਤੁਸੀਂ ਡਰਦੇ ਹੋ ਕਿਤੇ ਚੋਰ ਤਾਂ ਨਹੀਂ, ਚੁਕੰਨੇ ਹੋ ਜਾਂਦੇ ਹੋ ਤੁਸੀਂ। ਤਾਂ ਜਿਸ ਲਈ ਕੋਈ ਆਪਣਾ ਆ ਜਾਵੇ, ਲੈ ਭਾਈ ਅੱਜ ਕਮਰੇ ਦੀ ਚਾਬੀ ਲੈ, ਸੌ ਜਾ, ਜਦੋਂ ਦਿਲ ਕਰੇਗਾ ਲੌਕ ਲਾ ਕੇ ਆ ਜਾਈਂ। ਕਿਉਂ ਚਾਬੀ ਦੇ ਦਿੰਦੇ ਹੋ ਆਪਣਿਆਂ ਦੇ ਹੱਥ? ਕਿਉਂਕਿ ਵਿਸ਼ਵਾਸ ਹੈ। ਹੁਣ ਇਹ ਹਰ ਇਨਸਾਨ ਜਾਣਦਾ ਹੈ ਕਿ ਜਿੱਥੇ ਚਿੰਤਾ ਆ ਗਈ, ਜਿੱਥੇ ਸ਼ੱਕ ਆ ਗਈ, ਚਿੰਤਾ ਆਂਦੀ, ਜਿੱਥੇ ਚਿੰਤਾ ਆ ਗਈ ਦੁੱਖ ਸ਼ੁਰੂ ਹੋ ਜਾਂਦੇ ਹੈ। ਤਾਂ ਜਿੱਥੇ ਵਿਸ਼ਵਾਸ ਆ ਗਿਆ, ਹੁਣ ਇੱਥੇ ਅਸੀਂ ਕੀ ਕਹਿੰਦੇ ਆ? ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਮ ਕਿਸੇ ਤੇ ਵਿਸ਼ਵਾਸ ਨਾ ਕਰੋ, ਪਰ ਕਮ ਸੇ ਕਮ ਇੰਨਾ ਤਾਂ ਵਿਸ਼ਵਾਸ ਕਰੋ ਕਿ ਮੇਰੀ ਰੱਖਿਆ ਕਰਨ ਵਾਲਾ, ਮੈਨੂੰ ਖੁਸ਼ੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ। ਕਮ ਸੇ ਕਮ ਇੰਨਾ ਤਾਂ ਅਸੀਂ ਕਰ ਹੀ ਸਕਦੇ ਹਾਂ ਨਾ। ਅਸੀਂ ਨਹੀਂ ਕਹਿੰਦੇ ਰਸਤੇ ਤੁਰੇ ਜਾਂਦੇ ਕਿਸੇ ਇਨਸਾਨ ਤੇ ਵਿਸ਼ਵਾਸ ਕਰੋ, ਕਿਉਂਕਿ ਅੱਜ ਕੱਲ ਨਸ਼ੇ ਇੰਨੇ ਫੈਲ ਚੁੱਕੇ ਹੈ ਕਿ ਜਦੋਂ ਨਸ਼ਾ ਪੂਰਾ ਨਾ ਹੋਵੇ ਤਾਂ ਕਈ ਕੁਛ ਇਨਸਾਨ ਕਰਦਾ ਹੈ, ਚੋਰੀਆਂ ਕਰਦਾ, ਠੱਗੀਆਂ ਕਰਦਾ ਹੈ। ਪਰ ਅਸੀਂ ਜਿੱਤੇ ਵਿਸ਼ਵਾਸ ਕਰਨਾ ਹੈ ਨਾ, ਉਹ ਐਸਾ ਹੈ ਜਿਹੜਾ ਸਾਡੇ ਨਾਲ ਬਹੁਤ ਹੀ ਪਿਆਰ ਕਰਦਾ ਹੈ। ਔਰ ਅਗਰ ਉੱਤੇ ਵਿਸ਼ਵਾਸ ਕਰਾਂਗੇ ਤਾਂ ਐਵੇਂ ਨਹੀਂ ਗੁਰੂਆਂ ਨੇ ਕਿਹਾ ਕਿ ਤੂੰ ਮੇਰਾ ਰਾਖਾ ਸਭਨੀ ਥਾਈ। ਇੱਕ ਵਾਰ ਉੱਤੇ ਵਿਸ਼ਵਾਸ ਕਰਕੇ ਦੇਖ, ਵਿਸ਼ਵਾਸ ਦੀ ਤਾਰ ਤਾਂ ਉਹਦੇ ਨਾਲ ਜੋੜ ਕੇ ਦੇਖ, ਫਿਰ ਉਹ ਤੇਰੀ ਰੱਖਿਆ ਵੀ ਕਰੇਗਾ, ਤੇਰੀ ਸੰਭਾਲ ਵੀ ਕਰੇਗਾ। ਇਹ ਸਮਝ ਲੈਣਾ ਸਾਰਿਆਂ ਨੇ, ਕਿਉਂਕਿ ਅਸੀਂ ਆਪ ਆਪਣੇ ਇਹ ਜ਼ਿੰਦਗੀ ਵਿੱਚ ਨਾ, ਇਹ ਜੀਵਨ ਦੇ ਵਿੱਚ ਨਾ ਮੁਮਕਿਨ ਹੁੰਦਾ ਦੇਖਿਆ ਹੈ, ਅਸੰਭਵ ਨੂੰ ਸੰਭਵ ਹੁੰਦਾ ਅਸੀਂ ਦੇਖਿਆ ਹੈ। ਜਿੱਥੇ ਬੰਦਾ ਕਹਿੰਦਾ ਨਹੀਂ ਬਚ ਸਕਦਾ, ਅਸੀਂ ਉੱਥੇ ਵੀ ਇਨਸਾਨ ਨੂੰ ਬਚਦਿਆਂ ਦੇਖਿਆ ਹੈ। ਔਰ ਜਦੋਂ ਕੋਈ ਇਦਾਂ ਦੀ ਚੀਜ਼ ਇਨਸਾਨ ਆਪ ਆਪਣੇ ਜੀਵਨ 'ਚ ਦੇਖਦਾ ਹੈ, ਤਾਂ ਫਿਰ ਉਹਨੂੰ ਹੁੰਦਾ ਹੈ ਕਿ ਜੇ ਰੱਬ ਇੱਥੇ ਇਦਾਂ ਕਰ ਸਕਦਾ ਹੈ, ਇਹਦੇ ਨਾਲ ਇਦਾਂ ਹੋ ਸਕਦੀ ਹੈ, ਤਾਂ ਸਭ ਦੇ ਨਾਲ ਇਦਾਂ ਹੋ ਸਕਦੀ ਹੈ। ਗੱਲ ਤਾਂ ਵਿਸ਼ਵਾਸ ਦੀ ਹੈ, ਗੱਲ ਤਾਂ ਯਕੀਨ ਦੀ ਹੈ। ਕਿਉਂਕਿ ਕਹਾਣੀਆਂ ਸੁਣਾਉਣ ਵਾਲੇ ਬਹੁਤ ਹੁੰਦੇ ਹੈ, ਪਰ ਜਿਹੜੇ ਖੁਦ ਉਹ ਚੀਜ਼ ਨੂੰ ਪਰਖ ਕੇ ਦੇਖਦੇ, ਪਰਖ ਦੇ ਮਤਲਬ ਉਹ ਚੀਜ਼ 'ਚ ਗੁਜ਼ਰਦੇ ਆ ਨਾ, ਉਹ ਕੋਈ ਵਿਰਲਾ ਹੁੰਦਾ। ਤੇ ਜਿਹੜਾ ਖੁਦ ਉਹ 'ਚੋਂ ਦੀ ਗੁਜ਼ਰਿਆ ਹੋਵੇ, ਉਹਨੂੰ ਪਤਾ ਹੁੰਦਾ ਕਿ ਉਹਦੀ ਰਹਿਮਤ ਕੀ ਕੁਛ ਕਰ ਸਕਦੀ ਹੈ, ਉਹਦੀ ਰਹਿਮਤ ਕਿੱਦਾਂ ਅਸੰਭਵ ਨੂੰ ਸੰਭਵ। ਇਸੇ ਲਈ ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਆ, ਸਾਈਂ ਬੁੱਲੇ ਸ਼ਾਹ ਕਹਿੰਦਾ ਹੈ ਕਿ ਤੇਰਾ ਭਾਂਡਾ ਪੁੱਠਾ ਬੁੱਲਿਆ, ਉਹ ਤੇ ਰਹਿਮਤ ਕਰਦਾ। ਤੇਰਾ ਭਾਂਡਾ ਪੁੱਠਾ ਬੁੱਲਿਆ, ਉਹ ਤੇ ਰਹਿਮਤ ਕਰਦਾ। ਉਹ ਜਿਸ ਦਾ ਭਾਂਡਾ ਸਿੱਧਾ ਹੋਵੇ ਫੇਰ ਹੀ ਭਾਂਡਾ ਭਰਦਾ। ਬੁੱਲੇ ਸ਼ਾਹ ਕਹਿੰਦੇ ਭਾਂਡੇ ਉੱਦੇ ਨਹੀਂ ਭਰਦੇ। ਜੇ ਬੰਦਾ ਸੋਚੇ ਭਾਂਡਾ ਭਰਨ ਵਾਸਤੇ ਭਾਂਡੇ ਦਾ ਸਿੱਧਾ ਹੋਣਾ ਵੀ, ਹੁਣ ਬੰਦਾ ਕਹੇ ਮੇਰੇ ਤੇ ਤਾਂ ਰਹਿਮਤ ਹੋਈ ਨਹੀਂ, ਤਾਂ ਭਾਈ ਚੈੱਕ ਕਰ, ਤੇਰੇ ਭਾਂਡੇ ਪੁੱਠੇ ਆ, ਤੇਰੇ ਅੰਦਰ ਹੀ ਵਿਸ਼ਵਾਸ ਹੈ ਨਹੀਂ, ਤੇਰੇ ਅੰਦਰ ਹੀ ਯਕੀਨ ਹੈ ਨਹੀਂ। ਕਿਉਂਕਿ ਜਿਹੜਾ ਸਾਰਿਆਂ ਦੇ ਭਾਂਡੇ ਭਰ ਰਿਹਾ ਹੈ, ਜੇ ਤੇਰਾ ਭਾਂਡਾ ਖਾਲੀ ਹੈ ਤਾਂ ਇਹਦਾ ਮਤਲਬ ਤੇਰੇ ਭਾਂਡੇ 'ਚ ਕੋਈ ਛੇਦ ਹੈ, ਕੋਈ ਕਮੀ ਹੈ। ਸਮਝ ਰਹੇ ਹੋ ਕਿ ਨਹੀਂ? ਹੁਣ 100 ਬੰਦਾ ਘੜੇ ਲੈ ਕੇ ਨਦੀ ਤੇ ਜਾ ਰਿਹਾ ਹੈ,
90 ਬੰਦਿਆਂ ਦੇ ਘੜੇ ਭਰ ਗਏ, 10 ਬੰਦਿਆਂ ਦੇ ਘੜੇ ਖਾਲੀ ਹੋ ਗਏ, ਸਾਨੂੰ ਤਾਂ ਨਦੀ ਨੇ ਕੁਝ ਦਿੱਤਾ ਹੀ ਨਹੀਂ। ਭਾਈ ਜੇ 90 ਭਰ ਕੇ ਲੈ ਗਏ, ਤੁਸੀਂ 10 ਖਾਲੀ ਹੋ ਤਾਂ ਆਪਣਾ ਭਾਂਡਾ ਚੈੱਕ ਕਰੋ, ਘੜਾ ਸਿੱਧਾ ਵੀ ਹੈ ਤੁਹਾਡਾ, ਘੜੇ 'ਚ ਛੇਦ ਤਾਂ ਨਹੀਂਗਾ। ਸਮਝਦੇ ਹੋ ਕਿ ਨਹੀਂ? ਹੁਣ ਜੇ ਘੜਾ ਹੀ ਖਰਾਬ ਹੋਵੇ ਤਾਂ ਨਦੀ ਨੇ ਕਿੱਥੋਂ ਭਰ ਦੇਣਾ ਹੈ? ਇਸ ਲਈ ਬੁੱਲੇ ਸ਼ਾਹ ਵੀ ਇਹੀ ਕਹਿੰਦੇ ਐ ਕਿ ਤੇਰਾ ਹੀ ਭਾਂਡਾ ਪੁੱਠਾ ਬੁੱਲਿਆ, ਉਹ ਤੇ ਰਹਿਮਤ ਕਰਦਾ। ਕਹਿੰਦੇ ਉਹ ਰੱਬ ਤਾਂ ਰਹਿਮਤ ਕਰ ਰਿਹਾ ਹੈ, ਉਹਦੀ ਰਹਿਮਤ ਤਾਂ ਇਸ ਵੇਲੇ ਵੀ ਵਰਸ ਰਹੀ ਹੈ, ਪਰ ਇਸ ਵੇਲੇ ਰਹਿਮਤ ਮਿਲਣੀ ਉਹਨੂੰ ਹੈ ਜਿਹਦਾ ਭਾਂਡਾ ਸਿੱਧਾ ਹੋਏਗਾ। ਤਾਂ ਜਿਹੜਾ ਹਾਲੇ ਵੀ ਕਵੇ ਉਹ ਮੈਨੂੰ ਨਹੀਂ ਯਕੀਨ ਪਰਮਾਤਮਾ ਤੇ, ਮੈਨੂੰ ਨਹੀਂ ਯਕੀਨ ਰੱਬ ਤੇ, ਮੈਂ ਨਹੀਂ ਮੰਨਦਾ ਰੱਬ ਨੂੰ, ਮੈਂ ਨਹੀਂ ਮੰਨਦਾ ਰੱਬ ਦੀਆਂ ਰਹਿਮਤਾਂ ਨੂੰ, ਤਾਂ ਭਾਈ ਤੂੰ ਮੰਨ ਨਾ ਮੰਨ, ਰੱਬ ਨੂੰ ਕੋਈ ਫਰਕ ਨਹੀਂ ਪੈਣਾ। ਤੂੰ ਆਪਣੇ ਭਾਂਡੇ ਨੂੰ ਪੁੱਠਾ ਕਰਕੇ ਆਪ ਹੀ ਦੁਖੀ ਖਾਲੀ ਹੋ ਕੇ ਬੈਠਾ ਰਹੇਗਾ। ਨੁਕਸਾਨ ਤੇਰਾ ਹੈ, ਰੱਬ ਦਾ ਕੀ ਨੁਕਸਾਨ ਹੈ? ਸਮਝਦੇ ਹੋ ਕਿ ਨਹੀਂ? ਹੁਣ ਗੱਡੀ ਜਾ ਰਹੀ ਹੈ, ਫਰਜ਼ ਕਰੋ ਏਦਾਂ ਉਦਾਹਰਨ ਲੈ ਲਓ ਕਿ ਮਾਲਾ ਤੋਂ ਗੱਡੀ ਤੁਸੀਂ ਜਾਣਾ ਹੈ ਚੰਡੀਗੜ੍ਹ ਜਾਂ ਦਿੱਲੀ, ਬੱਸ ਜਾ ਰਹੀ ਹੈ, ਪਰ ਤੁਸੀਂ ਕਹੋ ਮੈਂ ਨਹੀਂ ਮੰਨਦਾ ਮੁੰਦਾ ਬੱਸ ਨੂੰ, ਮੈਂ ਨਹੀਂ ਮੰਨਦਾ ਡਰਾਈਵਰ ਨੂੰ। ਭਾਈ ਠੀਕ ਹੈ, ਬੈਠ ਖੜਾ ਰਹਿ। ਫਿਰ ਜੇ ਮੰਜ਼ਿਲ ਤੇ ਪਹੁੰਚਣਾ ਤਾਂ ਬੱਸ 'ਚ ਤਾਂ ਤੈਨੂੰ ਬੈਠਣਾ ਪੈਣਾ ਹੀ ਹੈ, ਤੁਰ ਕੇ ਕਿੱਥੋਂ ਚਲਾ ਜਾਏਗਾ? ਹੁਣ ਇਸੇ ਤਰ੍ਹਾਂ ਓਏ ਗੁਰੂ ਰਹਿਬਰ ਵੀ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਉਹ ਵੀ ਰਹਿਮਤ ਦਾ ਜਹਾਜ਼ ਲੈ ਕੇ ਖੜੇ ਐ, ਆਵਾਜ਼ਾਂ ਦਿੰਦੇ ਕਿ ਬੈਠ ਜਾਓ ਵਿਸ਼ਵਾਸ ਨਾਲ ਇਸ ਬੇੜੇ ਵਿੱਚ। ਪਰ ਹੁਣ ਕਈ ਕਹਿੰਦੇ ਅਸੀਂ ਮੰਨਦੇ ਨਹੀਂ ਗੁਰੂਆਂ ਨੂੰ, ਅਸੀਂ ਮੰਨਦੇ ਨਹੀਂ ਰਹਿਬਰਾਂ ਨੂੰ, ਅਸੀਂ ਮੰਨਦੇ ਨਹੀਂ ਫਕੀਰਾਂ ਨੂੰ, ਅਸੀਂ ਮੰਨਦੇ ਨਹੀਂ ਰੱਬ ਦੀਆਂ ਰਹਿਮਤਾਂ ਨੂੰ। ਤਾਂ ਯਾਦ ਰੱਖੋ ਜੇ ਉਹਨਾਂ ਦੇ ਵਿਸ਼ਵਾਸ ਦੇ ਬੇੜੇ 'ਚ ਸਵਾਰ ਨਹੀਂ ਹੋਵੋਗੇ ਤਾਂ ਕਦੀ ਖੁਸ਼ੀਆਂ ਦੀ ਮੰਜ਼ਿਲ ਤੱਕ ਵੀ ਤੁਸੀਂ ਪਹੁੰਚ ਨਹੀਂ ਸਕਦੇ, ਕਿਉਂਕਿ ਖੁਸ਼ੀਆਂ ਦੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਪੈਣਾ ਹੈ, ਕਿਉਂਕਿ ਗੱਲ ਹੀ ਵਿਸ਼ਵਾਸ ਦੀ ਹੈ। ਉਹ ਜਿਹੜੇ ਵਿਸ਼ਵਾਸ ਨਾਲ ਗੁਰੂਆਂ ਰਹਿਬਰਾਂ ਫਕੀਰਾਂ ਦੇ ਕੋਲ ਆਉਂਦੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਜਰਾ ਸਮਝ ਲੈਣਾ ਸਾਰਿਆਂ ਨੇ। ਸਾਨੂੰ ਇੱਥੇ ਇੱਕ ਫਕੀਰਾਂ ਦਾ ਕਿੱਸਾ ਯਾਦ ਆ ਗਿਆ ਕਿ ਫਕਰ ਜਹਾਂ ਦੇਹਲਵੀ ਇੱਕ ਫਕੀਰ ਸੀ ਜਿਹਨਾਂ ਦਾ ਨਾਮ ਸੀ ਫਕਰ ਜਹਾਂ ਦੇਹਲਵੀ। ਉਹ ਦਿੱਲੀ 'ਚ ਰਹਿੰਦੇ ਹੁੰਦੇ ਸੀ। ਜਰਾ ਸਮਝਣਾ, ਬਹੁਤ ਬੰਦਗੀ ਕਰਨ ਵਾਲੇ ਫਕੀਰ ਸੀ, ਬੜੀ ਰੱਬ ਦੀ ਭਗਤੀ ਕਰਦੇ ਸੀ ਉਹ ਸੰਤੋ ਫਕੀਰ। ਹੁਣ ਉਹਨਾਂ ਦੇ ਸਮੇਂ ਦੀ ਗੱਲ ਹੈ, ਇੱਕ ਵਾਰ ਦਿੱਲੀ ਦੇ ਨਾਲ ਹੀ ਉਸ ਸਮੇਂ ਇੱਕ ਛੋਟਾ ਜਿਹਾ ਪਿੰਡ ਸੀ। ਕਹਿੰਦੇ ਉਸ ਪਿੰਡ ਦੇ ਵਿੱਚ ਇੱਕ ਫਕੀਰ ਆਇਆ। ਜਦੋਂ ਫਕੀਰ ਆਇਆ ਉਸ ਪਿੰਡ ਦੇ ਵਿੱਚ ਤਾਂ ਉੱਥੇ ਪਿੰਡ ਦੇ ਲੋਕਾਂ ਨੇ ਦੇਖਿਆ ਫਕੀਰ ਆਇਆ ਤਾਂ ਸਾਰੇ ਇਕੱਠੇ ਹੋ ਕੇ ਚਲੇ ਗਏ। ਜਾ ਕੇ ਫਕੀਰ ਨੂੰ ਕਹਿੰਦੇ ਮਹਾਰਾਜ ਅਸੀਂ ਬਹੁਤ ਪਰੇਸ਼ਾਨ ਹਾਂ। ਫਕੀਰ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਸਾਡੇ ਪਿੰਡ 'ਚ ਇੱਕੋ ਹੀ ਕੂਆ ਹੈ, ਕਿਉਂਕਿ ਉਸ ਸਮੇਂ ਕੂਏ ਹੁੰਦੇ ਸੀ, ਕੂਇਆਂ 'ਚੋਂ ਲੋਕ ਪਾਣੀ ਭਰਦੇ ਸੀ। ਕਹਿੰਦੇ ਜੀ ਇੱਕੋ ਹੀ ਕੂਆ ਹੈ, ਉਹ ਕੂਆ ਵੀ ਸੁੱਕ ਗਿਆ ਔਰ ਸਾਨੂੰ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ, ਇਸ ਕਰਕੇ ਪਾਣੀ ਲਿਆਉਣ ਵਾਸਤੇ ਸਾਨੂੰ ਦੂਜੇ ਪਿੰਡ ਜਾਣਾ ਪੈਂਦਾ ਹੈ, ਦੂਰੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ। ਸੋ ਮਹਾਰਾਜ ਤੁਸੀਂ ਰੱਬ ਦੇ ਫਕੀਰ ਹੋ, ਅਗਰ ਤੁਸੀਂ ਦੁਆ ਕਰ ਦੇਵੋ ਤਾਂ ਹੋ ਸਕਦਾ ਸੁੱਕੇ ਕੂਏ 'ਚ ਪਾਣੀ ਆ ਜਾਵੇ। ਸਮਝਦੇ ਹੋ ਕਿ ਨਹੀਂ? ਤਾਂ ਹੀ ਕਹਿੰਦੇ ਨਾ ਕਰਮ ਕਰੋ तो फल मिलता है, आज नहीं तो कल मिलता है, जितना गहरा अधिक हो कुआं उतना मीठा जल मिलता है, जीवन के हर कठिन प्रश्न का मुर्शद से ही हल मिलता है, हाथ रखे जब सर पर मुर्शद जीवन में तब बल मिलता है। ये बल चाहिए, ताकत चाहिए है ना मुश्किलों ਨਾਲ ਲੜਨ ਦੀ, ਤਾਕਤ ਚਾਹੀਦੀ ਹੈ ਮੰਜ਼ਿਲਾਂ ਨੂੰ ਪਾਣ ਦੀ, ਤਾਕਤ ਚਾਹੀਦੀ ਹੈ ਕਾਮਯਾਬ ਹੋਣ ਦੀ। ਇਹ ਤਾਕਤ ਕਦੋਂ ਮਿਲਦੀ ਹੈ? ਜਦੋਂ ਮੁਰਸ਼ਦ ਦਾ ਹੱਥ ਸਿਰ ਤੇ ਹੁੰਦਾ ਹੈ, ਕਿਉਂਕਿ ਫਿਰ ਇਨਸਾਨ ਨੂੰ ਹੌਸਲਾ ਹੁੰਦਾ ਹੈ। ਸਿਕੰਦਰ ਨੇ ਦੁਨੀਆ ਜਿੱਤੀ ਤਾਂ ਆਪਣੇ ਮੁਰਸ਼ਦ ਆਪਣੇ ਗੁਰੂ ਅਰਸਤੂ ਨੂੰ ਕਹਿੰਦਾ ਸੀ ਕਿ ਤੁਹਾਡੀ ਸਿੱਖਿਆ ਦਾ, ਇਹ ਤੁਹਾਡੀ ਆਸ਼ੀਰਵਾਦ ਦਾ ਅਸਰ ਹੈ ਕਿ ਮੈਂ ਦੁਨੀਆ ਜਿੱਤ ਰਿਹਾ। ਕਦੀ ਸਿਕੰਦਰ ਨੇ ਮਾਣ ਨਹੀਂ ਕੀਤਾ ਸੀ ਕਿ ਮੈਂ ਜਿੱਤੀ, ਕਿਉਂਕਿ ਹੱਥ ਰੱਖੇ ਜਬ ਸਰ ਪਰ ਮੁਰਸ਼ਦ ਜੀਵਨ ਮੇ ਤਬ। ਸੋ ਬਲ ਕੇ ਨਾ ਜੀਵਨ ਜਾਂਦਾ। ਹੁਣ ਫਰਜ਼ ਕਰੋ ਇਕੱਲੇ ਤੁਰੇ ਜਾ ਰਹੇ ਹੋ ਤਾਂ ਬੰਦੇ ਨੂੰ ਡਰ ਹੁੰਦਾ ਹੈ ਇਦਾਂ ਨਾ ਹੋ ਜਾਵੇ, ਇਦਾਂ ਨਾ ਹੋ ਜਾਵੇ। ਪਰ ਜੇ ਬੰਦੇ ਨੂੰ ਯਕੀਨ ਹੈ ਮੈਂ ਇਕੱਲਾ ਨਹੀਂ ਹਾਂ, ਮੇਰੇ ਨਾਲ ਮੇਰਾ ਮਾਲਿਕ ਹੈ, ਉਹਦੀ ਰਹਿਮਤ ਦਾ ਹੱਥ ਮੇਰੇ ਸਿਰ ਤੇ, ਤਾਂ ਸੋਚ ਕੇ ਇੰਨਾ ਹੌਸਲਾ ਮਿਲਦਾ। ਬੰਦਾ ਕਹਿੰਦਾ ਆ ਲੈਣ ਦੇ ਕੋਈ ਮੁਸੀਬਤ ਆ ਜਾਵੇ, ਕੋਈ ਪ੍ਰੋਬਲਮ, ਮੈਨੂੰ ਕੋਈ ਡਰ ਨਹੀਂ, ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ। ਬਲ ਮਿਲਿਆ ਕਿ ਨਹੀਂ? ਹੌਸਲਾ ਮਿਲਦਾ ਕਿ ਨਹੀਂ? ਸੋ ਤੁਸੀਂ ਵੀ ਕਦੀ ਇਕੱਲੇ ਨਾ ਸਮਝੋ, ਇਹ ਸੋਚੋ ਮੈਨੂੰ ਪੈਦਾ ਕਰਨ ਵਾਲਾ ਕੌਣ ਹੈ, ਮੈਨੂੰ ਜ਼ਿੰਦਗੀ ਦੇਣ ਵਾਲਾ ਕੌਣ ਹੈ। ਜੇ ਮੈਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਪ੍ਰਭੂ ਭਗਵਾਨ ਉਹ ਮੇਰਾ ਮਾਲਿਕ ਹੈ ਤਾਂ ਫਿਰ ਉਹ ਹਰ ਵੇਲੇ ਮੇਰੇ ਨਾਲ ਹੈ, ਤਾਂ ਉਹਦੇ ਹੁੰਦਿਆਂ ਮੈਨੂੰ ਡਰਨ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅਗਰ ਮੁਸ਼ਕਿਲ ਆਏਗੀ ਵੀ ਤਾਂ ਜ਼ਰਾ ਗੌਰ ਕਰਨਾ, ਮੁਸ਼ਕਿਲ ਆਂਦੀ ਬੰਦਾ ਯਾਰਾਂ ਦੋਸਤਾਂ ਨੂੰ ਆਵਾਜ਼ ਮਾਰਦਾ ਹੈ, ਤਾਂ ਜੇ ਕੋਈ ਯਾਰ ਦੋਸਤ ਲਾਗੇ ਹੋਵੇ ਤਾਂ ਦੌੜ ਕੇ ਆ ਜਾਂਦਾ ਹੈ, ਨਾ ਹੋਵੇ ਤਾਂ ਫੇਗੀ ਹੁੰਦਾ ਹੈ। ਬੰਦਾ ਕਹਿੰਦਾ ਮੈਂ ਬੁਲਾਇਆ ਸੀ ਪਰ ਉਹ ਕਹਿੰਦਾ ਤੇਰੀ ਆਵਾਜ਼ ਨਹੀਂ ਮੇਰੇ ਤੱਕ ਪਹੁੰਚੀ।
ਹੁਣ ਜੇ ਮੁਸ਼ਕਿਲ ਆਂਦੀ ਅਸੀਂ ਯਾਰਾਂ ਦੋਸਤਾਂ ਨੂੰ ਬੁਲਾਉਂਦੇ, ਉਹ ਪਹੁੰਚ ਜਾਂਦੇ ਆ। ਜੇ ਆਵਾਜ਼ ਪਹੁੰਚੇ ਤਾਂ ਫਿਰ ਕਵਾਂਗੇ ਜਿੱਥੇ ਸਾਡੀ ਕੋਈ ਨਹੀਂ ਸੁਣਦਾ ਉੱਥੇ ਆਪਣੇ ਮਾਲਿਕ ਨੂੰ ਪੁਕਾਰੋ। ਕੋਈ ਹੋਰ ਪਹੁੰਚੇ ਨਾ ਪਹੁੰਚੇ, ਉਹ ਜ਼ਰੂਰ ਪਹੁੰਚੇਗਾ ਤੁਹਾਡੀ ਮਦਦ ਕਰਨ ਲਈ। ਉਹਦੀ ਰਹਿਮਤ ਜ਼ਰੂਰ ਪਹੁੰਚੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਹਰ ਅੰਦਰ ਆਪ ਹੀ ਤਾਂ ਵਸਦਾ ਹੈ। ਪੁਕਾਰਨਾ ਉਹਨੂੰ ਹੈ, ਕੀ ਪਤਾ ਉਹਨਾਂ ਕਿਹੜੇ ਇਨਸਾਨ ਦੇ ਜ਼ਰੀਏ, ਜਿਹਨੂੰ ਤੁਸੀਂ ਨਹੀਂ ਵੀ ਜਾਣਦੇ, ਉਹਦੇ ਜ਼ਰੀਏ ਆ ਜਾਣਾ ਹੈ ਮਦਦ ਕਰਨ ਵਾਸਤੇ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਗੱਲ ਸਮਝਣ ਵਾਲੀ ਹੈ। ਇੱਕ ਜੀਵ ਨੇ ਦੱਸਿਆ ਕਿ ਉਹ ਨਾ ਦੁਬਈ ਤੋਂ ਟਰਾਲਾ ਲੈ ਕੇ ਸਾਊਦੀ ਅਰਬ ਇੱਧਰ ਜਾਂਦਾ ਹੁੰਦਾ ਸੀ। ਕਹਿੰਦਾ ਅੱਧੀ ਰਾਤ ਨੂੰ ਮੇਰਾ ਟਰਾਲਾ ਖਰਾਬ ਹੋ ਗਿਆ, ਅੱਧੀ ਰਾਤ ਨੂੰ ਟਰਾਲਾ ਖਰਾਬ ਹੋ ਗਿਆ ਤਾਂ ਮੈਂ ਹੱਥ ਦੇਵਾਂ, ਕੋਈ ਰੋਕੇ ਨਾ। ਫਿਰ ਕਹਿੰਦਾ ਬੈਠੇ ਬੈਠੇ ਆਇਆ ਕਿ ਮੈਂ ਮਾਲਕਾਂ ਦਾ ਨਾ ਸਤਸੰਗ ਹੀ ਸੁਣ ਲਵਾਂ, ਹੋਰ ਤਾਂ ਕੋਈ ਹੋਣਾ ਨਹੀਂ, ਕੋਈ ਹੈਲਪ ਤਾਂ ਕਰਦਾ ਨਹੀਂ ਰੋਕੇ, ਕਿਉਂਕਿ ਡਰ ਹੁੰਦਾ, ਪਤਾ ਨਹੀਂ ਭਾਈ ਇਹ ਹਾਈਵੇ ਤੇ ਕੋਈ ਉੱਦਾਂ ਹੀ ਨਾ ਟਰਾਲਾ ਖਰਾਬ ਕਰਕੇ ਚੋਰ ਹੋਵੇ, ਕੋਈ ਲੁੱਟ ਲਵੇ ਕੋਈ। ਕਹਿੰਦਾ ਫਿਰ ਮੈਂ ਸੋਚਿਆ ਸਤਸੰਗ ਹੀ ਸੁਣ ਲਵਾਂ। ਕਹਿੰਦਾ ਮਾਲਕੋ ਮੈਂ ਸਤਸੰਗ ਲਾ ਲਿਆ। ਹੁਣ ਆਪਣੇ ਗੱਲ ਨਾ ਫੋਨ ਤੇ ਦੱਸੀ। ਕਹਿੰਦਾ ਫਿਰ ਮੈਂ ਸਤਸੰਗ ਲਾ ਲਿਆ। ਸਤਸੰਗ ਲਾ ਕੇ ਮੈਂ 10 ਮਿੰਟ ਹੀ ਹੋਏ ਸੀ ਤਾਂ ਦਿਲੋਂ ਕਿਹਾ ਕਿ ਮਾਲਕੋ ਲੋਕਾਂ ਨੂੰ ਹੱਥ ਦੇ ਕੇ ਬਹੁਤ ਦੇਖ ਲਿਆ, ਕਿਸੇ ਨੇ ਗੱਡੀ ਨਹੀਂ ਰੋਕੀ, ਹੁਣ ਤੁਸੀਂ ਕੋਈ ਰਹਿਮਤ ਕਰੋ। ਕਹਿੰਦਾ ਬੈਠੇ ਬੈਠੇ ਮੈਂ ਸਤਸੰਗ ਸੁਣਦੇ ਸੁਣਦੇ ਮਨ ਚ ਕਿਹਾ ਕਿ ਅਚਾਨਕ ਇੱਕ ਦੂਜਾ ਟਰਾਲੀ ਵਾਲਾ ਆ ਕੇ ਰੋਕ ਕੇ ਮੈਨੂੰ ਪੁੱਛਣ ਲੱਗਾ ਭਾਈ ਕੀ ਪ੍ਰੋਬਲਮ ਹੈ। ਉਹ ਕਹਿੰਦਾ ਫਿਰ ਮੈਂ ਪ੍ਰੋਬਲਮ ਦੱਸੀ ਔਰ ਉਹਨੇ ਆ ਕੇ ਅਸੀਂ ਦੋਨਾਂ ਨੇ ਰਲ ਕੇ ਟਰਾਲਾ ਠੀਕ ਕੀਤਾ, ਦੋਨੇ ਤੁਰ ਵੀ ਪਏ। ਕਹਿੰਦਾ ਮੈਂ ਹੈਰਾਨ ਹੋ ਗਿਆ, ਪਹਿਲਾਂ ਮੈਂ ਹੱਥ ਦਿੰਦਾ ਸੀ ਕੋਈ ਰੋਕਦਾ ਨਹੀਂ ਸੀ, ਪਰ ਗੱਡੀ 'ਚ ਬੈਠੇ ਨੇ ਬੇਨਤੀ ਕੀਤੀ ਤਾਂ ਗੱਡੀ ਆਪ ਹੀ ਰੁਕ ਗਈ। ਹੁਣ ਆਪ ਨਹੀਂ ਰੁਕੀ ਉਹ, ਕਿਉਂਕਿ ਪਹਿਲਾਂ ਤੂੰ ਰੋਕ ਰਿਹਾ ਸੀ ਔਰ ਹੁਣ ਉਹ ਮਾਲਿਕ ਸਭ ਦੇ ਦਿਲਾਂ 'ਚ ਬੈਠਾ ਹੈ। ਤਾਂ ਜਦੋਂ ਉਹੀ ਦਿਲਾਂ 'ਚ ਮਿਹਰ ਪਾ ਦੇਵੇ, ਪਿਆਰ ਪਾ ਦੇਵੇ ਤਾਂ ਬੰਦੇ ਦਾ ਦਿਲ ਆਪੇ ਹੀ ਕਰਦਾ ਭਾਈ ਕੋਈ ਦੁੱਖ ਔਖਾ ਲੱਗਦਾ ਇਹਨੂੰ ਪੁੱਛ ਹੀ ਲਵਾਂ। ਹੋ ਜਾਂਦਾ ਕਿ ਨਹੀਂ ਏਦਾਂ? ਕਈ ਵਾਰ ਤੁਸੀਂ ਹੱਥ ਵੀ ਦੇ ਜਾਓ, ਕੋਈ ਰੁਕਦਾ ਨਹੀਂ ਹੈ, ਤਾਂ ਕੋਈ ਇਦਾਂ ਦਾ ਦਰਿਆ ਦਿਲ ਹੁੰਦਾ, ਦਿਆਲੂ ਹੁੰਦਾ ਹੈ, ਉਹ ਤੁਹਾਨੂੰ ਦੇਖ ਕੇ ਨਾ ਪੁੱਛ ਹੀ ਲਵਾਂ ਇਹਨੂੰ ਕੀ ਪ੍ਰੋਬਲਮ ਹੈ, ਕਾਹਤੇ ਖੜਾ ਹੈ। ਹੁਣ ਇਹ ਦਿਲਾਂ 'ਚ ਦਇਆ ਪਾਣ ਵਾਲਾ, ਪਿਆਰ ਪਾਣ ਵਾਲਾ ਤਾਂ ਉਹ। ਸੋ ਦੱਸਿਆ ਜਾਂਦਾ ਹੈ ਕਿ ਜਦੋਂ ਕੋਈ ਨਾ ਸੁਣੇ ਤਾਂ ਇਹ ਵਿਸ਼ਵਾਸ ਰੱਖੋ, ਹੋਰ ਕੋਈ ਸੁਣੇ ਨਾ ਸੁਣੇ, ਪਰ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਹਰ ਆਵਾਜ਼ ਨੂੰ ਮੇਰਾ ਮਾਲਿਕ ਸੁਣੇਗਾ ਵੀ ਔਰ ਮੈਨੂੰ ਹਰ ਮੁਸ਼ਕਿਲ ਚੋਂ ਬਚਾਏਗਾ ਵੀ। ਪਰ ਇਨਸਾਨ ਨੂੰ ਜਿੱਤੇ ਵਿਸ਼ਵਾਸ ਕਰਨਾ ਚਾਹੀਦਾ ਉੱਤੇ ਬੰਦਾ ਵਿਸ਼ਵਾਸ ਨਹੀਂ ਕਰਦਾ, ਤਾਂ ਉਹਨਾਂ ਤੇ ਵਿਸ਼ਵਾਸ ਕਰਕੇ ਬਹਿ ਜਾਂਦਾ, ਤਾਂ ਬਾਅਦ ਚੋਂ ਰੋਂਦਾ ਕਿ ਹਾਏ ਮੈਂ ਉਹਦਾ ਵਿਸ਼ਵਾਸ ਕੀਤਾ ਸੀ, ਉਹਨਾਂ ਨੇ ਮੇਰਾ ਦਿਲ ਹੀ ਤੋੜ ਦਿੱਤਾ, ਮੈਂ ਉੱਤੇ ਭਰੋਸਾ ਕੀਤਾ ਸੀ, ਉਹਨਾਂ ਨੇ ਮੇਰਾ ਭਰੋਸਾ ਹੀ ਤੋੜ ਦਿੱਤਾ। ਭਾਈ ਉਹਨਾਂ ਤੇ ਵਿਸ਼ਵਾਸ ਕਰਨਾ ਹੈ ਜਿਹੜੇ ਪਲ ਪਲ ਬਦਲਦੇ ਹੈ, ਤਾਂ ਦੁੱਖ ਹੀ ਮਿਲਣਾ ਹੈ। ਉੱਤੇ ਵਿਸ਼ਵਾਸ ਕਰ ਜਿਹੜਾ ਇੱਕੋ ਹੀ ਰੰਗ 'ਚ ਰਹਿੰਦਾ ਹੈ। ਕਹਿੰਦੇ ਨਾ ਆਦ ਸੱਚ ਜੁਗਾਦ ਸੱਚ ਇੱਕੋ ਹੀ ਹੈ। ਔਰ ਜਿਹੜੇ ਉਹਦੇ ਹੋ ਗਏ ਨਾ, ਜਿਨ੍ਹਾਂ ਨੂੰ ਅਸੀਂ ਫਕੀਰ ਕਹਿੰਦੇ ਆ, ਗੁਰੂ ਰਹਿਬਰ ਕਹਿੰਦੇ ਆ, ਸੰਤ ਮਹਾਪੁਰਸ਼ ਕਹਿੰਦੇ ਆ, ਜਿਹੜੇ ਵਾਕਈ ਉਹਦੇ ਹੋ ਗਏ, ਜਿਨ੍ਹਾਂ ਦੇ ਉੱਪਰ ਉਹਨਾਂ ਦਾ ਰੰਗ ਚੜ ਗਿਆ, ਫਿਰ ਨਾ ਰੱਬ ਬਦਲਦਾ ਤੇ ਨਾ ਰੱਬ ਦੇ ਪਿਆਰੇ ਬਦਲਦੇ ਆ। ਇਸ ਲਈ ਕਹਿੰਦੇ ਪੁਕਾਰੋ, ਵਿਸ਼ਵਾਸ ਰੱਖੋ ਤਾਂ ਆਪਣੇ ਮਾਲਿਕ ਤੇ। ਇੱਧਰ ਆ ਜੀ ਉਸ ਪੁਆਇੰਟ ਤੇ। ਇਹ ਉਹਨਾਂ ਲੋਕਾਂ ਨੇ ਕਿਹਾ ਮਹਾਰਾਜ ਪਿੰਡ 'ਚ ਇੱਕੋ ਹੀ ਕੂਆ ਹੈ, ਕੂਆ ਸੁੱਕ ਗਿਆ ਹੈ, ਇਸ ਲਈ ਦੁਆ ਕਰੋ, ਕਿਉਂਕਿ ਸੁਣਿਆ ਫਕੀਰਾਂ ਦੀ ਦੁਆ ਨਾਲ ਸਭ ਕੁਝ ਹੋ ਜਾਂਦਾ ਹੈ। ਸੋ ਜਿਹੜੇ ਫਕੀਰਾਂ ਨੇ ਸੁਣਿਆ ਤਾਂ ਹੁਣ ਦੇਖੋ ਰੱਬ ਨੇ ਕਿੱਦਾਂ ਆਪਣੇ ਪਿਆਰਿਆਂ ਨੂੰ ਮਹਿਮਾ ਦੇਣੀ ਹੁੰਦੀ, ਉਪਮਾ ਦੇਣੀ ਹੁੰਦੀ, ਵਡਿਆਈ ਦੇਣੀ ਹੁੰਦੀ ਹੈ। ਉਹ ਫਕੀਰਾਂ ਨੇ ਅੱਖਾਂ ਬੰਦ ਕੀਤੀਆਂ, ਥੋੜੀ ਦੇਰ ਬਾਅਦ ਅੱਖਾਂ ਖੋਲੀਆਂ, ਫਕੀਰ ਮੁਸਕਰਾਏ। ਉਹ ਕਹਿੰਦੇ ਤੁਹਾਡੇ ਨਗਰ 'ਚ ਹੀ ਇੱਕ ਰੱਬ ਨੂੰ ਮੰਨਣ ਵਾਲੀ ਉਹਦੀ ਭਗਤ ਹੈ, ਤੁਸੀਂ ਉਹਨੂੰ ਕਹੋ ਜਾ ਕੇ, ਮੈਨੂੰ ਕਹਿਣ ਦੀ ਕੀ ਲੋੜ ਹੈ। ਅਗਰ ਉਹੀ ਪਾਣੀ ਦਾ ਇੱਕ ਗਲਾਸ ਖੂਹ 'ਚ ਪਾ ਦੇਵੇ ਤਾਂ ਤੁਹਾਡਾ ਖੂਹ ਦੁਬਾਰਾ ਪਾਣੀ ਨਾਲ ਭਰ ਜਾਏਗਾ। ਉਹ ਕਹਿੰਦੇ ਮਹਾਰਾਜ ਸਾਡੇ ਨਗਰ 'ਚ ਕੌਣ ਏਦਾਂ ਦੀ, ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਨਗਰ 'ਚ ਕੌਣ ਹੈ। ਤਾਂ ਫਕੀਰਾਂ ਨੇ ਨਾ ਉੱਧਰ ਨੂੰ ਦੇਖ ਕੇ ਨਗਰ ਵੱਲ, ਕਿਉਂਕਿ ਥੋੜੇ ਜਿਹੇ ਘਰ ਸੀ, ਕਹਿੰਦੇ ਉਹ ਘਰ, ਉਹਦੇ ਵਿੱਚ ਕੋਈ ਔਰਤ ਰਹਿੰਦੀ ਹੈ, ਉਹ ਬੜੀ ਰੱਬ ਦੀ ਬੰਦਗੀ ਕਰਦੀ ਹੈ, ਬੜੀ ਰੱਬ ਦੀ ਭਗਤੀ ਕਰਦੀ ਹੈ। ਉਹਦੇ ਘਰ ਦਾ ਪਾਣੀ ਦਾ ਗਲਾਸ ਲਿਆ ਕੇ ਕੂਏ 'ਚ ਪਾ ਦਿਓ, ਕੂਆ ਦੁਬਾਰਾ। जब मौज में आई वो लहरें कतरे को समुंदर कर डाला, ये मौज है मेरे आका की जिसे खाली देखा भर डाला। ओ मेरे काली कमली वाले ने क्या क्या न जहां में कर डाला। जब ਉਹਦੀ ਨਜ਼ਰ ਹੁੰਦੀ ਤਾਂ ਫਿਰ ਤਾਂ ਸਭ ਕੁਝ ਹੁੰਦਾ ਚਲਾ ਜਾਂਦਾ ਹੈ, ਫਿਰ ਤਾਂ ਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ। ਕਿਉਂਕਿ ਜਦੋਂ ਉਹਦੀ ਲਹਿਰ ਮੌਜ ਚ ਆਉਂਦੀ ਹੈ ਨਾ, ਰਹਿਮਤ ਉਹਦੀ ਬਖਸ਼ਿਸ਼ ਜਦੋਂ ਮੌਜ ਵਿੱਚ ਆਉਂਦੀ ਤੇ ਕਤਰੇ ਨੂੰ ਵੀ ਸਮੁੰਦਰ, ये ਤਾਂ कहना ना कि साईं से सब होत है बंदे से किछ नाही, राई को पर्वत करे पर्वत राई। कि ਉਹ ਚਾਹਵੇ ਤਾਂ ਰਾਈ ਨੂੰ, ਇੱਕ ਰਾਈ ਦੇ ਵਰਗੇ ਛੋਟੇ ਜਿਹੇ ਦਾਣੇ ਨੂੰ ਪਹਾੜ ਬਣਾ ਦੇਵੇ, ਤਾਂ ਚਾਹਵੇ ਤਾਂ ਪਹਾੜ ਨੂੰ ਰਾਈ ਕਰ ਦੇਵੇ। ਤਾਂ ਫਕੀਰਾਂ ਨੇ ਕਿਹਾ ਉਹ ਔਰਤ ਕੋ ਜਾਓ ਬਈ, ਉਹਦੇ ਘਰ ਦਾ ਪਾਣੀ ਦਾ ਗਲਾਸ ਲੈ ਕੇ ਪਾ ਦਿਓ, ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ। ਕਿਉਂਕਿ ਕਹਿੰਦੇ ਨਾ ਜਿਹੜੇ ਫਕੀਰ ਹੁੰਦੇ ਉਹ ਆਪਣੀ ਨੂਰੀ ਅੱਖ ਨਾਲ ਦੇਖ ਲੈਂਦੇ ਕਿ ਕਿਹੜਾ ਇਨਸਾਨ ਕਿੰਨੀ ਬੰਦਗੀ ਵਾਲਾ ਹੈ। ਜਦੋਂ ਫਕੀਰਾਂ ਨੇ ਉਹਦੇ ਬਾਰੇ ਕਿਹਾ ਤਾਂ ਪਿੰਡ ਦੇ ਲੋਕਾਂ ਨੇ ਕੀ ਕਿਹਾ, ਮਹਾਰਾਜ ਉਹ ਔਰਤ
ਉਹ ਔਰਤ ਉਹ ਤਾਂ ਪਾਪੀ ਹੈ, ਬਹੁਤ ਬੁਰੀ ਹੈ। ਫਕੀਰ ਕਹਿੰਦੇ ਕੀ ਹੋਇਆ, ਕਿੱਦਾਂ ਬੁਰੀ ਹੈ? ਕਹਿੰਦੇ ਮਹਾਰਾਜ ਪਹਿਲਾਂ ਉਹ ਵਹਿਸ਼ਿਆਗਿਰੀ ਕਰਦੀ ਸੀ, ਵਹਿਸ਼ਿਆ ਦਾ ਕੰਮ ਕਰਦੀ ਸੀ। ਉਹ ਕੋਠੇ ਤੇ ਨੱਚਦੀ ਹੁੰਦੀ ਸੀ, ਕਈ ਕਿਸਮ ਦੇ ਗ੍ਰਾਹਕ ਉਹਦੇ ਕੋਲ ਜਾਂਦੇ ਸੀ। ਉਹ ਪਾਪੀ, ਤੁਸੀਂ ਉਹਨੂੰ ਸੰਤ ਕਹੀ ਜਾਂਦੇ ਹੋ, ਫਕੀਰ ਕਹੀ ਜਾਂਦੇ ਹੋ। ਉਸ ਵੇਲੇ ਫਕੀਰ ਕਹਿੰਦੇ ਪਹਿਲਾਂ ਉਹ ਕੀ ਕਰਦੀ ਸੀ ਉਹਦਾ ਤਾਂ ਪਤਾ ਨਹੀਂ, ਪਰ ਇਸ ਵੇਲੇ ਉਹਦਾ ਰੁਤਬਾ ਰੱਬ ਦੇ ਘਰ 'ਚ ਬਹੁਤ ਉੱਚਾ ਹੈ। ਇੱਥੋਂ ਕੀ ਪਤਾ ਲੱਗਦਾ ਹੈ ਕਿ ਅਸੀਂ ਪਹਿਲਾਂ ਚਾਹੇ ਜਿੰਨੇ ਮਰਜ਼ੀ ਪਾਪ ਕਰਦੇ ਹੋਈਏ, ਸ਼ਰਾਬੀ ਹੋਈਏ, ਕਬਾਬੀ ਹੋਈਏ, ਜੁਆਰੀ ਹੋਈਏ, ਬੁਰੇ ਤੋਂ ਬੁਰੇ ਵੀ ਹੋਈਏ, ਪਰ ਅਗਰ ਅਸੀਂ ਸੱਚੇ ਦਿਲੋਂ ਫੈਸਲਾ ਕਰ ਲਈ ਨਾ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਆਪਣੇ ਆਪ ਨੂੰ ਨੇਕ ਰਸਤੇ ਚਲਾਉਣ ਦੀ, ਤਾਂ ਫਿਰ ਅਸੀਂ ਹਰ ਬੁਰਾਈ ਚੋਂ ਨਿਕਲ ਕੇ ਆਪਣੇ ਪ੍ਰਭੂ ਦੇ ਪਿਆਰੇ ਹੋ ਸਕਦੇ ਹਾਂ। ਜਿੱਦਾਂ ਕਿਹਾ ਜਾਂਦਾ ਹੈ ਨਾ ਕਿ ਹੀਰਾ ਹਮੇਸ਼ਾ ਕੋਇਲੇ ਦੀ ਖਾਨ ਚੋਂ ਨਿਕਲਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਇਹ ਤਾਂ ਇਨਸਾਨ ਤੇ ਕਿ ਉਹਨਾਂ ਕੋਇਲਾ ਬਣ ਕੇ ਰਹਿਣਾ ਜਾਂ ਆਪਣੇ ਅੰਦਰਲੇ ਹੀਰੇ ਨੂੰ ਪ੍ਰਗਟ ਕਰਨਾ ਹੈ। ਤਾਂ ਉਸ ਵੇਲੇ ਉਹ ਕਹਿੰਦੇ ਮਹਾਰਾਜ ਉਹ ਕਿੱਦਾਂ ਹੋ ਸਕਦੀ ਹੈ? ਉਹ ਤਾਂ ਇੰਨੇ ਸਾਲ ਪਹਿਲਾਂ ਵਹਿਸ਼ਿਆਗਿਰੀ ਕਰਦੀ ਸੀ। ਫਕੀਰ ਕਹਿੰਦੇ ਚਲੋ ਫਿਰ ਆਈ ਤੁਹਾਨੂੰ ਦੱਸਦੇ ਆ ਕਿ ਉਹਦੇ ਜੀਵਨ 'ਚ ਬਦਲਾਵ ਕਿੱਦਾਂ ਆਇਆ। ਕਹਿੰਦੇ ਚਲੋ ਉਹਦੇ ਕੋਲ ਚਲੀਏ, ਪਰ ਪਹਿਲਾਂ ਤੁਹਾਨੂੰ ਯਕੀਨ ਦਿਲਾਉਣ ਵਾਸਤੇ ਜਾਓ ਉਹਦੇ ਘਰੋਂ ਪਾਣੀ ਦਾ ਗਲਾਸ ਲੈ ਕੇ ਆਓ, ਕਿਉਂਕਿ ਫਿਰ ਤੁਹਾਨੂੰ ਯਕੀਨ ਹੋ ਜਾਏਗਾ ਕਿ ਅਸੀਂ ਜੋ ਕਹਿ ਰਹੇ ਹਾਂ ਸੱਚ ਕਹਿ ਰਹੇ ਹਾਂ। ਇੱਕ ਨੌਜਵਾਨ ਦੌੜ ਕੇ ਗਿਆ, ਉਸ ਔਰਤ ਦੇ ਘਰ ਦਾ ਦਰਵਾਜ਼ਾ ਖੜਕਾਇਆ, ਬੈਠੀ ਰੱਬ ਦੀ ਬੰਦਗੀ ਕਰ ਰਹੀ ਸੀ। ਦਰਵਾਜ਼ਾ ਖੋਲਿਆ, ਉਸਨੇ ਜਦੋਂ ਪਾਣੀ ਮੰਗਿਆ ਤਾਂ ਹੁਣ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਹੁੰਦੇ ਉਹ ਦਰ ਤੇ ਆਏ, ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ। ਔਰਤ ਨੇ ਸੋਚਿਆ ਸ਼ਾਇਦ ਇਹਨੂੰ ਪਿਆਸ ਲੱਗੀ ਹੋਣੀ ਹੈ, ਉਹਨੇ ਪਾਣੀ ਦਿੱਤਾ। ਉਹ ਪਾਣੀ ਦਾ ਗਲਾਸ ਲੈ ਕੇ ਦੌੜ ਆਇਆ ਤਾਂ ਫਕੀਰ ਨੇ ਕਿਹਾ ਪਾਓ ਕੂਏ 'ਚ। ਜਦੋਂ ਕੂਏ 'ਚ ਪਾਇਆ ਤਾਂ ਦੇਖਦਿਆਂ ਦੇਖਦਿਆਂ ਕੂਆ ਪਾਣੀ ਨਾਲ ਭਰ ਗਿਆ। ਕਹਿੰਦੇ ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਸੱਚ ਕਹਿ ਰਹੇ, ਉਹ ਰੱਬ ਦੀ ਭਗਤ ਹੈ। ਪਹਿਲਾਂ ਕੀ ਸੀ ਮਾਇਨੇ ਨਹੀਂ ਖਾਂਦਾ। ਚਲੋ ਉਹਨੂੰ ਪੁੱਛੀਏ ਉਹਦੇ ਜੀਵਨ 'ਚ ਬਦਲਾਵ ਕਿੱਥੋਂ ਆਇਆ। ਹੁਣ ਦੇਖੋ ਬਦਲਾਵ ਕਿੱਦਾਂ ਆਉਂਦਾ ਹੈ। ਕਈ ਵਾਰ ਜ਼ਿੰਦਗੀ 'ਚ ਇੱਕ ਪਲ ਇਦਾਂ ਦਾ ਹੁੰਦਾ ਜਦੋਂ ਪਾਪੀ ਤੋਂ ਪਾਪੀ ਇਨਸਾਨ ਵੀ ਪਵਿੱਤਰ ਹੋ ਜਾਂਦਾ ਹੈ। ਜਿੱਦਾਂ ਉਂਗਲੀ ਮਾਲ ਕਿੱਡਾ ਵੱਡਾ ਹਥਿਆਰਾ ਸੀ, ਜਿਹਨੇ ਕਸਮ ਖਾਧੀ ਸੀ ਕਿ ਮੈਂ 1000 ਬੰਦੇ ਨੂੰ ਮਾਰ ਕੇ ਉਹਦੀ ਉਂਗਲੀ ਵੱਢ ਕੇ ਆਪਣੇ ਗਲ 'ਚ ਪਾਣੀ ਹੈ। 999 ਨੂੰ ਮਾਰ ਚੁੱਕਾ ਸੀ, ਇੰਨਾ ਖਤਰਨਾਕ। ਪਰ ਫਿਰ ਮਹਾਤਮਾ ਬੁੱਧ ਨਾਲ ਜਦੋਂ ਮੁਲਾਕਾਤ ਹੋਈ ਤੇ ਇੱਕ ਮੁਲਾਕਾਤ ਵਿੱਚ ਉਂਗਲੀ ਮਾਲ ਵਰਗਾ ਖਤਰਨਾਕ ਹਥਿਆਰਾ ਬੋਧ ਭਿਕਸ਼ੂ ਬਣ ਗਿਆ, ਦਇਆਵਾਨ ਬਣ ਗਿਆ। ਜ਼ਿੰਦਗੀ ਬਦਲਦੀ ਹੈ। ਇਸ ਲਈ ਅੱਜ ਬੰਦਾ ਇਹ ਨਾ ਸੋਚੇ ਮੈਂ ਤਾਂ ਬਹੁਤ ਪਾਪ ਕੀਤੇ ਆ, ਬਹੁਤ ਗੁਨਾਹ ਕੀਤੇ, ਮੈਨੂੰ ਰੱਬ ਕਿੱਥੋਂ ਮਿਲਣਾ ਹੈ। ਉਹ ਰੱਬ ਸਭ ਨੂੰ ਮਿਲਦਾ ਹੈ, ਕਿਉਂਕਿ ਰੱਬ ਬੈਠਾ ਹੀ ਅੰਦਰ ਹੈ। ਬਸ ਜ਼ਰੂਰਤ ਹੁੰਦੀ ਹੈ, ਜੇ ਹੁਣ ਤੁਸੀਂ ਚਿੱਕੜ 'ਚ ਲਿਬੜ ਜਾਓ, ਜੇ ਤੁਹਾਡੇ ਤੇ ਫਰਜ਼ ਕਰੋ ਤੁਸੀਂ ਗਾਰੇ 'ਚ ਗਿਰ ਗਏ, ਚਿੱਕੜ 'ਚ ਗੰਦਗੀ 'ਚ ਗਿਰ ਗਏ, ਤਾਂ ਕੀ ਤੁਸੀਂ ਸਾਫ਼ ਨਹੀਂ ਹੋ ਸਕਦੇ? ਹੁਣ ਤੁਸੀਂ ਗੰਦੇ ਹੋ ਗਏ? ਤੁਸੀਂ ਨਹੀਂ ਗੰਦੇ ਹੋਏ, ਉਹ ਗੰਦਗੀ ਲੱਗੀ ਹੋਈ ਹੈ। ਔਰ ਜਿਹੜੀ ਚੀਜ਼ ਲੱਗੀ ਹੈ ਉਹਨੂੰ ਲਾਇਆ ਵੀ ਜਾ ਸਕਦਾ ਹੈ, ਉਹਨੂੰ ਸਾਫ਼ ਵੀ ਕੀਤਾ ਜਾ ਸਕਦਾ ਹੈ। ਪਰ ਇਹ ਸਾਡੇ ਤੇ ਕਿ ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਜਾਂ ਗੰਦਗੀ 'ਚ ਬਹਿ ਕੇ ਖੇਲਣਾ ਚਾਹੁੰਦੇ ਹਾਂ। ਹੁਣ ਕਈਆਂ ਨੂੰ ਪਤਾ ਹੈ ਇਹ ਮੇਰੀਆਂ ਬੁਰੀਆਂ ਗੰਦੀਆਂ ਆਦਤਾਂ ਹੈ ਜੋ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀਆਂ ਹੈ। ਹੁਣ ਜਿਹੜੇ ਸਮਝਦਾਰ ਹੁੰਦੇ ਆ ਉਹਨਾਂ ਬੁਰੀਆਂ ਆਦਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਜਿਹੜੇ ਨਾ ਸਮਝ ਹੁੰਦੇ ਆ ਉਹਨਾਂ ਬੁਰੀਆਂ ਆਦਤਾਂ 'ਚ ਹੀ ਜ਼ਿੰਦਗੀ ਗੁਜ਼ਾਰ ਕੇ ਆਖਰ ਖਤਮ ਹੋ ਜਾਂਦੇ ਆ। ਇਸ ਲਈ ਤਾਂ ਕਿਹਾ ਗਿਆ ਹੈ ਕਿ ਕਿਲ ਯੂ ਯੂਅਰ ਬੈਡ ਹੈਬਿਟਸ ਬਿਫੋਰ ਦੇ ਕਿਲ ਯੂ। ਕਹਿੰਦੇ ਆਪਣੀਆਂ ਬੁਰੀਆਂ ਆਦਤਾਂ ਨੂੰ ਖਤਮ ਕਰ ਦੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਖਤਮ ਕਰ ਦੇਣ, ਕਿਉਂਕਿ ਜਿਹੜੀ ਬੁਰੀ ਆਦਤ ਹੈ ਜੇ ਤੁਸੀਂ ਖਤਮ ਨਾ ਕੀਤਾ ਤਾਂ ਇਹਨਾਂ ਨੇ ਤੁਹਾਨੂੰ ਖਤਮ ਕਰ ਦੇਣਾ ਕਿ ਨਹੀਂ। ਹੁਣ ਇੱਕ ਬੁਰੀ ਆਦਤ ਹੈ ਨਸ਼ਾ ਕਰਨ ਦੀ, ਜੇ ਅਸੀਂ ਉਹ ਬੁਰੀ ਆਦਤ ਨੂੰ ਖਤਮ ਨਾ ਕੀਤਾ ਤਾਂ ਫਿਰ ਉਹ ਨਸ਼ੇ ਦੀ ਆਦਤ ਨੇ ਸਾਨੂੰ ਇੱਕ ਦਿਨ ਖਤਮ। ਜਵਾਬ ਦੇ ਦਿਓ, ਸਹੀ ਹੈ ਕਿ ਨਹੀਂ ਗੱਲ? ਅਸੀਂ ਤਾਂ ਕਹਿੰਦੇ ਨਾ ਉਹ ਜੀ ਨਸ਼ਾ ਕਰਦਾ ਸੀ, ਉਹਦੇ ਫੇਫੜੇ ਚਲੇ ਗਏ, ਲੀਵਰ ਚਲਾ ਗਿਆ, ਗੁਰਦੇ ਗਏ। ਉਹ ਜੀ ਚਿੱਟੇ ਦਾ ਨਸ਼ਾ ਕਰਦਾ ਸੀ, ਉਹ ਇਦਾਂ ਚਲਾ ਗਿਆ। ਉਹ ਅਫੀਮ ਖਾਂਦਾ ਸੀ, ਇਦਾਂ ਹੋ ਗਿਆ। ਉਹ ਸ਼ਰਾਬ ਪੀਂਦਾ ਸੀ, ਇਦਾਂ ਹੋ ਗਿਆ। ਹੁਣ ਯਾਨੀ ਇਹ ਬੁਰੀਆਂ ਆਦਤਾਂ ਜੋ ਬੁਰੇ ਕਰਮ ਹੈ, ਇਸ ਤੋਂ ਪਹਿਲਾਂ ਕਿ ਤੁਹਾਨੂੰ ਖਤਮ ਕਰਨ ਤੁਸੀਂ ਇਹਨਾਂ ਨੂੰ ਆਪਣੇ ਜੀਵਨ ਚੋਂ ਖਤਮ ਕਰ ਦਿਓ, ਕੱਢ ਦਿਓ ਇਹਨਾਂ ਨੂੰ। ਕਿਉਂਕਿ ਬੁਰੀਆਂ ਆਦਤਾਂ ਅੱਜ ਤਾਂ ਮਜ਼ਾ ਦਿੰਦੀਆਂ ਹੈ, ਪਰ ਅੱਜ ਇੱਕ ਪਲ ਦਾ ਮਜ਼ਾ ਨਾ ਸਾਰੀ ਜ਼ਿੰਦਗੀ ਦੀ ਸਜ਼ਾ ਵੀ ਕਹਿ ਦਿਓ ਬਣਦੀ ਹੈ ਕਿ ਨਹੀਂ। ਹੁਣ ਕਈ ਨੌਜਵਾਨ ਦੇਖੇ ਐ ਅਸੀਂ, ਕਿਉਂਕਿ ਸਾਡੇ ਕੋਲ ਤਾਂ ਬੇਨਤੀਆਂ ਆਉਂਦੀਆਂ ਰਹਿੰਦੀਆਂ ਹੈ। ਉਹ ਚੰਗੇ ਭਲੇ 20 22 23 25 ਸਾਲ ਦੇ ਨੌਜਵਾਨ ਇੰਨੀ ਉਮਰ 'ਚ ਜਿੱਥੇ ਉਹਨਾਂ ਅੰਦਰ ਤਾਕਤ ਹੋਣੀ ਚਾਹੀਦੀ ਹੈ, ਉਹਨਾਂ ਅੰਦਰ ਜੋਸ਼ ਹੋਣਾ ਚਾਹੀਦਾ ਹੈ, ਉਹ ਰੋਗੀ ਹੋ ਕੇ ਮੰਜੇ ਤੇ ਲੇਟੇ ਹੋਏ ਹੈ। ਕੋਈ ਉਹ ਹੁੰਦੇ ਨਾ ਕੀ ਸੈਂਟਰ ਬਣੇ ਹੁੰਦੇ ਹੈ, ਕਈ ਉਹਨਾਂ ਸੈਂਟਰਾਂ 'ਚ ਦਾਖਲ ਕੀਤੇ ਹੋਏ ਜ਼ਿੰਦਗੀ ਖਰਾਬ ਕਰ ਰਹੇ ਹੈ। ਕਿਉਂ? ਉਹ ਨਸ਼ੇ ਕਰਕੇ। ਇਸ ਲਈ ਕਹਿੰਦੇ ਹੈ ਕਿਲ ਯੂ ਯੂਅਰ ਬੈਡ ਹੈਬਿਟਸ। ਤੁਸੀਂ ਆਪਣੀਆਂ ਬੁਰੀਆਂ ਆਦਤਾਂ ਨੂੰ
ਖਤਮ ਕਰ ਦਿਓ ਬਿਫੋਰ ਦੇ ਕਿਲ ਯੂ। ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਖਤਮ ਕਰਨ ਤੁਸੀਂ ਉਹਨਾਂ ਨੂੰ ਕਹਿ ਦਿਓ। ਸੋ ਅੱਜ ਚੈੱਕ ਕਰੋ ਆਪਣੇ ਅੰਦਰ, ਉਹ ਕਿਸੇ ਨੂੰ ਤਮਾਕੂ ਖਾਣ ਦੀ, ਬੀੜੀ ਪੀਣ ਦੀ ਵੀ ਆਦਤ ਹੋ ਸਕਦੀ ਹੈ, ਵੀ ਮਾੜੀ ਹੈ, ਕਿਉਂਕਿ ਇਹਦੇ ਨਾਲ ਵੀ ਲੰਗ ਕੈਂਸਰ ਹੋ ਜਾਂਦਾ ਹੈ। ਸੋ ਇਸ ਤੋਂ ਪਹਿਲਾਂ ਕਿ ਕੈਂਸਰ ਸਾਨੂੰ ਖਤਮ ਕਰੇ, ਅਸੀਂ ਇਹਨੂੰ ਖਤਮ ਕਰ ਦਈਏ। ਭਾਈ ਇਹ ਬੀੜੀ ਛੱਡ ਦੇਵਾਂ, ਇਹ ਸਿਗਰਟ ਛੱਡ ਦੇਵਾਂ, ਇਹ ਮੈਂ ਬੁਰੀ ਆਦਤ ਛੱਡ ਦੇਵਾਂ, ਇਸ ਤੋਂ ਪਹਿਲਾਂ ਕਿ ਮੇਰੀ ਜਾਨ ਲਵੇ ਮੈਂ ਇਹਦੀ ਜਾਨ ਹੀ ਲੈ ਲਵਾਂ, ਯਾਨੀ ਇਹਨੂੰ ਹੀ ਖਤਮ ਕਰ ਦੇਵਾਂ। ਕਿਉਂਕਿ ਆਦਤ ਖਤਮ ਕੀਤੀ ਜਾ ਸਕਦੀ ਹੈ, ਜੇ ਆਦਤ ਖਤਮ ਨਾ ਕੀਤੀ ਤਾਂ ਪੱਕੀ ਗੱਲ ਹੈ ਆਦਤ ਨੇ ਤੁਹਾਨੂੰ ਜ਼ਰੂਰ ਖਤਮ ਕਰ ਦੇਣਾ ਹੈ। ਇਸ ਲਈ ਸਮਝਦਾਰ ਇਨਸਾਨ ਕਿਸੇ ਵੀ ਚੀਜ਼ ਨੂੰ, ਹੁਣ ਬੰਦਾ ਕਹਿੰਦਾ ਸੱਪ ਕਿਉਂ ਮਾਰਿਆ, ਭਾਈ ਜੇ ਮੈਂ ਸੱਪ ਨੂੰ ਨਾ ਮਾਰਦਾ ਸੱਪ ਨੇ ਮੈਨੂੰ ਮਾਰ ਦੇਣਾ ਸੀ। ਤਾਂ ਤੈਨੂੰ ਸੱਪ ਦਾ ਪਤਾ ਹੈ ਕਿ ਸੱਪ ਨੂੰ ਨਾ ਮਾਰਿਆ ਤਾਂ ਮੈਨੂੰ ਮਾਰ ਦੇਣਾ ਸੀ। ਆ ਜਿਹੜੀ ਬੋਤਲ ਰੱਖੀ ਹੋਈ ਹੈ ਇਹਨੂੰ ਵੀ ਤੋੜ, ਆ ਜਿਹੜੀ ਪੂਰੀ ਜੇਬ 'ਚ ਪਾਈ ਹੋਈ ਨਾ ਇਹ ਵੀ ਸੱਪ ਹੈ, ਜੇ ਇਹਨੂੰ ਨਾ ਕੱਢਿਆ ਤਾਂ ਇਹਨਾਂ ਤੈਨੂੰ ਵੱਢ ਲੈਣਾ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੇ ਤੈਨੂੰ ਕਹਿ ਦੋ ਖਤਮ ਕਰਨਾ ਹੀ ਹੈ, ਨੁਕਸਾਨ ਕਰਦੀ ਹੈ ਕਿ ਨਹੀਂ ਬੋਡੀ 'ਚ। ਹੁਣ ਜਿਹਨਾਂ ਨੂੰ ਨਾ ਆਦਤ ਹੁੰਦੀ, ਜਿੱਦਾਂ ਫਰਜ਼ ਕਰੋ ਹੁਣ ਅਸੀਂ ਬੈਠੇ ਆ ਸ਼ੁੱਧ ਹਵਾ ਲੈ ਰਹੇ ਆ, ਤੁਸੀਂ ਇੱਕ ਪਟਾਕਾ ਵੀ ਉੱਥੇ ਚਲਾ ਦਿਓ ਨਾ, ਉਹਦਾ ਧੂਆਂ ਵੀ ਹੋਵੇ ਤਾਂ ਸਾਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ। ਅਸੀਂ ਤਾਂ ਕਈ ਵਾਰ ਮੁੰਡੇ ਪਟਾਕੇ ਨਾ ਚਲਾਇਆ ਕਰੋ ਭਾਈ, ਵਾਤਾਵਰਨ ਦੂਸ਼ਿਤ ਹੁੰਦਾ ਹੈ, ਸਾਨੂੰ ਸਾਹ ਲੈਣਾ ਔਖਾ ਹੁੰਦਾ ਹੈ, ਤਾਂ ਫਿਰ ਪੇੜਾਂ ਪੌਦਿਆਂ ਦਾ, ਪਸ਼ੂ ਪੰਛੀਆਂ ਤੇ ਕਿੰਨਾ ਪ੍ਰਭਾਵ ਪਏਗਾ। ਨਹੀਂ ਕਹਿੰਦੇ ਸਾਨੂੰ ਉਹ ਸਮਝ ਨਹੀਂ ਆਉਂਦੀ ਕਿ ਦੂਰ ਪਟਾਕਾ ਚੱਲਿਆ ਹੋਵੇ ਉਹਦੀ ਸਮੈਲ ਨਾਲ ਸਾਨੂੰ ਇੱਥੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਤਾਂ ਉਹਨਾਂ ਦੀ ਬੜੀ ਹੈਰਾਨੀ ਹੁੰਦੀ ਜਿਹੜੇ ਤਮਾਕੂ ਅੰਦਰ ਜਾ ਰਿਹਾ ਹੈ, ਫਰਕ ਹੀ ਨਹੀਂ ਪੈਂਦਾ ਕੋਈ। ਛੱਡੋ ਇਹਨਾਂ ਚੀਜ਼ਾਂ ਨੂੰ, ਥੋੜਾ ਜਿਹਾ ਨਿਕਲੋ ਇਹਨਾਂ ਚੀਜ਼ਾਂ ਤੋਂ। ਇਹ ਸੱਪ ਹੈ, ਜਿੱਦਾਂ ਬੰਦਾ ਕਹਿੰਦਾ ਸ਼ੇਰ ਨੂੰ ਮਾਰ ਦਿਓ ਇਸ ਤੋਂ ਪਹਿਲਾਂ ਸ਼ੇਰ ਤੁਹਾਨੂੰ ਮਾਰ ਦੇਵੇ, ਸੱਪ ਨੂੰ ਮਾਰ ਦਿਓ ਇਸ ਤੋਂ ਪਹਿਲਾਂ ਸੱਪ ਤੁਹਾਨੂੰ, ਇਹ ਕੋਈ ਵੀ ਚੀਜ਼ ਉਦਾਹਰਨ ਦੇ ਰਹੇ ਹਾਂ ਅਸੀਂ, ਕਿਸੇ ਵੀ ਐਸੇ ਜਾਨਵਰ ਦੀ ਜੋ ਸਾਡੀ ਜਾਨ ਲੈ ਸਕਦਾ, ਬੰਦਾ ਕਹਿੰਦਾ ਇਸ ਤੋਂ ਪਹਿਲਾਂ ਉਹ ਮੇਰੀ ਜਾਨ ਲਵੇ ਮੈਂ ਇਹਨੂੰ ਖਤਮ ਕਰ ਦੇਵਾਂ। ਤੇ ਨਸ਼ੇ ਵੀ ਇੱਦਾਂ ਹੀ ਸੋਚੇ ਵੀ ਉਹ ਜੰਗਲੀ ਜਾਨਵਰ ਹੈ ਕਿ ਅਗਰ ਅਸੀਂ ਇਹਨੂੰ ਨਾ ਮਾਰਿਆ ਤੇ ਇਹਨਾਂ ਨਸ਼ਿਆਂ ਨੇ ਜਾਨ ਸਾਡੀ ਲੈ ਲੈਣੀ ਹੈ, ਇਸ ਲਈ ਭਾਈ ਖਤਮ ਕਰੀਏ ਇਹਨਾਂ ਨੂੰ। ਔਰ ਅਗਰ ਅੱਜ ਇੱਕ ਇਨਸਾਨ ਸ਼ਰਾਬੀ ਹੈ ਔਰ ਮਨ 'ਚ ਸੋਚ ਰਿਹਾ ਅੱਜ ਤੋਂ ਬੁਰੀ ਆਦਤ ਛੱਡੀ, ਅੱਜ ਤੋਂ ਮੈਂ ਇਹ ਬੋਤਲ ਦੀ ਪੀਣੀ ਬੰਦ ਕਰਕੇ ਆਪਣੇ ਰੱਬ ਦੇ ਨਾਂ ਦੀ ਪੀਣੀ ਹੈ, ਤਾਂ ਫਿਰ ਜੀਵਨ ਬਦਲ ਗਿਆ ਕਿ ਨਹੀਂ ਉਹਦਾ। ਇੱਦਾਂ ਦਾ ਬਦਲਾਅ ਆਉਂਦੇ ਹੈ, ਇੱਦਾਂ ਦਾ ਪਲ ਵਿੱਚ ਇਨਸਾਨ ਦੀ ਦੁਨੀਆ ਕਹਿ ਦਿਓ ਬਦਲਦੀ ਹੈ, ਜ਼ਿੰਦਗੀ ਬਦਲਦੀ ਹੈ। ਇਸ ਲਈ ਫੈਸਲੇ ਕਰੋ, ਉਹਨਾਂ ਆਦਤਾਂ ਨੂੰ ਆਪਣੇ ਜੀਵਨ 'ਚ ਲੈ ਕੇ ਆਈਏ ਜੋ ਸਾਡੇ ਵਾਸਤੇ ਅੱਛੀਆਂ ਹੈ, ਜਿਨ੍ਹਾਂ ਸਾਨੂੰ ਤਾਕਤ ਮਿਲੇ, ਸ਼ਕਤੀ ਮਿਲੇ, ਹਿੰਮਤ ਵਧੇ, ਹੌਸਲਾ ਵਧੇ। ਉਹ ਜਿਹੜੀਆਂ ਆਦਤਾਂ ਸਾਡੀ ਤਾਕਤ ਨੂੰ ਘਟਾ ਦੇਣ, ਸਾਡੀ ਹਿੰਮਤ, ਸਾਡੇ ਹੌਸਲੇ ਨੂੰ, ਸਾਡੇ ਵਿਸ਼ਵਾਸ ਨੂੰ ਘਟਾ ਦੇਣ, ਸਾਨੂੰ ਕਮਜ਼ੋਰ ਬਣਾ ਦੇਣ, ਐਸੀਆਂ ਆਦਤਾਂ ਨੂੰ ਆਪਣੇ ਜੀਵਨ 'ਚੋਂ ਬਾਹਰ ਕੱਢ ਦਿਓ। ਅੱਜ ਤੋਂ ਕੱਢ ਦਿਓ ਬਾਹਰ, ਦਿਖਾ ਦਿਓ ਬਾਹਰਲਾ ਰਸਤਾ ਕਿ ਸਾਨੂੰ ਤੇਰੀ ਲੋੜ ਨਹੀਂ ਹੈ। ਜਿੱਦਾਂ ਘਰ 'ਚ ਸੱਪ ਬਣਿਆ ਲਾਠੀ ਲੈ ਕੇ ਬਾਹਰ ਕੱਢਦੇ ਨਾ, ਇਦਾਂ ਹੀ ਇਹਨਾਂ ਨੂੰ ਬਾਹਰ ਕੱਢੋ। ਇਹ ਚੀਜ਼ਾਂ ਸਾਡੇ ਵਾਸਤੇ ਨੁਕਸਾਨਦਾਇਕ ਹੈ, ਬੁਰੀਆਂ ਆਦਤਾਂ ਸਾਡੇ ਵਾਸਤੇ ਨੁਕਸਾਨਦਾਇਕ ਹੈ। ਇਸ ਤੋਂ ਪਹਿਲਾਂ ਇਹ ਸਾਨੂੰ ਖਤਮ ਕਰਨ। ਲਓ ਅੱਜ ਤੋਂ ਅਸੀਂ ਇਹਨਾਂ ਨੂੰ ਆਪਣੇ ਜੀਵਨ 'ਚੋਂ ਖਤਮ ਕੀਤਾ। ਮਜ਼ਾ ਹੀ ਫੇਰ ਆਉਂਦਾ ਜ਼ਿੰਦਗੀ ਦਾ। ਇੱਕ ਵਾਰ ਇਹਨਾਂ ਚੀਜ਼ਾਂ 'ਚੋਂ ਨਿਕਲ ਕੇ ਦੇਖੋ, ਜ਼ਿੰਦਗੀ ਉੱਤੇ ਖੂਬਸੂਰਤ ਲੱਗਣੀ ਸ਼ੁਰੂ ਹੋ ਜਾਏਗੀ, ਮਜ਼ਾ ਆ ਜਾਏਗਾ ਜੀਣ 'ਚ। ਬੰਦਾ ਕਹਿੰਦਾ ਆਨੰਦ ਹੀ ਬੜਾ ਹੈ। ਸਮਝਣਾ ਜ਼ਰਾ ਸਾਰਿਆਂ ਨੇ। ਹੁਣ ਇੱਧਰ ਆ ਜਾਈਏ ਉਸ ਪੁਆਇੰਟ ਤੇ, ਜਦੋਂ ਕੂਆਂ ਪਾਣੀ ਨਾਲ ਭਰ ਗਿਆ, ਫਕੀਰ ਕਹਿੰਦੇ ਦੇਖ ਲਓ, ਉਹ ਕਹਿੰਦੇ ਮਹਾਰਾਜ ਇਹ ਵਹਿਸ਼ੀਆ ਸੀ ਔਰ ਅੱਜ ਇਦਾਂ ਦੀ ਪਦਵੀ ਤੇ ਪਹੁੰਚ ਗਏ, ਗਲਾਸ ਪਾਣ ਨਾਲ ਕੂਆਂ ਭਰ ਗਿਆ ਪਾਣੀ ਨਾਲ, ਇਹ ਕਿੱਦਾਂ ਬਦਲਾਅ ਆਇਆ। ਫਕੀਰ ਕਹਿੰਦੇ ਚਲੋ ਇਹਨੂੰ ਪੁੱਛਦੇ ਆ ਜਾ ਕੇ, ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜ਼ਿੰਦਗੀ 'ਚ ਬਦਲਾਅ ਆਂਦਾ ਕਿੱਦਾਂ ਆ। ਕਹਿੰਦੇ ਸਾਰੇ ਇਕੱਠੇ ਹੋ ਗਏ ਨਾ, ਉਸ ਵਹਿਸ਼ੀਆ ਦੇ ਕੋਲ ਚਲੇ ਗਏ। ਪਰ ਇਸ ਵੇਲੇ ਪਹਿਲਾਂ ਵਹਿਸ਼ੀਆ ਸੀ, ਪਰ ਹੁਣ ਉਹ ਨੇਕ ਔਰਤ ਬਣ ਚੁੱਕੀ ਹੈ। ਸਮਝ ਲਓ ਕਿ ਇੱਕ ਫਕੀਰ ਔਰਤ ਹੋ ਚੁੱਕੀ ਹੈ। ਹੁਣ ਕਹਿੰਦੇ ਜਦੋਂ ਗਏ ਤਾਂ ਬੈਠੀ ਬੰਦਗੀ ਕਰ ਰਹੀ ਹੈ। ਜਦੋਂ ਉਹਨੇ ਫਕੀਰਾਂ ਨੂੰ ਦੇਖਿਆ, ਨਾਲ ਪਿੰਡ ਦੇ ਲੋਕਾਂ ਨੂੰ ਦੇਖਿਆ, ਪਿੰਡ ਦਾ ਸਰਪੰਚ, ਹੋਰ ਲੋਕ ਹੈ, ਤਾਂ ਉਹਨੇ ਉੱਠ ਕੇ ਸਵਾਗਤ ਕੀਤਾ। ਫਕੀਰਾਂ ਨੂੰ ਦੇਖ ਕੇ ਮੁਸਕਰਾਈ, ਕਿਉਂਕਿ ਜਿੱਦਾਂ ਜਿਹਨਾਂ ਦੀ ਲਿਵ ਜੁੜੀ ਹੁੰਦੀ ਪਰਮਾਤਮਾ ਨਾਲ, ਉਹ ਪਹਿਚਾਣ ਲੈਂਦੇ ਕਿ ਇਹ ਵੀ ਉਹਦਾ ਹੀ ਆਸ਼ਿਕ ਹੈ ਜਿਹਦਾ ਮੈਂ ਆਸ਼ਿਕ ਹਾਂ। ਬੰਦਾ ਕਹਿੰਦਾ ਇਹ ਵੀ ਉਹੀ ਪਾਰਟੀ ਦਾ ਮੈਂਬਰ ਹੈ ਜਿਹੜੀ ਪਾਰਟੀ ਦਾ ਮੈਂ ਮੈਂਬਰ ਹਾਂ। ਹੋ ਜਾਂਦਾ ਕਿ ਨਹੀਂ? ਪਰ ਜਿਹੜੇ ਪਾਰਟੀਆਂ ਅਲੱਗ-ਅਲੱਗ ਹੋਣ ਤਾਂ ਫਿਰ ਹੁੰਦਾ ਆ ਜਿਹੜੀ ਪਾਰਟੀ ਦਾ ਬੰਦਾ ਆ ਗਿਆ ਹੈ। ਇਹ ਤਾਂ ਸ਼ਕਲ ਨਹੀਂ ਦੇਖਣੀ, ਇਹ ਤਾਂ ਪਾਰਟੀ ਕੋਈ ਹੋਰ ਹੈ। ਇਸ ਲਈ ਤੁਸੀਂ ਵੀ ਚੈੱਕ ਕਰਨਾ, ਤੁਸੀਂ ਸ਼ੈਤਾਨ ਦੀ ਪਾਰਟੀ ਦੇ ਬੰਦੇ ਹੋ ਜਾਂ ਭਗਵਾਨ ਦੀ ਪਾਰਟੀ ਦੇ ਬੰਦੇ ਹੋ। ਕਿਉਂਕਿ ਦੋ ਪਾਰਟੀਆਂ ਇੱਥੇ ਅਸੀਂ ਆ ਰਾਜਨੀਤੀ ਦੀ ਪਾਰਟੀਆਂ ਦੀ ਗੱਲ ਨਹੀਂ ਕਰ ਰਹੇ ਕਿ ਕਾਂਗਰਸ ਕੌਣ ਹੈ, ਬੀਜੇਪੀ ਕੌਣ ਹੈ, BSP ਕੌਣ ਹੈ ਜਾਂ ਆਪ ਕੌਣ ਹੈ। ਨਹੀਂ, ਇੱਥੇ ਅਸੀਂ ਪਾਰਟੀ ਇੱਕ ਭਗਵਾਨ ਦੀ ਪਾਰਟੀ ਹੈ ਤੇ ਇੱਕ ਸ਼ੈਤਾਨ ਦੀ ਪਾਰਟੀ ਹੈ। ਜਿਹੜਾ ਬੁਰਾ ਕਰ ਰਿਹਾ ਹੈ, ਪਾਪ ਕਰਮ ਕਰ ਰਿਹਾ, ਦੂਜਿਆਂ ਨੂੰ ਦੁੱਖ ਦੇ ਰਿਹਾ ਹੈ, ਦੂਜਿਆਂ ਨਾਲ ਜਿਹੜਾ ਨਫ਼ਰਤ ਕਰ ਰਿਹਾ, ਇਹ ਸਮਝ ਲਓ ਕਿ ਇਹ ਸ਼ੈਤਾਨ ਦੀ ਪਾਰਟੀ ਦਾ ਮੈਂਬਰ ਹੈ। ਤਾਂ ਜਿਹੜਾ ਦੂਜਿਆਂ ਨੂੰ ਖੁਸ਼ੀ ਦੇ ਰਿਹਾ ਹੈ, ਭਲਾ ਕਰ ਰਿਹਾ ਹੈ, ਨੇਕੀ ਕਰ ਰਿਹਾ ਹੈ, ਦਾਨ ਪੁੰਨ ਕਰ ਰਿਹਾ, ਅੱਛਾ ਕਰ ਰਿਹਾ, ਸਮਝ ਲਓ ਭਗਵਾਨ ਦੀ ਪਾਰਟੀ ਦਾ ਮੈਂਬਰ ਹੈ। ਇਸ ਕਰਕੇ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੋ ਚੈੱਕ ਕਰ ਲੈਣਾ ਆਪਣੇ ਆਪ, ਕਿਉਂਕਿ ਮੈਂ ਮਿਲਦਾ ਵੀ ਬੰਦੇ ਨੂੰ ਉਦਾਂ ਦਾ ਹੀ ਹੈ ਜਿਹਦੀ ਪਾਰਟੀ ਦਾ ਮੈਂਬਰ ਹੋਏਗਾ। ਹੁਣ ਇੱਧਰ
ਜਦੋਂ ਦੋਨਾਂ ਫਕੀਰਾਂ ਨੇ, ਇਧਰ ਔਰਤ ਨੇ, ਉਸ ਫਕੀਰ ਨੇ, ਦੂਜੇ ਮੁਸਕਰਾਏ ਬਹਿ ਗਏ। ਤਾਂ ਉਸਲੇ ਫਕੀਰਾਂ ਨੇ ਕਿਹਾ ਇਹ ਗਾਉਂ ਵਾਲੇ ਜਾਨਣਾ ਚਾਹੁੰਦੇ ਐ ਕਿ ਤੂੰ ਪਹਿਲਾਂ ਵੈਸ਼ਿਆ ਸੀ ਔਰ ਤੇਰੇ ਜੀਵਨ 'ਚ ਬਦਲਾਵ ਕਿੱਦਾਂ ਆਇਆ, ਉਸ ਗਿਰੀ ਹੋਈ ਘਟੀਆ ਜ਼ਿੰਦਗੀ ਚੋਂ ਅੱਜ ਇਸ ਜ਼ਿੰਦਗੀ ਤੱਕ ਕਿੱਦਾਂ ਪਹੁੰਚ ਗਈ ਕਿ ਜਿੱਥੇ ਹੁਣ ਤੂੰ ਰੱਬ ਦਾ ਹੀ ਰੂਪ ਹੋ ਗਈ। ਤਾਂ ਉਸਲੇ ਔਰਤ ਨੇ ਦੇਖੋ ਆਪਣੀ ਕਹਾਣੀ ਦੱਸੀ, ਕਹਿੰਦੀ ਮੇਰੇ ਜੀਵਨ ਦੇ ਵਿੱਚ ਬਦਲਾਵ ਆਇਆ ਇੱਕ ਫਕੀਰ ਦੀ ਸੋਹਬਤ ਦੇ ਨਾਲ। ਕਿਹਦੀ ਸੋਹਬਤ ਨਾਲ? ਫਕੀਰ ਦੀ ਸੋਹਬਤ ਨਾਲ। ਕਹਿੰਦੇ ਉਹ ਕੌਣ ਫਕੀਰ? ਕਹਿੰਦੇ ਉਹ ਫਕੀਰ ਹੈ ਫਕਰ ਜਹਾਂ ਦੇਲਵੀ। ਫਕੀਰਾਂ ਦਾ ਨਾਮ ਸੀ ਬਾਬਾ ਫਰੀਦ, ਉਹਨਾਂ ਦੇ ਸੇਵਕ ਸੀ ਨਿਜ਼ਾਮੁਦੀਨ ਔਲੀਆ। ਫਿਰ ਨਿਜ਼ਾਮੁਦੀਨ ਔਲੀਆ ਤੇ ਪੀੜੀ ਵਿੱਚ ਹੀ ਯਾਨੀ ਉਸ ਗੱਦੀ ਤੇ ਹੀ ਫਕਰ ਜਹਾਂ ਦੇਲਵੀ ਵੀ ਆਏ ਸੀ। ਉਹਨਾਂ ਦੇ ਜੀਵਨ ਦੀ ਗੱਲ ਹੈ। ਉਹ ਕਹਿੰਦੇ ਬਦਲਾਵ ਕਿੱਦਾਂ ਆਇਆ, ਹੁਣ ਇਹ ਦੱਸ ਉਹਨਾਂ ਦੇ ਨਾਲ ਕਿੱਦਾਂ ਤੇਰੀ ਮੁਲਾਕਾਤ ਹੋਈ? ਤਾਂ ਉਸਲੇ ਔਰਤ ਨੇ ਦੱਸਿਆ ਕਿ ਜਦੋਂ ਮੈਂ ਵੈਸ਼ਿਆਗਿਰੀ ਕਰਦੀ ਸੀ ਤਾਂ ਮੇਰੇ ਕੋਲ ਬੜੇ ਬੜੇ ਲੋਕ ਆਉਂਦੇ ਸੀ, ਔਰ ਜਦੋਂ ਫਕਰ ਜਹਾਂ ਦੇਲਵੀ ਦਾ ਨਾਮ ਉੱਚਾ ਹੋਇਆ, ਉਹਨਾਂ ਦਾ ਜਸ਼ ਹੋਣ ਲੱਗਾ, ਤਾਂ ਕੁਝ ਲੋਕ ਮੇਰੇ ਕੋਲ ਇਕੱਠੇ ਹੋ ਕੇ ਆਏ, ਮੈਨੂੰ ਪੈਸੇ ਦਾ ਲਾਲਚ ਦਿੱਤਾ ਕਿ ਅਸੀਂ ਤੈਨੂੰ ਇੰਨਾ ਪੈਸਾ ਦੇਣਾ, ਕਿਸੇ ਤਰ੍ਹਾਂ ਇਹਨਾਂ ਫਕੀਰਾਂ ਨੂੰ ਬਦਨਾਮ ਕਰ, ਕਿਸੇ ਤਰ੍ਹਾਂ ਇਹ ਸਾਬਿਤ ਕਰਕੇ ਰਾਤ ਨੂੰ ਮੇਰੇ ਕੋਠੇ ਤੇ ਆਉਂਦੇ ਆ, ਨਾਲ 2 ਝੂਠੇ ਗਵਾਹ ਵੀ ਤਿਆਰ ਕਰ ਲਏ। ਕਹਿੰਦੀ ਫਿਰ ਮੈਂ ਕੀ ਕੀਤਾ? ਅਗਲੇ ਦਿਨ ਫਕਰ ਜਹਾਂ ਦੇਲਵੀ ਬਿਰਧ ਫਕੀਰ ਸੀ, ਦਾੜੀ ਚਿੱਟੀ, ਸਿਰ ਦੇ ਵਾਲ ਚਿੱਟੇ, ਆਪਣੇ ਮਿੰਬਰ ਤੇ ਬਹਿ ਕੇ ਲੋਕਾਂ ਨੂੰ ਸਮਝਾ ਰਹੇ ਸੀ। ਤਾਂ ਮੈਂ ਉੱਥੇ ਪਹੁੰਚ ਗਈ, ਪੈਸੇ ਦੀਆਂ ਪੱਟੀਆਂ, ਜਿੱਦਾਂ ਲਾਲਚ ਦੀਆਂ ਪੱਟੀਆਂ ਮੇਰੀਆਂ ਅੱਖਾਂ ਤੇ ਵੱਜੀਆਂ ਸੀ। ਮੈਂ ਉਹਨਾਂ ਫਕੀਰਾਂ ਨੂੰ ਬਦਨਾਮ ਕਰਨ ਵਾਸਤੇ ਨਾ, ਕਿਸੇ ਨੇ ਮੈਨੂੰ ਲਾਲਚ ਦਿੱਤਾ, ਉਹਨਾਂ ਦੇ ਦੁਸ਼ਮਣਾਂ ਨੇ, ਕਿ ਲੈ ਤੈਨੂੰ ਇੰਨੇ ਪੈਸੇ ਦੇਣੇ, ਝੂਠਾ ਬਦਨਾਮ ਕਰ ਇਹਨਾਂ ਨੂੰ ਕਿ ਕੋਈ ਫਕੀਰ ਨਹੀਂ, ਤਾਂ ਮੇਰੇ ਕੋਲ ਆਉਂਦੇ ਜਾਂਦੇ ਆ, ਇਹਨਾਂ ਦੀ ਰਾਜ ਤਾਂ ਮੇਰੇ ਕੋਠੇ ਤੇ ਗੁਜ਼ਰਦੀ ਹੈ, ਇਹ ਦਿਨ ਨੂੰ ਫਕੀਰ ਹੈ ਤਾਂ ਰਾਤ ਨੂੰ ਤਵਾਇਫ ਦੇ ਕੋਲ ਆਉਂਦੇ, ਯਾਨੀ ਬਦਨਾਮ ਕਰ ਇਹਨਾਂ ਨੂੰ। ਹੁਣ ਕਹਿੰਦੀ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਹੱਥਾਂ 'ਚ ਨਾ ਥੈਲੀ ਲੈ ਲਈ, ਇੱਕ ਉਹਦੇ 'ਚ ਸਿੱਕੇ ਸੀ ਖੋਟੇ, ਕਿਉਂਕਿ ਮੈਨੂੰ ਕੋਈ ਗੱਲ ਕਰਨ ਦਾ ਬਹਾਨਾ ਵੀ ਚਾਹੀਦਾ ਸੀ। ਇੱਧਰ ਫਕਰ ਜਹਾਂ ਦੇਲਵੀ ਜਦੋਂ ਮੈਂਬਰ ਤੋਂ ਆਪਣਾ ਖੁਤਬਾ ਸਤਸੰਗ ਕਰਕੇ ਉੱਠਣ ਲੱਗੇ ਤਾਂ ਮੈਂ ਉੱਥੇ ਹੀ ਖੜ ਗਈ, ਔਰ ਮੈਂ ਕਹਿਣ ਲੱਗੀ ਬਾਬਾ ਜੀ ਪਹਿਲਾਂ ਦੱਸੋ ਤੁਹਾਡੀ ਕਮਰ ਦਰਦ ਕਿੱਦਾਂ? ਹੁਣ ਰਾਤੀ ਤੁਹਾਡੀ ਬੜੀ ਮਾਲਿਸ਼ ਕੀਤੀ ਮੈਂ, ਜਰਾ ਸਮਝਣਾ, ਹੁਣ ਦਰਦ ਕਿੱਦਾਂ ਕਮਰ ਦੀ? ਕਿਉਂਕਿ ਬੇਦਰਦ ਸੀ, ਕਮਰ 'ਚ ਉਹਨਾਂ ਦੇ ਥੋੜੀ ਦਰਦ ਸੀ, ਸਾਰਿਆਂ ਨੂੰ ਪਤਾ ਸੀ ਦਰਦ ਰਹਿੰਦੀ ਹੈ, ਕਿਉਂਕਿ ਜਦੋਂ ਉਮਰ ਹੋ ਜਾਂਦੀ ਹੈ ਤਾਂ ਉੱਠਣਾ ਬੈਠਣਾ ਥੋੜਾ। ਜਦੋਂ ਇਹਨਾਂ ਕਿਹਾ ਨਾ ਹੁਣ ਤੁਹਾਡੀ ਕਮਰ ਦਰਦ ਕਿੱਦਾਂ, ਰਾਤੀ ਤੁਹਾਡੀ ਮਾਲਿਸ਼ ਕੀਤੀ ਸੀ ਤੇਲ ਨਾਲ, ਫਰਕ ਪਿਆ ਕਿ ਨਹੀਂ? ਫਕਰ ਜਹਾਂ ਦੇਲਵੀ ਨੇ ਉਹਨੂੰ ਗੌਰ ਨਾਲ ਦੇਖਿਆ, ਤਾਂ ਫੇਰ ਪਤਾ ਉਹ ਕੀ ਕਹਿੰਦੀ ਅੱਗੇ? ਕਹਿੰਦੀ ਨਾਲੇ ਮਹਾਰਾਜ ਆਹ ਜਿਹੜੇ ਪੈਸੇ ਰਾਤੀ ਤੁਸੀਂ ਮੈਨੂੰ ਦਿੱਤੇ ਸੀ ਨਾ ਮੇਰੇ ਕੋਠੇ ਤੇ, ਇਹ ਖੋਟੇ ਆ, ਖੋਟੇ ਵਾਪਸ ਕਰਨ ਆਈ ਆ। ਮਹਾਰਾਜ ਜੀ ਆਂਦੇ ਹੁੰਦੇ ਹੋ ਰਾਤ ਮੇਰੇ ਕੋਲ ਗੁਜ਼ਾਰਦੇ ਤਾਂ ਪੈਸੇ ਵੀ ਖਰੇ ਦਿਆ ਕਰੋ। ਲੋਕੀ ਸਾਰੇ ਸੁਣ ਕੇ ਹੈਰਾਨ ਹੋ ਗਏ, ਕਮਾਲ ਦੀ ਗੱਲ, ਇਹ ਫਕੀਰ ਦੇ ਰੂਪ ਚ ਕੌਣ ਹੈ ਕਿ ਇਹਨੂੰ ਕਮਰ ਦਰਦ ਦਾ ਵੀ ਪਤਾ ਹੈ ਕਿ ਤੇਲ ਨਾਲ ਮਾਲਿਸ਼ ਕੀਤੀ ਸੀ, ਕਿਉਂਕਿ ਪਹਿਲੇ ਹੀ ਸਿਖਾਉਣ ਵਾਲੇ ਨੇ ਪਹਿਲੇ ਹੀ ਸਾਰੀ ਗੱਲ ਸਿਖਾ ਕੇ ਭੇਜੀ ਸੀ ਵੀ ਕਿੱਦਾਂ ਗੱਲ ਕਰਨੀ ਹੈ। ਤਾਂ ਇੱਧਰ ਪੈਸੇ ਵੀ ਖੋਟੇ ਉਹਦੀ ਥੈਲੀ 'ਚ। ਹੁਣ ਫਕਰ ਜਹਾਂ ਦੇਲਵੀ ਦੇਖੋ ਫਕੀਰਾਂ ਦੀ ਦਇਆ, ਕੋਈ ਕ੍ਰੋਧ ਨਹੀਂ ਆਇਆ, ਕੋਈ ਗੁੱਸਾ ਨਹੀਂ ਕੀਤਾ। ਜਦੋਂ ਕੋਲ ਖੜੀ ਗੱਲ ਕਰਦੀ ਨਾ, ਮਹਾਰਾਜ ਖੋਟੇ ਸਿੱਕੇ ਮੈਨੂੰ ਰਾਤੀ ਦੇ ਗਏ ਤੁਸੀਂ, ਤਾਂ ਫਕਰ ਜਹਾਂ ਦੇਲਵੀ ਉੱਠੇ ਔਰ ਪਤਾ ਕੀ ਕਹਿੰਦੇ ਉੱਚੀ ਆਵਾਜ਼ ਵਿੱਚ? ਕਹਿੰਦੇ ਬੇਟੀ, ਓ ਬੇਟੀ। ਫਿਰ ਦੂਜੀ ਵਾਰ ਕਿਹਾ ਬੇਟੀ, ਓ ਬੇਟੀ। ਫਿਰ ਤੀਜੀ ਵਾਰ ਬੇਟੀ, ਮੇਰੀ ਬੇਟੀ ਇੱਧਰ ਆ, ਉਹ ਜੇ ਤੈਨੂੰ ਖਰੇ ਪੈਸੇ ਚਾਹੀਦੇ ਆ ਬੇਟਾ ਤਾਂ ਜਦੋਂ ਮਰਜ਼ੀ ਲੈ ਆ ਕੇ ਲੈ ਜਾ ਕਰ, ਕਿਉਂਕਿ ਫਕੀਰਾਂ ਦਾ ਕੰਮ ਹੀ ਹੁੰਦਾ ਖੋਟਿਆਂ ਨੂੰ ਖਰੇ ਬਣਾਉਣਾ। ਏਦਾਂ ਕਹਿਣ ਦੀ ਲੋੜ ਨਹੀਂ ਕਿ ਮੈਨੂੰ ਖੋਟੀ ਦੇ ਗਏ, ਤੇਰਾ ਦਿਲ ਜਦੋਂ ਕਰੇ ਆ ਜਾ। ਕਹਿ ਕੇ ਉਹਨਾਂ ਨੇ ਸਿਰ ਤੇ ਜਦੋਂ ਹੱਥ ਰੱਖਿਆ, ਕਹਿੰਦੇ ਔਰਤ ਦੇ ਹੱਥੋਂ ਥੈਲੀ ਗਿਰ ਗਈ, ਅੱਖਾਂ 'ਚ ਪਾਣੀ ਆ ਗਿਆ, ਕਿਉਂਕਿ ਕੀ ਕਿਹਾ ਸੀ? ਬੇਟੀ ਓ ਬੇਟੀ। ਫਿਰ ਦੂਜੀ ਵਾਰ ਬੇਟੀ ਓ ਬੇਟੀ, ਫਿਰ ਤੀਜੀ ਵਾਰ ਬੇਟੀ ਓ ਮੇਰੀ ਬੇਟੀ। ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਜਦੋਂ ਸਿਰ ਤੇ ਹੱਥ ਰੱਖਿਆ ਨਾ, ਔਰਤ ਦੇ ਹੱਥੋਂ ਥੈਲੀ ਗਿਰੀ, ਚਰਨ ਫੜ ਲਏ ਉਹਨਾਂ, ਰੋਣ ਲੱਗ ਗਈ। ਫਕੀਰ ਕਹਿੰਦੇ ਸਿੱਕੇ ਖੋਟੇ ਦਾ ਕੀ ਹੋਇਆ? ਜਦੋਂ ਦਿਲ ਕਰੇ ਖੋਟੇ ਸਿੱਕੇ ਖਰੇ ਕਰਨ ਦਾ ਫਕੀਰਾਂ ਕੋ ਆ ਜਾ ਕਰ, ਕਿਉਂਕਿ ਫਕੀਰਾਂ ਦਾ ਕੰਮ ਹੀ ਹੁੰਦਾ ਖੋਟਿਆਂ ਨੂੰ ਖਰੇ ਕਰਨਾ। ਜਦੋਂ ਇੰਨੀ ਗੱਲ ਕਹੀ, ਚਰਨਾਂ 'ਚ ਗਿਰ ਕੇ ਰੋਣ ਲੱਗ ਗਈ। ਉਠਾਇਆ ਫਕਰ ਜਹਾਂ ਦੇਲਵੀ ਨੇ ਕਿ ਉੱਠ, ਰੋ ਕਿਉਂ ਰਹੀ ਆ? ਕਹਿੰਦੀ ਮਹਾਰਾਜ ਵਾਕਈ ਮੈਂ ਖੋਟੀ ਸੀ, ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਹੁਣ ਮੈਨੂੰ ਵੀ ਖਰੀ ਕਰ ਦਿੱਤਾ। ਅੱਜ ਤੱਕ ਜਿਹੜਾ ਵੀ ਮੇਰੇ ਕੋਲ ਆਇਆ ਉਹਨਾਂ ਮੈਨੂੰ ਨਾ ਭੈਣ ਦੀ ਨਜ਼ਰ ਨਾਲ ਦੇਖਿਆ, ਨਾ ਧੀ ਦੀ ਨਜ਼ਰ ਨਾਲ ਦੇਖਿਆ, ਬੁਰੀ ਨਜ਼ਰ ਨਾਲ ਹੀ ਦੇਖਿਆ।
ਪਰ ਅੱਜ ਪਹਿਲੀ ਵਾਰ ਐਡਾ ਵੱਡਾ ਫਕੀਰ ਜਿਹਨੂੰ ਇੰਨੀ ਦੁਨੀਆ ਮੰਨਦੀ ਹੈ, ਉਹਨਾਂ ਮੈਨੂੰ ਆਪਣੀ ਬੇਟੀ ਕਿਹਾ। ਤਾਂ ਮਹਾਰਾਜ ਦਿਲ ਦੀ ਸਾਰੀ ਮੈਲ ਨਿਕਲ ਗਈ। ਜੇ ਅੱਜ ਤੁਸੀਂ ਮੈਨੂੰ ਬੇਟੀ ਕਿਹਾ ਤਾਂ ਕਸਮ ਹੈ ਮੈਨੂੰ ਤੁਹਾਡੀ, ਹੁਣ ਤੁਹਾਡੀ ਬੇਟੀ ਬਣ ਕੇ ਦਿਖਾਉਂ ਮੈਂ। ਅੱਜ ਤੋਂ ਛੱਡੇ ਸਾਰੇ ਪਾਪ, ਛੱਡਿਆ ਨਾਚ ਰੰਗ ਤਮਾਸ਼ਾ, ਹੁਣ ਆਪਣੇ ਨਾਮ ਦੇ ਰੰਗ 'ਚ ਹੀ ਰੰਗ ਦੋ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਫਕਰ ਜਹਾਂ ਦੇਲਵੀ ਨੇ ਇਸ ਨੂੰ ਬੇਟੀ ਕਿਹਾ ਸੀ ਤਾਂ ਵਾਕਈ ਇਹ ਬੇਟੀ ਅੱਜ ਖੁਦਾ ਤੱਕ ਪਹੁੰਚੀ ਹੈ। ਕਹਿੰਦੇ ਉਹ ਇੱਕ ਬਚਨ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਉਸ ਦਿਨ ਤੋਂ ਮੈਂ ਏਦਾਂ ਦੀ ਨਾਮ ਦੇ ਰੰਗ 'ਚ ਰੰਗੀ ਕਿ ਸਾਰੀਆਂ ਬੁਰਾਈਆਂ ਛੱਡ ਕੇ, ਤਾਂ ਹੱਥ ਉਹਨਾਂ ਦਾ ਸਿਰ ਤੇ ਸੀ। ਤਾਂ ਜਦੋਂ ਮੁਰਸ਼ਿਦ ਦਾ ਹੱਥ ਸਿਰ ਤੇ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ, ਪਰ ਮਿਹਨਤ ਬੰਦੇ ਨੂੰ ਵੀ ਕਰਨੀ ਪੈਂਦੀ ਹੈ। ਜਿੱਦਾਂ ਕਹਿੰਦੇ ਟੀਚਰ ਅੱਛਾ ਹੋਵੇ ਨਾ ਪੜ੍ਹਾਉਣ ਵਾਲਾ, ਤਾਂ ਬੱਚਾ ਪਾਸ ਹੋ ਹੀ ਜਾਂਦਾ ਹੈ, ਪਰ ਉਹਦੇ ਵਾਸਤੇ ਬੱਚੇ ਨੂੰ ਵੀ ਮਿਹਨਤ। ਤਾਂ ਹੁਣ ਟੀਚਰ ਜਿੰਨਾ ਮਰਜ਼ੀ ਪੜ੍ਹਾਈ ਜਾਵੇ, ਤਾਂ ਜੇ ਬੱਚਾ ਹੀ ਕਹੇ ਮੈਂ ਨਹੀਂ ਪੜ੍ਹਨਾ, ਮੈਂ ਨਹੀਂ ਸਬਕ ਯਾਦ ਕਰਨਾ, ਮੈਂ ਨਹੀਂ ਲਿਖਣਾ, ਮੈਂ ਨਹੀਂ ਮਿਹਨਤ ਕਰਨੀ, ਫਿਰ ਟੀਚਰ ਜਿੰਨਾ ਮਰਜ਼ੀ ਹੋਣਹਾਰ ਹੋਵੇ, ਬੱਚਾ ਫਿਰ ਵੀ ਫੇਲ। ਇਹ ਚੈੱਕ ਕਰਨਾ ਹੈ ਕਿ ਫਕੀਰਾਂ ਦੇ ਨਾਲ ਜੁੜ ਕੇ ਹੀ ਇਨਸਾਨ ਦੇ ਜੀਵਨ 'ਚ ਬਦਲਾਵ ਆਂਦਾ ਹੈ। ਤਾਂ ਉਸ ਵੇਲੇ ਉਸ ਔਰਤ ਨੇ ਦੱਸਿਆ ਮੈਂ ਵੈਸ਼ਿਆ ਸੀ, ਪਰ ਫਕੀਰਾਂ ਦੇ ਇੱਕ ਲਫ਼ਜ਼ ਨੇ, ਉਹਨਾਂ ਦੇ ਹੱਥ ਜਦੋਂ ਮੇਰੇ ਸਿਰ ਤੇ ਆਏ ਤਾਂ ਮੇਰੇ ਮਨ ਦਾ ਸਾਰਾ ਖੋੜ ਚਲਾ ਗਿਆ, ਔਰ ਅੱਜ ਮੈਂ ਉਹਨਾਂ ਦੀ ਬੇਟੀ ਬਣ ਕੇ ਜੀ ਰਹੀ ਹਾਂ। ਔਰ ਉਸ ਦਿਨ ਤੋਂ ਮੈਨੂੰ ਉਹ ਇੱਜ਼ਤ ਮਿਲੀ ਕਿ ਅੱਗੇ ਦੁਨੀਆ ਮੈਨੂੰ ਬੁਰੀ ਨਜ਼ਰ ਨਾਲ ਦੇਖਦੀ ਸੀ, ਹੁਣ ਲੋਕ ਮੇਰੇ ਕਦਮਾਂ 'ਚ ਸਿਰ ਝੁਕਾਉਂਦੇ ਆ, ਤਾਂ ਮੈਨੂੰ ਰੱਬ ਦੇ ਘਰ 'ਚ ਵੀ ਇੱਜ਼ਤ ਮਿਲਦੀ ਹੈ। ਕਿਉਂਕਿ ਜਿਹਨੂੰ ਫਕੀਰ ਚੁਣ ਲਵੇ, ਜਿਹਦੇ ਸਿਰ ਤੇ ਫਕੀਰ ਹੱਥ ਰੱਖ ਦੇਵੇ, ਫਿਰ ਉਹਦਾ ਇੱਥੇ ਵੀ ਸਨਮਾਨ ਹੁੰਦਾ ਤਾਂ ਰੱਬ ਦੇ ਘਰ ਵੀ ਸਨਮਾਨ ਹੁੰਦਾ ਹੈ। ਇਸ ਲਈ ਫਕੀਰਾਂ ਦੀ ਸੋਭਤ 'ਚ ਬੈਠਣ ਦੇ ਨਾਲ, ਫਕੀਰਾਂ ਦੇ ਕੋਲ ਆਉਣ ਨਾਲ, ਗੁਰੂਆਂ ਰਹਿਬਰਾਂ ਸੱਚੇ ਸੰਤਾਂ ਦੇ ਕੋਲ ਬੈਠਣ ਨਾਲ ਹੀ ਇਨਸਾਨ ਦੇ ਜੀਵਨ 'ਚ ਬਦਲਾਵ, ਇਨਸਾਨ ਦੀ ਜ਼ਿੰਦਗੀ ਬਦਲਦੀ ਹੈ। ਤਾਂ ਹੀ ਤਾਂ ਜੇ ਜੀਵਨ ਬਦਲਣਾ ਤਾਂ ਘਰ ਬੈਠਿਆ ਜ਼ਿੰਦਗੀ ਨਹੀਂ ਕਦੇ ਬਦਲਦੀ। ਇਹਨੂੰ ਇਦਾਂ ਸਮਝ ਲਓ, ਜੇ ਬੰਦੇ ਨੇ ਕੋਈ ਡਿਗਰੀ ਲੈਣੀ ਤਾਂ ਘਰ ਬੈਠਿਆ ਡਿਗਰੀ ਮਿਲ ਜਾਊਗੀ, ਉਹਨੂੰ ਕਾਲਜ ਜਾਣਾ ਪੈਣਾ ਹੈ। ਜੇ ਬੰਦੇ ਨੇ ਕੋਈ ਚੀਜ਼ ਵੀ ਸਿੱਖਣੀ ਹੈ ਨਾ, ਤਾਂ ਘਰ ਸੋਫੇ ਤੇ ਬੈਠਾ, ਬੈੱਡ ਤੇ ਬੈਠਾ ਬੰਦਾ ਕੋਈ ਚੀਜ਼ ਵੀ ਨਹੀਂ ਸਿੱਖ ਸਕਦਾ, ਉਹਨੂੰ ਉੱਥੇ ਤੱਕ ਜਾਣਾ ਹੀ ਪੈਣਾ ਜਿੱਥੇ ਉਹ ਚੀਜ਼ ਸਿਖਾਈ। ਇਸੇ ਤਰ੍ਹਾਂ ਅਗਰ ਅਸੀਂ ਜੀਵਨ 'ਚ ਖੁਸ਼ੀ ਚਾਹੁੰਦੇ ਹਾਂ, ਜੀਵਨ 'ਚ ਕਾਮਯਾਬੀ ਚਾਹੁੰਦੇ ਹਾਂ, ਸਫਲਤਾ ਚਾਹੁੰਦੇ ਹਾਂ, ਤਾਂ ਸਾਨੂੰ ਫਕੀਰਾਂ ਦੇ ਦਰ ਤੇ ਜਾਣਾ, ਕਿਉਂਕਿ ਖੁਸ਼ੀ ਨਾਲ ਜੀਣ ਦੀ ਕਲਾ, ਰੱਬ ਦੀਆਂ ਰਹਿਮਤਾਂ ਨੂੰ ਪਾਉਣ ਦੀ ਕਲਾ ਉੱਥੇ ਹੀ ਸਿਖਾਈ ਜਾਂਦੀ ਹੈ। ਉੱਥੇ ਹੀ ਸਾਡੇ ਅੰਦਰ ਪ੍ਰੇਮ ਦਾ, ਸਾਹਸ ਦਾ ਦੀਵਾ ਜਗਾਇਆ ਜਾਂਦਾ, ਜਿਹਦੇ ਬਾਰੇ ਸੰਤ ਦਾਦੂ ਕਹਿੰਦੇ ਹੈ ਕਿ ਦੁੱਖ ਦਰਦ ਚਿੰਤਾ ਘਨੀ ਰਹਾ ਅੰਧੇਰਾ, ਸ਼ਾਏ ਸਾਹਸ ਪ੍ਰੇਮ ਵਿਸ਼ਵਾਸ ਕਾ ਸਤਗੁਰ ਦਿਆ। ਇਹ ਅਗਰ ਆਪਣੇ ਅੰਦਰ ਪ੍ਰੇਮ ਦਾ ਦੀਵਾ ਜਗਾਣਾ ਹੈ ਤੇ ਆਪਣੇ ਆਪ ਨਹੀਂ ਜਗਦਾ, ਇਹ ਗੁਰੂਆਂ ਰਹਿਬਰਾਂ ਦੇ ਕੋਲ ਬੈਠ ਕੇ ਹੀ ਪ੍ਰੇਮ ਦਾ ਦੀਵਾ ਜਗਦਾ ਹੈ। ਇਹ ਵਿਸ਼ਵਾਸ ਦਾ ਦੀਵਾ ਆਪਣੇ ਆਪ ਨਹੀਂ ਜਗਦਾ, ਇਹ ਗੁਰੂਆਂ ਰਹਿਬਰਾਂ ਕੋਲ ਬਹਿ ਕੇ ਹੀ ਇਹ ਵਿਸ਼ਵਾਸ ਦਾ ਦੀਵਾ ਜਗਦਾ ਹੈ। ਇਸ ਲਈ ਸਾਹਸ ਚਾਹੀਦਾ ਹੈ, ਵਿਸ਼ਵਾਸ ਚਾਹੀਦਾ ਹੈ, ਜਾਂ ਰੱਬ ਦੇ ਘਰ ਦੀ ਰਹਿਮਤ ਚਾਹੀਦੀ ਹੈ, ਤਾਂ ਫਿਰ ਸਾਨੂੰ ਗੁਰੂਆਂ ਰਹਿਬਰਾਂ ਦੇ ਦਰ ਤੱਕ ਪਹੁੰਚਣਾ, ਕਹਿ ਦਿਓ, ਪੈਣਾ ਹੀ ਹੈ। ਇਸ ਲਈ ਤਾਂ ਸਾਈਂ ਬੁੱਲੇ ਸ਼ਾਹ ਨੇ ਦੇਖੋ ਆਪਣੇ ਕਲਾਮ 'ਚ ਇੱਕ ਬੜਾ ਪਿਆਰਾ ਕਲਾਮ ਹੈ ਬੁੱਲੇ ਸ਼ਾਹ ਦਾ, ਕਿੰਨੀ ਪਿਆਰੀ ਗੱਲ ਕਹੀ, ਜ਼ਰਾ ਸਮਝਣਾ ਸਾਰੇ ਜੀ। ਬੁੱਲੇ ਸ਼ਾਹ ਕਹਿੰਦੇ ਕਿ ਤੂੰ ਕਿਉਂ ਚਿੰਤਾ ਕਰਦਾ ਹੈ, ਤੂੰ ਕਿਉਂ ਫਿਕਰ ਕਰਦਾ ਹੈ, ਕਿ ਉਹਦੇ ਦਰ ਤੱਕ ਜਦੋਂ ਇਨਸਾਨ ਪਹੁੰਚ ਜਾਂਦਾ ਹੈ ਪ੍ਰੇਮ ਦੇ ਨਾਲ, ਵਿਸ਼ਵਾਸ ਦੇ ਨਾਲ, ਯਕੀਨ ਦੇ ਨਾਲ, ਤਾਂ ਕੀ ਕਹਿੰਦੇ ਆ, ਗਮ ਨਾ ਕਰੀਓ ਬੁੱਲਿਆ। ਬੜੀ ਪਿਆਰੀ ਗੱਲ ਹੈ ਬੁੱਲੇ ਸ਼ਾਹ ਦੀ, ਕਹਿੰਦੇ ਗਮ ਨਾ ਕਰੀਓ ਬੁੱਲਿਆ, ਐਸੀ ਜ਼ਿੰਦਗੀ ਦੀ ਤਸਵੀਰ ਬਦਲਦੀ ਵੇਖੀਏ। ਕਹਿੰਦੇ ਗਮ ਨਾ ਕਰੀ, ਜੇ ਅੱਜ ਤੇਰੇ ਜੀਵਨ ਦੀ ਤਸਵੀਰ ਬੁਰੀ ਹੈ ਨਾ, ਦੁੱਖ ਹੈ, ਤਕਲੀਫਾਂ ਆ, ਜਿੱਦਾਂ ਔਰਤ ਦੇ ਜੀਵਨ ਦੀ ਤਸਵੀਰ ਪਹਿਲਾਂ ਬੁਰੀ ਸੀ, ਬੁਰੀ ਸੀ ਯਾਨੀ ਵਹਿਸ਼ੀਆ ਸੀ, ਤਵਾਇਫ ਸੀ, ਕੋਠੇ ਤੇ ਨੱਚਦੀ ਸੀ, ਪਰ ਜਿੱਦਾਂ ਹੀ ਫਕਰ ਜਹਾਂ ਦੇਲਵੀ ਨਾਲ ਮੁਲਾਕਾਤ ਹੋਈ ਤਾਂ ਤਸਵੀਰ ਬਦਲ ਗਈ ਕਿ ਨਹੀਂ, ਬਦਲੀ ਜਾਂ ਨਹੀਂ? ਪਹਿਲਾਂ ਕੀ ਸੀ ਤਾਂ ਕੀ ਬਣ ਗਈ? ਕਿੱਥੇ ਕਿੱਥੇ ਲੋਕ ਉਹਨੂੰ ਬੁਰੀਆਂ ਨਜ਼ਰਾਂ ਦੇਖਦੇ ਸੀ, ਤਾਂ ਕਿੱਥੇ ਉਹਨਾਂ ਨੂੰ ਉਹ ਤਾਕਤ ਮਿਲ ਗਈ, ਇੱਕ ਪਾਣੀ ਦੇ ਗਲਾਸ ਨਾਲ ਕੂਆ ਪਾਣੀ ਨਾਲ ਭਰ ਦਿੱਤਾ। ਇਹ ਰੱਬ ਦੀ ਰਹਿਮਤ ਹੁੰਦੀ ਹੈ, ਜੀਵਨ 'ਚ ਬਦਲਾਵ ਆਉਂਦਾ ਹੈ, ਤਸਵੀਰਾਂ ਬਦਲਦੀਆਂ ਹੈ। ਜੇ ਅੱਜ ਤੁਹਾਡੇ ਜੀਵਨ 'ਚ ਵੀ ਕੋਈ ਤਕਲੀਫ ਹੈ, ਦੁੱਖ ਹੈ, ਤਾਂ ਇਹ ਨਾ ਸੋਚੋ ਹਾਏ ਮੇਰੇ ਜੀਵਨ 'ਚ, ਮੇਰੀ ਕਿਸਮਤ 'ਚ ਤਾਂ ਦੁੱਖ ਹੀ ਦੁੱਖ ਹੈ, ਪਤਾ ਨਹੀਂ ਮੇਰੇ ਜੀਵਨ 'ਚ ਸੁੱਖ ਆਣੇ ਜਾਂ ਨਹੀਂ ਆਣੇ, ਪਤਾ ਨਹੀਂ ਮੇਰੇ ਜੀਵਨ 'ਚ ਖੁਸ਼ੀਆਂ ਆਣੀਆਂ ਜਾਂ ਨਹੀਂ ਆਣੀਆਂ, ਪਤਾ ਨਹੀਂ ਮੇਰੇ ਤੇ ਰੱਬ ਦੀ ਰਹਿਮਤ ਹੋਣੀ ਹੈ ਜਾਂ ਨਹੀਂ ਹੋਣੀ। ਏਦਾਂ ਨਿਰਾਸ਼ ਹੋ ਕੇ ਨਾ ਬੈਠੋ। ਜੇ ਅੱਜ ਜੀਵਨ ਦੀ ਤਸਵੀਰ ਮਾੜੀ ਹੈ ਤਾਂ ਬਦਲੇਗੀ, ਚੰਗੀ ਵੀ ਬਣੇਗੀ। ਕਿੱਦਾਂ ਬਣਨੀ ਹੈ, ਪਰ ਇਹ ਆਪਣੀ ਆਪ ਨਹੀਂ ਬਣਨੀ, ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਤੁਹਾਡੇ ਘਰ 'ਚ ਇੱਕ ਤਸਵੀਰ ਹੈ, ਰੋਂਦੀ ਹੋਈ ਤਸਵੀਰ, ਕਈ ਵੇਲੇ ਹੁੰਦਾ ਨਾ ਕੋਈ ਫੋਟੋ ਇਦਾਂ ਦੀ ਕਲਾਕਾਰ ਬਣਾ ਦਿੰਦਾ ਜਿਹਦੇ 'ਚ ਆਂਸੂ ਡਿੱਗ ਰਹੇ ਆ, ਦੁਖੀ, ਦੁੱਖ ਦੀ ਤਸਵੀਰ, ਤਾਂ ਉਹਨੂੰ ਤਸਵੀਰ ਬਦਲ ਸਕਦੀ ਹੈ ਕਿ ਨਹੀਂ?
ਅਗਰ ਉਹਨੂੰ ਕਿਸੇ ਕਲਾਕਾਰ ਕੋਲ ਲੈ ਜਾਓ, ਚਿੱਤਰਕਾਰ ਕੋਲ ਲੈ ਜਾਓ ਕਿ ਲੈ ਭਾਈ ਆ ਰੋਣ ਵਾਲੀ ਤਸਵੀਰ ਮੇਰੇ ਘਰ 'ਚ ਲੱਗੀ ਹੈ, ਮੈਨੂੰ ਖੁਸ਼ੀ ਵਾਲੀ ਚਾਹੀਦੀ, ਇਹਨੂੰ ਬਦਲ ਦੇ, ਤਾਂ ਆਪਣੇ ਪੇਂਟ ਲੈ ਕੇ ਕਲਾਕਾਰ ਜਿਹੜਾ ਹੁੰਦਾ ਤਸਵੀਰ ਨੂੰ ਬਦਲ ਵੀ ਸਕਦਾ ਕਿ ਨਹੀਂ? ਜਵਾਬ ਦੇ ਦਿਓ। ਜਿੱਦਾਂ ਦਾਲ ਵਿੱਚ ਨਮਕ ਘੱਟ ਵੱਧ ਹੋ ਜਾਵੇ ਤਾਂ ਹਲਵਾਈ ਉਹਨੂੰ ਸੈੱਟ ਕਰ ਦਿੰਦਾ ਹੈ, ਪਤਾ ਜੇ ਨਮਕ ਜ਼ਿਆਦਾ ਹੋ ਗਿਆ ਤਾਂ ਕਿਹੜੀ ਚੀਜ਼ ਪਾਣੀ ਹੈ, ਪਾਣੀ ਪਾ ਦਿਓ, ਆਹ ਚੀਜ਼ ਪਾ ਦਿਓ, ਨਮਕ ਠੀਕ ਹੋ ਜਾਏਗਾ, ਨਮਕ ਘੱਟ ਹੈ ਤਾਂ ਆਹ ਚੀਜ਼ ਪਾ ਦਿਓ, ਕਿਉਂਕਿ ਜਿਹੜਾ ਕਲਾਕਾਰ ਹੁੰਦਾ ਹੈ ਉਹਨੂੰ ਸੈੱਟ ਕਰਨਾ ਆਂਦਾ ਹੈ। ਚਾਹੇ ਉਹ ਹਲਵਾਈ ਹੋਵੇ, ਚਾਹੇ ਉਹ ਕੋਈ ਪੇਂਟਰ ਹੋਵੇ, ਚਾਹੇ ਕੋਈ ਚਿੱਤਰਕਾਰ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਦਾ ਹੋਵੇ, ਜਿਹੜਾ ਹੁਨਰਬਾਜ਼ ਹੁੰਦਾ ਹੈ ਨਾ, ਜਿਹਦੇ ਅੰਦਰ ਹੁਨਰ ਹੁੰਦਾ, ਗੁਣ ਹੁੰਦੇ ਹੈ, ਉਹਨੂੰ ਜਿਹੜੀ ਚੀਜ਼ ਦਾ ਗੁਣ ਹੁੰਦਾ ਉਹ ਚੀਜ਼ ਨੂੰ ਬਦਲ ਦਿੰਦਾ ਹੈ। ਸਮਝਦੇ ਹੋ? ਇਸੇ ਤਰ੍ਹਾਂ ਹੁਣ ਫਕੀਰ ਕੀ ਹੈ? ਕਲਾਕਾਰ। ਜਿੱਦਾਂ ਸਮਝ ਲਓ ਇੱਕ ਕਾਰਪੇਂਟਰ ਹੈ, ਉਹਨੂੰ ਲੱਕੜੀ ਦਾ ਗੁਣ ਹੈ ਕਿ ਲੱਕੜ ਤੋਂ ਕੁਰਸੀ ਕਿੱਦਾਂ ਬਣਾਣੀ ਹੈ, ਟੇਬਲ ਕਿੱਦਾਂ ਬਣਾਉਣਾ, ਬੈੱਡ ਕਿੱਦਾਂ ਬਣਾਉਣਾ, ਅਲਮਾਰੀ ਕਿੱਦਾਂ ਬਣਾਣੀ, ਕਿਉਂਕਿ ਉਹਨੂੰ ਲੱਕੜੀ ਦੀ ਜਾਣਕਾਰੀ ਹੈ। ਇਸ ਲਈ ਜਿਹਨੂੰ ਜਿਹਦੀ ਜਾਣਕਾਰੀ ਹੁੰਦੀ ਉਹਨੂੰ ਬਦਲ ਉਹੀ ਸਕਦਾ ਹੈ। ਇੱਕ ਤਰਖਾਣ ਨੂੰ, ਇੱਕ ਕਾਰਪੇਂਟਰ ਨੂੰ ਲੱਕੜ ਦੀ ਜਾਣਕਾਰੀ ਹੈ, ਉਹ ਲੱਕੜ ਨੂੰ ਬਦਲ ਸਕਦਾ ਹੈ। ਤੇ ਇੱਕ ਫਕੀਰ ਨੂੰ ਉਹ ਰੱਬ ਦੀ ਜਾਣਕਾਰੀ ਹੈ, ਰੱਬ ਦੇ ਘਰ ਦੀ ਜਾਣਕਾਰੀ ਨਹੀਂ, ਸਿਰਫ ਰੱਬ ਦੇ ਘਰ ਦੀਆਂ ਲਿਖੀਆਂ ਨੂੰ ਬਦਲ ਦਿੰਦਾ ਹੈ। ਆਹੀਂ ਕਹਿੰਦੇ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ। ਇਹਲੇ ਜੇ ਫਿਰ ਕਹਾਂਗੇ ਹੁਣ ਟੇਬਲ ਬਦਲਣਾ ਹੈ, ਤੁਸੀਂ ਕਹੋ ਮਾਲਕੋ ਟੇਬਲ ਨੂੰ ਬਦਲ ਦਿਓ, ਉਹ ਭਾਈ ਕਿਸੇ ਤਰਖਾਣ ਕੋ ਜਾ, ਇਹ ਸਾਡਾ ਕੰਮ ਨਹੀਂ। ਪਰ ਤੁਸੀਂ ਕਹੋ ਮਾਲਕੋ ਜੀਵਨ 'ਚ ਦੁੱਖ ਹੈ, ਇਹ ਜੀਵਨ ਦੀ ਦੁੱਖਾਂ ਦੀ ਤਸਵੀਰ ਨੂੰ ਖੁਸ਼ੀਆਂ 'ਚ ਬਦਲੋ, ਤੇ ਇਹ ਕੋਈ ਤਰਖਾਣ ਨਹੀਂ ਬਦਲ ਸਕਦਾ। ਹਾਂ, ਇਹ ਜ਼ਰੂਰ ਅਸੀਂ ਬਦਲ ਸਕਦੇ ਹਾਂ, ਕਿਉਂਕਿ ਜਿਹੜੀ ਚੀਜ਼ ਸਾਡੇ ਹੱਥ 'ਚੋਂ ਕਰ ਸਕਦੇ ਹਾਂ। ਸਮਝਦੇ ਹੋ? ਰੋਂਦਿਆਂ ਨੂੰ ਹਸਾਣਾ ਹੀ ਤਾਂ ਫਕੀਰਾਂ ਦਾ। ਇਸ ਲਈ ਬੁੱਲੇ ਸ਼ਾਹੀ ਕਹਿੰਦੇ ਗਮ ਨਾ ਕਰੀਓ ਬੁੱਲਿਆ, ਐਸੀ ਜ਼ਿੰਦਗੀ ਦੀ ਤਸਵੀਰ ਬਦਲਦੀ ਵੇਖੀਏ, ਉਹਦੇ ਦਰ ਤੇ ਗਮਾਂ ਦੇ ਮਾਰਿਆਂ ਦੀ ਤਕਦੀਰ ਬਦਲਦੀ ਵੇਖੀਏ। ਕਹਿੰਦੇ ਉਹਦੇ ਦਰ ਤੱਕ ਪਹੁੰਚ ਤਾਂ ਜਾ, ਤੇਰੀ ਤਕਦੀਰ ਵੀ ਬਦਲ ਜਾਏਗੀ। ਪਰ ਹੁਣ ਤੂੰ ਘਰ ਬੈਠੇ ਹੀ ਸੋਚੇ ਕਿ ਮੈਂ ਨਹੀਂ ਦਰਬਾਰ ਤੇ ਜਾਣਾ, ਮੈਂ ਨਹੀਂ ਫਕੀਰਾਂ ਕੋਲ ਜਾਣਾ, ਬਸ ਇੱਥੇ ਮਿਲੇ। ਜ਼ਰਾ ਸੋਚ ਲੈ, ਇਦਾਂ ਹੁੰਦੀ ਹੈ। ਹੁਣ ਤੁਸੀਂ ਕਿਤੇ ਕੰਮ ਕਰਦੇ ਹੋ ਕਿਸੇ ਫੈਕਟਰੀ 'ਚ, ਹੁਣ ਉਹਨਾਂ ਨੂੰ ਕਹੋ ਮੈਂ ਨਹੀਂ ਫੈਕਟਰੀ ਜਾਣਾ, ਇੱਥੇ ਤਨਖਾਹ ਭੇਜੀ ਜਾਓ, ਤਾਂ ਫੈਕਟਰੀ ਦਾ ਮਾਲਕ ਭੇਜੇਗਾ ਤੁਹਾਨੂੰ ਤਨਖਾਹ ਤਾਂ ਨਹੀਂ ਆਏਗੀ, ਤੁਹਾਨੂੰ ਲੈਟਰ ਜ਼ਰੂਰ ਆ ਜਾਏਗਾ, ਜਾ ਤੈਨੂੰ ਕੰਮ ਤੋਂ ਕੱਢਿਆ ਬਾਹਰ ਹੈ, ਤੈਨੂੰ ਘਰ ਬੈਠੇ ਨੂੰ ਮੈਂ 3000 5000 10000 ਭੇਜਾਂ ਤੈਨੂੰ, ਹੈ ਵਿਹਲਾ ਬੰਦਾ। ਚਾਹੇ 5000 ਹੀ ਬੰਦਾ ਕਮਾਉਂਦਾ, ਉਹਨੂੰ ਫੈਕਟਰੀ ਜਾਣਾ, ਕੰਮ ਤੇ ਜਾਣਾ। ਹੁਣ ਤੁਸੀਂ ਫੈਕਟਰੀ ਦੀ ਗੱਲ ਵੀ ਛੱਡੋ, ਕੋਈ ਦਿਹਾੜੀਦਾਰ ਹੀ ਲੈ ਲਓ, ਖੇਤ ਵਿੱਚ ਅੱਜ ਕੱਲ ਕਣਕ ਵੱਢੀ ਜਾਂਦੀ ਹੈ ਨਾ, ਹੁਣ ਕੋਈ ਕਹੇ ਆ ਮੈਂ ਘਰ ਬੈਠਾ ਮੇਰੀ ਦਿਹਾੜੀ ਭੇਜ ਦਿਓ, ਆਇਆ ਸੀ ਕਣਕ ਵੱਢੀ ਸੀ, ਮਿਹਨਤ ਕੀਤੀ ਸੀ, ਤਾਂ ਤੈਨੂੰ ਇੱਥੇ ਵਿਹਲੇ ਨੂੰ ਭੇਜੀਏ, ਇੱਥੇ ਦਿਹਾੜੀ ਦਈਏ ਤੈਨੂੰ ਘਰ ਬੈਠੇ ਨੂੰ। ਤਾਂ ਸੋਚੋ ਘਰ ਬੈਠੇ ਨੂੰ 300 ਰੁਪਇਆ ਦਿਹਾੜੀ ਨਹੀਂ ਮਿਲਦੀ ਤਾਂ ਰੱਬ ਦੀਆਂ ਰਹਿਮਤਾਂ ਕਿੱਥੋਂ ਮਿਲ ਜਾਣਗੀਆਂ? ਸਮਝਦੇ ਹੋ ਕਿ ਨਹੀਂ? ਜੇ 300 ਰੁਪਇਆ ਦਿਹਾੜੀ ਕਮਾਉਣ ਵਾਸਤੇ ਜਾਂ 500 ਦਿਹਾੜੀ ਕਮਾਉਣ ਵਾਸਤੇ ਪੂਰਾ ਦਿਨ ਮਿਹਨਤ ਕਰਨੀ ਪੈਂਦੀ ਹੈ, ਤਾਂ ਰੱਬ ਦੀਆਂ ਰਹਿਮਤਾਂ ਕੋਈ ਇੰਨੀਆਂ ਸਸਤੀਆਂ ਨਹੀਂ ਹੈ ਕਿ 500 ਤਾਂ ਤੈਨੂੰ ਮਿਹਨਤ ਕਰਕੇ ਮਿਲਣ ਤਾਂ ਰੱਬ ਦੀ ਰਹਿਮਤ ਉੱਦਾਂ ਹੀ ਮਿਲ ਜਾਵੇ। ਉਹਦੇ ਵੀ ਇੰਨੀ ਮਿਹਨਤ ਤਾਂ ਤੈਨੂੰ ਕਰਨੀ ਪੈਣੀ ਹੈ ਕਿ ਆਪਣੇ ਘਰੋਂ ਪੈਰ ਉਠਾ ਔਰ ਸਤਸੰਗ ਦੇ ਵਿੱਚ ਜਾ, ਮਾਲਕ ਦੇ ਘਰ ਤੱਕ ਜਾ, ਤਾਂ ਫਿਰ ਤੇਰੇ ਜੀਵਨ 'ਚ ਵੀ ਖੁਸ਼ੀਆਂ ਜ਼ਰੂਰ ਆਣਗੀਆਂ। ਇਸ ਲਈ ਗਮ ਨਾ ਕਰੀਓ ਬੁੱਲਿਆ। ਇੱਥੇ ਤੁਹਾਨੂੰ ਕਹਾਂਗੇ ਤੁਸੀਂ ਵੀ ਗਮ ਨਾ ਕਰਿਓ, ਆਪਣੀ ਤਕਦੀਰ ਨੂੰ ਲੈ ਕੇ, ਆਪਣੇ ਦੁੱਖਾਂ ਨੂੰ ਲੈ ਕੇ, ਆਪਣੇ ਜੀਵਨ ਦੀ ਤਸਵੀਰ ਨੂੰ ਲੈ ਕੇ ਰੋਇਓ ਨਾ, ਹੋਏ ਮੇਰੇ ਜੀਵਨ 'ਚ ਦੁੱਖ ਬਹੁਤ ਹੈ। ਨਹੀਂ, ਗਮ ਕਰਨ ਦੀ ਲੋੜ ਨਹੀਂ ਹੈ। ਜਿੱਦਾਂ ਸ਼ੁਰੂ ਦੱਸਿਆ ਨਾ, ਜੇ ਪੀੜਾ ਹੈ ਤਾਂ ਰੋ ਕੇ ਟਾਈਮ ਨਹੀਂ ਖਰਾਬ ਕਰਨਾ, ਬਲਕਿ ਹੱਲ ਲੱਭਣਾ ਹੈ। ਔਰ ਤੁਹਾਨੂੰ ਤਾਂ ਹੱਲ ਸਿੱਧਾ ਦੱਸਦਾ, ਪਹੁੰਚੋ ਮਾਲਕ ਦੇ ਘਰ 'ਚ, ਤਕਦੀਰਾਂ ਹੀ ਬਦਲਦੀਆਂ। ਇਸ ਲਈ ਗਮ ਨਾ ਕਰੀਓ ਬੁੱਲਿਆ, ਐਸੀ ਜ਼ਿੰਦਗੀ ਦੀ ਤਸਵੀਰ ਬਦਲਦੀ ਵੇਖੀਏ, ਉਹਦੇ ਦਰ ਤੇ ਗਮਾਂ ਦੇ ਮਾਰਿਆਂ ਦੀ ਤਕਦੀਰ ਬਦਲਦੀ। ਕਹਿੰਦੇ ਬੜੇ ਬੜੇ ਗਮਾਂ ਦੇ ਮਾਰੇ ਜਦੋਂ ਪਹੁੰਚ ਜਾਂਦੇ ਆ ਉਹਦੇ ਦਰ ਤੇ, ਤਾਂ ਫਿਰ ਤਕਦੀਰਾਂ ਵੀ ਬਦਲ। ਇਨਸਾਨ ਨੂੰ ਉਹ ਹਿੰਮਤ ਮਿਲਦੀ ਹੈ, ਉਹ ਹੌਸਲਾ ਮਿਲਦਾ ਕਿ ਇਨਸਾਨ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ। ਕਹਿੰਦਾ ਡਰਨਾ ਕੀ ਹੈ? ਹੁਣ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਹਰ ਮੁਸ਼ਕਿਲ ਨਾਲ ਲੜਾਂਗੇ ਵੀ ਔਰ ਜਿੱਤਾਂਗੇ ਵੀ, ਔਰ ਆਪਣੀ ਮੰਜ਼ਿਲ ਤੇ ਪਹੁੰਚ ਕੇ ਦੁਨੀਆ ਨੂੰ ਦਿਖਾਵਾਂਗੇ ਵੀ। ਸਮਝਦੇ ਹੋ ਕਿ ਨਹੀਂ? ਸੋ ਤਕਦੀਰ ਬਦਲਣੀ ਹੈ, ਤਸਵੀਰ ਬਦਲਣੀ ਹੈ, ਤਾਂ ਫਿਰ ਕਵਾਂਗੇ ਉਹਦੇ ਵਾਸਤੇ ਪਹੁੰਚੋ ਮਾਲਕ ਦੇ ਘਰ ਤੱਕ। ਜਿੱਦਾਂ ਅੱਜ ਸਤਸੰਗ ਵਾਸਤੇ ਸਮਾਂ ਕੱਢਿਆ ਨਾ, ਇੱਦਾਂ ਜਦੋਂ ਇਨਸਾਨ ਸਮਾਂ ਕੱਢਦਾ ਹੈ ਤਾਂ ਫੇਰ ਹੀ ਇਨਸਾਨ ਦੇ ਜੀਵਨ 'ਚ ਬਦਲਾਅ ਵੀ ਆਉਂਦਾ ਹੈ। ਸੋ ਹੁਣ ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਸਮਾਂ ਕਾਫੀ ਹੋ ਗਿਆ ਹੈ। ਇਸ ਲਈ ਹੁਣ ਆਖਰਲੇ ਵਚਨਾਂ 'ਚ ਇੱਕੋ ਹੀ ਗੱਲ ਕਵਾਂਗੇ ਕਿ ਅਗਰ ਸਾਨੂੰ ਖੁਸ਼ੀ ਚਾਹੀਦੀ ਹੈ, ਸਾਨੂੰ ਕਾਮਯਾਬੀ ਚਾਹੀਦੀ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਵਿਸ਼ਵਾਸ ਦਾ ਦੀਵਾ ਜਗਾਓ, ਪ੍ਰੇਮ ਦਾ ਦੀਵਾ ਜਗਾਓ, ਸਾਹਸ ਦਾ ਦੀਵਾ ਜਗਾਓ। ਯਕੀਨ ਰੱਖੋ ਕਿ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ
ਮੇਰੀ ਹਰ ਮੁਸ਼ਕਿਲ ਨੂੰ ਖਤਮ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਹਰ ਜਗ੍ਹਾ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ, ਮੇਰੇ ਸਾਰੇ ਦੁੱਖਾਂ ਦਰਦਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਿਕ ਮੇਰੇ, ਮੇਰੇ ਜੀਵਨ 'ਚ ਆਨੰਦ ਭਰਨ ਵਾਲਾ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਵਿਸ਼ਵਾਸ ਨਾਲ ਕਿਹਾ ਨਾ ਤਾਂ ਫਿਰ ਫੀਲ ਵੀ ਕਰਨਾ ਕਿ ਨਾਲ ਆਓ, ਤਾਂ ਫਿਰ ਡਰ ਤਾਂ ਸਾਰੇ ਉਹਦੇ ਦੌੜ ਜਾਣਗੇ। ਇਸ ਲਈ ਅੱਜ ਤੋਂ ਡਰਨਾ ਬੰਦ ਔਰ ਖੁਸ਼ੀ ਨਾਲ ਜੀਣਾ ਸ਼ੁਰੂ। ਜੇ ਪੁੱਛੋ ਖੁਸ਼ੀ ਕਾਹਦੀ ਹੈ, ਤਾਂ ਖੁਸ਼ੀ ਇਹ ਹੈ ਕਿ ਸਾਡਾ ਮਾਲਿਕ ਸਾਡੇ, ਇਸ ਲਈ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। मैं बहुत खुशी आ गई, आ गई, आ गई, आ गई। मेरे सारे दुख दूर हो गए, हो गए, हो गए, हो गए। रहमत आ गई, आ गई, आ गई, आ गई, आ गई। बस यही सोचा रहमत आ गई, तो रहमत ही आनी तुहाडे वाल, खुशियां ही आनियां, किसी चीज़ की कमी नहीं रहनी। इसलिए विश्वास रखो हर कदम ते वो मालिक तुहाडे नाल है। और हुण इन्हां वचनां दे नाल ही ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਅੱਜ 2 ਤਰੀਕ ਹੈ, ਪਰਸੋਂ ਯਾਨੀ ਵੀਰਵਾਰ 4 ਤਰੀਕ ਹੈ। ਸੋ ਮਈ ਮਹੀਨੇ ਦੀ 11ਵੀਂ ਰੋਜ਼ ਦਾ ਦਿਨ ਹੈ। ਇਸ ਲਈ ਕੋਸ਼ਿਸ਼ ਕਰੋ ਜਿੱਦਾਂ ਅੱਜ ਸਤਸੰਗ 'ਚ ਪਹੁੰਚੇ ਹੋ, ਕੋਈ ਹੁਸ਼ਿਆਰਪੁਰ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ। 11ਵੀਂ ਰੋਜ਼ ਵਾਲੇ ਦਿਨ ਦਰਬਾਰ ਤੇ ਪਹੁੰਚੋ। ਸਤਸੰਗ 'ਚ ਜਦੋਂ ਇਨਸਾਨ ਆਉਂਦਾ ਹੈ ਤਾਂ ਮਾਲਕ ਦੇ ਘਰ 'ਚੋਂ ਬਹੁਤ ਕੁਝ ਲੈ ਕੇ ਜਾਂਦਾ ਹੈ। ਸੋ ਯਾਦ ਰੱਖਣਾ ਇਹ 4 ਮਈ ਦਿਨ ਵੀਰਵਾਰ 11ਵੀਂ ਰੋਜ਼ ਦਾ ਪਵਿੱਤਰ ਦਿਨ ਹੈ। ਸੋ ਦਰਬਾਰ ਤੇ ਪਹੁੰਚ ਕੇ ਮਾਲਕ ਦੀਆਂ ਰਹਿਮਤਾਂ ਹਾਸਲ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਹੈ। ਔਰ ਹੁਣ ਇਹੀ ਅੰਤ ਵਿੱਚ ਉਸ ਮਾਲਕ ਦੇ ਚਰਨ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਸਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਿਕ ਤੁਹਾਨੂੰ ਬਲ ਬਖਸ਼ਣ। ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰਨ। ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਿਕ ਖੁਸ਼ੀਆਂ ਨਾਲ ਭਰਪੂਰ ਕਰਨ। ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें। और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।